ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਕਬੁੱਧ ਦੂਮਣੀ ਕੁਦਇਆ ਕਸਾਇਣ, ਪਰ ਨਿੰਦਾ ਕਟ ਚੂਹੜੀ, ਮੁੱਠੀ ਕ੍ਰੋਧ ਚੰਡਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਅੰਮ੍ਰਿਤ ਵੇਲੇ ਤੋਂ ਪ੍ਰਵਾਹ ਚੱਲ ਰਿਹਾ ਹੈ। ਗੁਰੂ ਸਿੱਖਾਂ ਦੇ ਹਿਰਦੇ ਵਿੱਚ ਨਿਤਨੇਮ ਰੂਪ ਪਰ ਕਰਕੇ ਜਾਂ ਫਿਰ ਸਤਿਗੁਰੂ ਮਹਾਰਾਜ ਦੇ ਮੂਲ ਮੰਤਰ ਤੇ ਗੁਰਮੰਤਰ ਦੇ ਨਾਮ ਅਭਿਆਸ ਦੁਆਰਾ ਕਿਹੜੇ ਗੁਰਮੁਖ ਨੇ ਕਿੰਨਾ ਕੁ ਲਾਭ ਰਿਹਾ ਹੈ, ਗੁਰੂ ਜਾਣੇ, ਗੁਰਮੁਖ ਦਾ ਹਿਰਦਾ ਜਾਣੇ। ਔਰ ਇਹ ਪ੍ਰਵਾਹ ਸਾਰੇ ਸਿੱਖ ਜਗਤ ਵਿੱਚ ਹੀ ਚੱਲ ਰਿਹਾ ਹੈ। ਕਿਣਕਾ ਮਾਤਰ ਜੋ ਇੱਥੇ ਬਦਿਆਲੇ ਵਿੱਚ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਉਹਦੇ ਅਨੁਸਾਰ ਅੰਮ੍ਰਿਤ ਵੇਲੇ ਦੇ ਨਿਤਨੇਮ ਗੁਰਬਾਣੀ ਦੇ ਸਤਿਗੁਰਾਂ ਦੇ ਪ੍ਰਕਾਸ਼ ਹੋਣ ਤੋਂ ਉਪਰੰਤ ਨਿਤਨੇਮ ਉਪਰੰਤ ਜੋ ਫਿਰ ਲੜੀਵਾਰ ਕਥਾ ਦਾ ਮਹਾਰਾਜ ਸਾਹਿਬ ਨੇ ਆਪਾਂ ਸਾਰਿਆਂ ਨੂੰ ਆਪਣੇ ਤੇ ਤਰਸ ਕਰਕੇ ਸਤਿਗੁਰਾਂ ਨੇ ਆਪਣੀ ਅੰਮ੍ਰਿਤਮਈ ਬਾਣੀ ਦਾ ਬੋਧ ਕਰਾਉਣ ਵਾਸਤੇ ਕਥਾ ਰੂਪ ਦੇ ਵਿੱਚ ਕਿਰਪਾ ਕੀਤੀ ਹੋਈ ਹੈ। ਜਿਹੜੇ ਜਿਹੜੇ ਗੁਰਮੁਖਾਂ ਤੇ ਇਹ ਕਿਰਪਾ ਹੈ ਉਹ ਮਾਈ ਭਾਈ ਸਰੋਤੇ ਇੱਕ ਰਸ ਬਿਨਾਂ ਨਾ ਗਾਈ ਜਪਜੀ ਸਾਹਿਬ ਦੇ ਆਰੰਭ ਤੋਂ ਲੈ ਕੇ ਕਥਾ ਦਾ ਲਾਭ ਲੈ ਰਹੇ ਹੈ। ਇਹ ਸਤਿਗੁਰਾਂ ਦੀ ਜੋ ਅੰਮ੍ਰਿਤਮਈ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਚਨਾ ਤੋਂ ਜਪਜੀ ਸਾਹਿਬ ਤੋਂ ਆਰੰਭ ਹੋਈ, ਰਹਿ ਰਾਸ ਕੀਰਤਨ ਸੋਹਲਾ ਸ੍ਰੀ ਰਾਗ ਦੇ ਵਿੱਚ ਸ਼ਬਦ ਸ਼ੰਤ ਅਸ਼ਟਪਦੀਆਂ ਬਣਜਾਰਿਆਂ ਦੇ ਸ਼ਬਦ ਸਾਰੇ ਹੋਏ। ਹੁਣ ਇਹ ਸ੍ਰੀ ਰਾਗ ਦੀ ਬਾਰ ਚੌਥੇ ਪਾਤਸ਼ਾਹ ਦੀ ਹੈ ਤੇ ਮਹੱਲੇ ਜਿਹੜੇ ਸ਼ਲੋਕ ਨੇ ਇਹ ਸਾਂਝੇ ਆ ਰਹੇ ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਅੱਜ ਦੀ ਇਸ ਕਥਾ ਦੇ ਵਿੱਚ ਸ੍ਰੀ ਰਾਗ ਦੇ ਵਿੱਚ ਜੋ ਸਾਡੇ ਸਤਿਗੁਰੂ ਸਾਹਿਬਾਨਾਂ ਦੀ ਬਾਣੀ ਉਚਾਰਨ ਕੀਤੀ ਹੋਈ ਹੈ ਰਸਨਾ ਤੋਂ, ਉਹਦੀ ਸੰਪੂਰਨਤਾ ਹੋਏਗੀ। ਇਹ ਬਾਰ ਦੀ ਸੰਪੂਰਨਤਾ ਦੇ ਨਾਲ ਗੁਰੂ ਕੀ ਰਸਨਾ ਤੋਂ ਉਚਾਰਨ ਕੀਤੀ ਹੋਈ ਸ੍ਰੀ ਰਾਗ ਦੀ ਅੰਮ੍ਰਿਤਮਈ ਬਾਣੀ, ਉਸ ਤੋਂ ਬਾਅਦ ਫਿਰ ਭਗਤਾਂ ਦੀ ਬਾਣੀ ਆਰੰਭ ਹੋਏਗੀ। ਸ੍ਰੀ ਰਾਗ ਸੰਪੂਰਨ ਹੋਣ ਦੇ ਨੇੜੇ ਹੈ। ਸੋ ਆਓ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਬਹੁਤ ਸਾਰੇ ਸ਼ਬਦ ਆਕਾਰ ਵਿੱਚ ਭਾਵੇਂ ਛੋਟੇ ਪ੍ਰਤੀਤ ਹੋਣ, ਪਰ ਉਹਨਾਂ ਦੇ ਪਿੱਛੇ ਬੜੇ ਇਤਿਹਾਸ ਲੁਕੇ ਹੋਏ ਹੈ। ਜਿਸ ਸ਼ਬਦ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ, ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਹਰਿਦੁਆਰ ਵਿੱਚ ਉਚਾਰਨ ਕੀਤਾ ਹੈ। ਕੁੰਭ ਦਾ ਮੇਲਾ ਸੀ, ਪੁਰਬ ਦਾ ਸਮਾਂ, ਬੜੇ ਲੋਕ ਇਕੱਠੇ ਹੋਏ ਸੀ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੂਰਬ ਪੱਛਮ ਉੱਤਰ ਦੱਖਣ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋ। ਆਪ ਜੀ ਦਾ ਢੰਗ ਤਰੀਕਾ ਕੁਛ ਨਿਰਾਲਾ ਸੀ। ਜਿਵੇਂ ਮੱਕੇ ਦੇ ਅੰਦਰ ਗਏ, ਮਹਾਰਾਜ ਸਾਹਿਬ ਜੀ ਦੇ ਚਰਨ ਮੱਕੇ ਵੱਲ ਨੂੰ ਹੋਣੇ। ਜਿਹੜਾ ਕਾਬਾ ਸੀ ਮੱਕਾ ਦਾ ਚਲੋ ਸ਼ਹਿਰ ਹੈ, ਇਹ ਕੱਟੜ ਲੋਕ ਸਨ, ਉਹਨਾਂ ਨੇ ਰੌਲਾ ਪਾਇਆ, ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਉੱਥੋਂ ਹੀ ਫਿਰ ਸਿੱਖਿਆ ਆਰੰਭ ਹੋ ਗਈ, ਉਹਨਾਂ ਨੂੰ ਸਿੱਖਿਆ ਦਿੱਤੀ। ਜੇ ਗ੍ਰਹਿਣ ਦੇ ਬਹੁਤ ਵੱਡਾ ਜੋ ਪੂਰੇ ਭਾਰਤ ਵਿੱਚ ਮੰਨਿਆ ਹੋਇਆ ਸੀ ਕੁਰੂਕਸ਼ੇਤਰ ਦਾ ਇਹ ਜੋੜ ਮੇਲਾ ਹਿੰਦੂ ਮਤ ਦੇ ਅੰਦਰ ਬੜਾ ਭਾਰੀ ਹੈ। ਉੱਥੇ ਗਏ ਤਾਂ ਗ੍ਰਹਿਣ ਲੱਗੇ ਦੀ ਅੱਗ ਦਾ ਬਾਲਣਾ, ਸਾਰੇ ਬ੍ਰਾਹਮਣ ਇਕੱਠੇ ਹੋ ਕੇ ਆ ਗਏ, ਜਿਵੇਂ ਕਾਜੀ ਮਲਾਣੇ ਆਏ ਸੀ। ਇਕੱਠ ਕਰਨ ਵਾਸਤੇ ਕੋਈ ਚੋਜ ਅਜਿਹਾ ਕਰ ਦਿੰਦੇ ਸਨ ਜਿਹਦੇ 'ਚ ਇਕੱਠ ਕਰਨ ਦੀ ਲੋੜ ਨਹੀਂ ਪੈਂਦੀ, ਲੋਕ ਆਪ ਹੀ ਆਉਂਦੇ ਸੀ ਔਰ ਪੁੱਛਦੇ ਸੀ ਵੀ ਤੁਸੀਂ ਇਹ ਬੜਾ ਜੀ ਗਲਤ ਕਰਮ ਕੀਤਾ ਹੈ, ਬੜਾ ਪੁੱਠਾ ਕੰਮ ਕੀਤਾ ਹੈ, ਧਰਮ ਵਿਰੁੱਧ ਕੀਤਾ ਹੈ। ਉੱਥੇ ਮਹਾਰਾਜ ਫਿਰ ਉਹਨਾਂ ਨੂੰ ਦੱਸਦੇ ਵੀ ਧਰਮ ਵਿਰੁੱਧ ਤੁਸੀਂ ਕਰ ਰਹੇ ਹੋ, ਅਸੀਂ ਨਹੀਂ ਕਰ ਰਹੇ। ਇਸੇ ਤਰ੍ਹਾਂ ਹੁਣ ਹਰਿਦੁਆਰ ਪਹੁੰਚੇ ਹੋਏ।
ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਲੋਕ ਬਾਲਾ ਮਰਦਾਨਾ ਨਾਲ ਹੈ ਤੇ ਚੜ੍ਹਦੇ ਸੂਰਜ ਨੂੰ ਪੂਰਬ ਵਾਲੇ ਪਾਸੇ ਮੂੰਹ ਕਰਕੇ ਉਂਜਲੇ ਭਰ ਕੇ ਉਹਨਾਂ ਦੇ ਜੋ ਗ੍ਰੰਥਾਂ 'ਚ ਲਿਖਿਆ ਉਹਦੇ ਅਨੁਸਾਰ ਉਹਨਾਂ ਦਾ ਵਿਸ਼ਵਾਸ ਹੈ ਪਿਤਰਾਂ ਨੂੰ ਪਾਣੀ ਦੇ ਰਹੇ। ਤੇ ਮਹਾਰਾਜ ਸਾਹਿਬ ਨੇ ਦੇਖਿਆ, ਗਰੀਬ ਨਵਾਜ਼ ਨੇ ਸੋਚਿਆ ਵੀ ਜੇ ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਗਲਤ ਕਰਦੇ ਹੋ, ਕਿਸੇ ਨੇ ਮੰਨਣੀ ਨਹੀਂ ਗੱਲ। ਇਸ ਕਰਕੇ ਹੁਣ ਕੋਈ ਚੋਜ ਐਸਾ ਕਰੀਏ, ਮਹਾਰਾਜ ਸਾਹਿਬ ਜੀ ਜਿਵੇਂ ਉਹ ਲੋਕ ਗੰਗਾ ਵਿੱਚ ਬੜੇ ਹੋਏ ਸੀ, ਮਹਾਰਾਜ ਵੀ ਗੰਗਾ ਵਿੱਚ ਵੜ ਗਏ। ਪਰ ਕੀ ਕੀਤਾ ਮਹਾਰਾਜ ਨੇ? ਪੂਰਬ ਵਾਲੇ ਪਾਸੇ ਨੂੰ ਪਿੱਠ ਕਰ ਲਈ, ਪੱਛਮ ਵਾਲੇ ਪਾਸੇ ਨੂੰ ਮੂੰਹ ਕਰ ਲਿਆ ਤੇ ਪਾਣੀ ਭਰ ਕੇ ਜਿਵੇਂ ਉਹ ਦਿੰਦੇ ਸੀ ਉਸੇ ਤਰ੍ਹਾਂ ਮਹਾਰਾਜ ਜੀ ਵੀ ਦੇਣ ਲੱਗ ਗਏ। ਲੋਕਾਂ 'ਚ ਰੌਲਾ ਪੈ ਗਿਆ। ਬ੍ਰਾਹਮਣ ਕਹਿੰਦੇ ਕੌਣ ਹੈ ਇਹ? ਇਹਨੂੰ ਪੁੱਛੋ ਵੀ ਹਿੰਦੂ ਹੈ ਕਿ ਮੁਸਲਮਾਨ ਹੈ, ਕੌਣ ਹੈ ਤੂੰ? ਧਰਮ ਵਿਰੁੱਧ ਕਾਰਿਆ ਕਰਨ ਵਾਲਾ। ਉਹ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਦੁਆਲੇ ਹੋ ਕੇ ਕਹਿਣ ਲੱਗੇ ਤੂੰ ਕੌਣ ਹੈ? ਮਾਰੇ ਕਹਿੰਦੇ ਤੁਹਾਡਾ ਸਵਾਲ ਹੀ ਗਲਤ ਹੈ, ਮੈਂ ਵੀ ਤਾਂ ਬੰਦਾ ਜੇ ਤੁਸੀਂ ਬੰਦੇ ਹੋ, ਮੈਂ ਬੰਦਾ। ਕਹਿੰਦੇ ਬੰਦੇ ਦੀ ਗੱਲ ਨਹੀਂ, ਤੁਸੀਂ ਦੱਸੋ ਵੀ ਹਿੰਦੂ ਹੈ ਕਿ ਮੁਸਲਮਾਨ ਹੈ ਤੂੰ? ਮਾਰੇ ਕਹਿੰਦੇ ਨਾ ਮੈਂ ਹਿੰਦੂ ਹੈ ਨਾ ਮੁਸਲਮਾਨ ਹੈ, ਮੈਂ ਤਾਂ ਦੋਨਾਂ ਦਾ ਹੀ ਸਾਂਝਾ ਹੈ। ਫਿਰ ਵੀ ਕੁਛ ਨਾ ਪੱਲੇ ਪਿਆ। ਫਿਰ ਉਹ ਅਸਲੀ ਝਗੜੇ ਤੇ ਆ ਗਏ। ਕਹਿੰਦੇ ਫਿਰ ਇਉਂ ਦੱਸੋ ਵੀ ਤੁਸੀਂ ਆ ਕੀ ਕਰ ਰਹੇ ਹੋ? ਉਹ ਕਹਿੰਦੇ ਇਹ ਵੀ ਸਵਾਲ ਤੁਹਾਡਾ ਗਲਤ ਹੈ। ਇਹਦਾ ਜਵਾਬ ਇਹ ਵੀ ਹੈ ਜਿਹੜਾ ਕੁਝ ਤੁਸੀਂ ਕਰਦੇ ਹੋ ਉਹ ਮੈਂ ਕਰਿਆ। ਉਹ ਕਹਿਣ ਲੱਗੇ ਵੀ ਤੁਸੀਂ ਇਹ ਗਲਤ ਕੀਤਾ ਹੈ। ਮਾਰੇ ਕਹਿੰਦੇ ਇਹਦਾ ਤਾਂ ਵਿਚਾਰ ਬਾਅਦ ਚ ਕਰ ਲਾਂਗੇ ਆਪਾਂ, ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕੀ ਕਰਦੇ ਹੋ। ਮੈਂ ਤਾਂ ਤੁਹਾਡੀ ਜਿਸ ਤਰ੍ਹਾਂ ਤੁਸੀਂ ਕਰਦੇ ਸੀ ਉਵੇਂ ਮੈਂ ਕਰਨ ਲੱਗ ਗਿਆ। ਉਹ ਕਹਿੰਦੇ ਦੇਖੋ ਵੀ ਜੇ ਤੁਹਾਨੂੰ ਨਹੀਂ ਪਤਾ, ਜਿਹੜੇ ਬ੍ਰਾਹਮਣ ਸੀ ਮੁਖੀ ਕਹਿੰਦੇ ਅਸੀਂ ਸਮਝਾਉਨੇ ਹਾਂ ਵੀ ਅਸੀਂ ਇਹ ਜਿਹੜਾ ਪਿਤਰਾਂ ਨੂੰ ਪਾਣੀ ਦੇਣੇ। ਮਾਰੇ ਕਹਿੰਦੇ ਵੀ ਪਿਤਰ ਕਿੱਥੇ ਨੇ ਤੁਹਾਡੇ ਜਿਨ੍ਹਾਂ ਨੂੰ ਪਾਣੀ ਦੇ ਰਹੇ ਹੋ? ਉਹ ਕਹਿੰਦੇ ਜੀ ਪਿਤਰ ਜਿਹੜੇ ਇਥੋਂ ਪਿਤਰੀ ਲੋਕ ਦੇ ਵਿੱਚ ਨੇ। ਮਾਰੇ ਕਹਿੰਦੇ ਕਿੰਨੀ ਕੁ ਦੂਰ ਹੋ? ਕਹਿੰਦੇ ਜੀ ਦੇਖੋ ਕੋਹਾਂ ਤਾਂ ਨਹੀਂ ਗਿਣ ਸਕਦੇ, ਵੀ ਹਜ਼ਾਰਾਂ ਕੋਹਾਂ ਦੇ ਉੱਤੇ ਪਿਤਰ ਰਹਿੰਦੇ। ਮਾਰੇ ਕਹਿੰਦੇ ਇਹ ਧਰਤੀ ਤੇ ਤਾਂ ਨਹੀਂ ਹੈਗੇ? ਕਹਿੰਦੇ ਨਹੀਂ ਇਸ ਧਰਤੀ ਤੇ ਨਹੀਂ ਹੈ, ਪਿਤਰ ਲੋਕ ਉੱਪਰ ਹੈ। ਕਹਿੰਦੇ ਸੂਰਜ ਰਾਹੀਂ ਅਸੀਂ ਉਹਨਾਂ ਨੂੰ ਇਹ ਪਹੁੰਚਾ ਰਹੇ ਹਾਂ। ਮਾਰੇ ਕਹਿੰਦੇ ਫਿਰ ਪਰੇ ਹਟ ਜਾਓ ਵੀ ਮੈਨੂੰ ਕਰਨ ਦਿਓ ਆਪਣਾ ਕੰਮ। ਫਿਰ ਪਾਣੀ ਦੇਣ ਲੱਗੇ। ਉਹ ਕਹਿੰਦੇ ਬਈ ਤੂੰ ਦੱਸਦਾ ਸੀ ਵੀ ਤੂੰ ਪਾਣੀ ਕਿਹਨੂੰ ਦੇਣਾ? ਕਹਿਣ ਲੱਗੇ ਵੀ ਕਰਤਾਰਪੁਰ ਸਾਡਾ ਨਿਵਾਸ ਹੈ, ਉੱਥੇ ਪੈਲੀਆਂ ਸੁੱਕ ਗਈਆਂ, ਬਾਰਿਸ਼ ਹੋਈ ਨਹੀਂ, ਇਸ ਕਰਕੇ ਵੀ ਇੱਥੋਂ ਲਗਭਗ 200 ਮੀਲ ਦੇ ਉੱਤੇ ਸਾਡੇ ਖੇਤ ਨੇ। ਵੀ ਹੁਣ ਇਹ ਆ ਵੀ ਮੈਂ ਕਿਹਾ ਵੀ ਪੈਲੀ ਸਿੱਖ ਨਾ ਜਾਵੇ, ਮੇਘ ਬਿਨਾਂ ਜੂ ਖੇਤੀ ਜਾਏ, ਵੀ ਬੱਦਲ ਤਾਂ ਹੈ ਨਹੀਂ, ਉੱਚੇ ਨੀਵੇਂ ਖੇਤ ਨੂੰ ਵੀ ਪਾਣੀ ਇੱਥੋਂ ਪਾ ਦੇਈਏ। ਉਹ ਸਾਰੇ ਮਹਾਰਾਜ ਦਾ ਮਜ਼ਾਕ ਉਡਾਉਣ ਲੱਗੇ। ਕਹਿਣ ਲੱਗੇ ਤੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਤਾਂ ਗੰਗਾ 'ਚ ਡਿੱਗੀ ਜਾਂਦਾ। ਮਹਾਰਾਜ ਬਾਹਰ ਨਿਕਲਿਆ, ਕਹਿੰਦੇ ਆਹੀ ਕਹਾਉਣਾ ਸੀ ਤੁਹਾਡੇ ਕੋਲੋਂ। ਮੇਰਾ ਪਾਣੀ ਗੰਗਾ 'ਚ ਡਿੱਗਦਾ ਤੇ ਤੁਹਾਡੇ ਵਾਲੇ ਆਕਾਸ਼ ਨੂੰ ਚੜ੍ਹਦਾ ਮੈਂ ਤਾਂ ਦੇਖਿਆ ਨਹੀਂ ਹੈ। ਤੁਹਾਨੂੰ ਦਿਖਦਾ ਵੀ ਆਕਾਸ਼ ਨੂੰ ਚੜ੍ਹਿਆ ਪਾਣੀ ਤੁਹਾਡੇ ਵਾਲਾ? ਕਹਿਣ ਲੱਗੇ ਵੀ ਦੇਖਣ ਨੂੰ ਤਾਂ ਮਸਤਾਨਾ ਜਿਹਾ ਲੱਗਦਾ ਸੀ, ਗੱਲ ਬੜੀ ਟਿਕਾਣੇ ਦੀ ਕੀਤੀ ਹੈ। ਮਹਾਰਾਜ ਸਾਹਿਬ ਜੀ ਬਾਹਰ ਨਿਕਲਿਆ, ਕਹਿੰਦੇ ਪਾਣੀ ਕਿਹੜੇ ਪਾਸੇ ਦੇਣਾ ਸੀ? ਹੋਏ ਮੈਂ ਤਾਂ ਤੁਹਾਨੂੰ ਗੱਲ ਇਹ ਸਮਝਾਉਣੀ। ਉਹਨਾਂ ਤੇ ਪ੍ਰਭਾਵ ਪਿਆ। ਕੁਝ ਬ੍ਰਾਹਮਣਾਂ ਨੇ ਉਸ ਵੇਲੇ ਇਹਨਾਂ ਨੂੰ ਮਸਤਾਨਾ ਕਿਹਾ। ਹੋਰ ਵੀ ਸ਼ਬਦ ਇਸ ਤਰ੍ਹਾਂ ਦੇ ਕਹੇ ਜਿਹੜੇ ਆਪਾਂ ਨੂੰ ਕਹਿਣੇ ਪਸੰਦ ਨਹੀਂ ਹੈ, ਚਲੋ ਮਸਤਾਨਾ ਸ਼ਬਦ ਦੇ ਨਾਲ ਹੀ ਸਮਝ ਲੈਣ। ਤੇ ਮਹਾਰਾਜ ਸਾਹਿਬ ਜੀ ਦੇਖ ਰਹੇ ਨੇ ਕੱਪੜੇ ਵਸਤਰ ਪਾ ਲਏ ਆ, ਤੇ ਉਹਨਾਂ ਦੇ ਚੋਂ ਕੋਈ ਗਊਮੁਖੀ ਲੈ ਲਿਆ, ਕਿਸੇ ਨੇ ਰੁਦਰਾਖ ਦੀ ਮਾਲਾ, ਕਿਸੇ ਨੇ ਤੁਲਸੀ ਦੀ ਮਾਲਾ ਹੈ, ਕਿਸੇ ਨੇ ਤ੍ਰਿਬੰਧ ਕਰੇ ਨੇ, ਕੋਈ ਸ਼ਿਵੋਮ ਸ਼ੋਭਮ ਕਰੀ ਜਾਂਦਾ, ਕੋਈ ਕੁਛ ਕਰਦਾ, ਕੋਈ ਹਰੇ ਨਾਰਾਇਣ, ਕੋਈ ਹਰੇ ਕ੍ਰਿਸ਼ਨਾ 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 ਹਰੇ ਹਰੇ ਦਾ ਜਾਪ ਕਰਦਾ। ਮਹਾਰਾਜ ਸਾਹਿਬ ਜੀ ਕੱਲੇ ਕੱਲੇ ਨੂੰ ਕੋਲ ਜਾ ਕੇ ਕਹਿੰਦੇ ਆ ਐਵੇਂ ਨੇਤਰ ਬੰਦ ਕੀਤੇ ਨੇ, ਤੂੰ ਦਿੱਲੀ ਫਿਰਦਾ ਉੱਥੇ ਭਾਂਡੇ ਖਰੀਦਦਾ ਬਾਜ਼ਾਰ ਦੇ ਵਿੱਚ, ਸੁਰਤੀ ਉੱਥੇ ਫਿਰਦੀ ਆ, ਮਾਲਾ ਤੇਰੇ ਹੱਥ 'ਚ ਹੈ। ਉਹ ਦੇਖ ਕੇ ਕਹਿੰਦਾ ਹੈ ਇਹਨੂੰ ਕਿਵੇਂ ਪਤਾ ਲੱਗਿਆ? ਇਹਦਾ ਮਤਲਬ ਇਹ ਤਾਂ ਕੋਈ ਅਵਤਾਰੀ ਪੁਰਖ ਹੈ। ਦੂਸਰੇ ਨੂੰ ਕਹਿੰਦੇ ਤੂੰ ਮਥੁਰਾ ਫਿਰਦਾ, ਤੂੰ ਇੱਥੇ ਹੈ ਹੀ ਨਹੀਂ।
ਇਹ ਫਿਰਦਾ ਮਾਲਾ ਫੇਰਦਾ। ਇੱਕ ਨੂੰ ਕਹਿੰਦੇ ਤੂੰ ਤਰਵੇਣੀ ਤੇ ਫਿਰ ਰਿਹਾ ਸੀ, ਇਹ ਭਜਨ ਕਰਦੇ ਹੋ, ਪਖੰਡ ਕਰਦੇ ਹੋ। ਇੱਕ ਨੂੰ ਕਹਿੰਦੇ ਤੂੰ ਲਾਹੌਰ ਤੁਰਿਆ ਫਿਰਦਾ। ਉਹ ਜਦੋਂ 5-7 ਨੂੰ ਦੱਸਿਆ, ਬਸ ਫਿਰ ਉਹ ਮਾਲਾ ਤਾਂ ਛੱਡਦੀਆਂ ਉੱਥੇ। ਮਹਾਰਾਜ ਦੇ ਚਰਨੀ ਪੈ ਕੇ ਕਹਿਣ ਲੱਗੇ, ਗਰੀਬ ਨਵਾਜ, ਬਾਤ ਸਮਝ ਆ ਗਈ ਹੈ, ਤੁਸੀਂ ਅਵਤਾਰੀ ਪੁਰਖ ਹੋ, ਅੰਤਰਜਾਮ ਤੱਕ ਇਹ ਹਰ ਇੱਕ ਦੇ ਕੋਲ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਨਹੀਂ, ਇਹ ਕਈਆਂ ਦੇ ਕੋਲ ਸਿੱਧੀ ਦੇ ਬਲ ਨਾਲ ਹੋ ਜਾਂਦੀ ਹੈ। ਮਹਾਰਾਜ ਸਾਹਿਬ ਕਹਿੰਦੇ ਦੱਸੋ, ਕਹਿੰਦੇ ਜੀ ਆਪਣੇ ਸ਼ਿਸ਼ ਬਣਾ ਲਓ। ਮਹਾਰਾਜ ਕਹਿੰਦੇ ਨਹੀਂ, ਮੈਂ ਤੁਹਾਨੂੰ ਆਪਣੇ ਸ਼ਿਸ਼ ਨਹੀਂ ਬਣਾਉਣਾ। ਕਹਿਣ ਲੱਗੇ ਜੀ ਕਿਉਂ? ਕਹਿੰਦੇ ਹੁਣ ਤਾਂ ਮਸਤਾਨਾ ਦੱਸਦੇ ਸੀ, ਮਸਤਾਨਿਆਂ ਦੇ ਸ਼ਿਸ਼ ਨਹੀਂ ਬਣੀਦਾ ਹੁੰਦਾ। ਕਹਿੰਦੇ ਮਹਾਰਾਜ ਉਹ ਸਾਡੀ ਭੁੱਲ ਸੀ। ਮਹਾਰਾਜ ਸਾਹਿਬ ਜੀ ਚਲੋ ਉਹਨਾਂ ਦੀ ਨਿਮਰਤਾ ਦੇਖ ਕੇ ਵੀ ਹੁਣ ਹੰਕਾਰ ਇਹਨਾਂ ਦਾ ਨਿਕਲ ਗਿਆ। ਮਹਾਰਾਜ ਕਹਿੰਦੇ ਵੀ ਦੇਖੋ ਰੌਲਾ ਇਸ ਗੱਲ ਦਾ ਵੀ ਤੁਸੀਂ ਕਰਦੇ ਹੋ ਪਖੰਡ, ਮੈਨੂੰ ਨਿਰੰਕਾਰ ਦਾ ਹੁਕਮ ਹੈ ਵੀ ਪਖੰਡ ਹੋਣ ਨਹੀਂ ਦੇਣਾ। ਮੈਂ ਪਖੰਡ ਤੋਂ ਵਿਰੋਧ ਵਿੱਚ, ਤੇ ਨਿਰੋਲ ਜੋ ਅਕਾਲ ਪੁਰਖ ਦਾ ਹੁਕਮ ਹੈ ਨਿਰੰਕਾਰ ਦਾ, ਮੈਂ ਉਹਦੇ ਅਨੁਸਾਰ ਚੱਲ ਰਿਹਾ। ਤੇ ਤੁਸੀਂ ਇਹ ਪਖੰਡ ਕਰਦੇ ਹੋ, ਤੇ ਕੱਲਾ ਆਹੀ ਨਹੀਂ ਹੈ ਜਿਹੜਾ, ਹੋਰ ਵੀ ਕਈ ਗੱਲਾਂ ਤੁਹਾਡੇ ਵਿੱਚ। ਤੇ ਤੁਹਾਨੂੰ ਮੈਂ ਆਪਣੇ ਸ਼ਿਸ਼ ਬਣਾ ਕੇ ਆਪਣੇ ਨਿਰਮਲ ਪੰਥ ਦੀ ਕੋਈ ਬਦਨਾਮੀ ਕਰਾਉਣੀ ਹੈ। ਜਦੋਂ ਉਹਨਾਂ ਨੇ ਅਤ ਦਰਜੇ ਦੀ ਨਿਮਰਤਾ ਦਿਖਾਈ, ਕਹਿਣ ਲੱਗੇ ਮਹਾਰਾਜ ਵੀ ਹੁਣ ਤੁਸੀਂ ਇਸ ਤਰ੍ਹਾਂ ਕਰੋ, ਅਸੀਂ ਸਮਝਾਂਗੇ ਵੀ ਤੁਸੀਂ ਸਾਨੂੰ ਮਾਫ ਕਰ ਦਿੱਤਾ ਜੇ ਸਾਡੇ ਚੌਂਕੇ ਦੇ ਵਿੱਚ ਮਹਾਰਾਜ ਭੋਜਨ ਪਾ ਲਓ। ਚਲੋ ਮਰਦਾਨਾ ਵੀ ਖੁਸ਼ ਹੋਇਆ ਵੀ ਇਹ ਲੋਕ ਜਿਹੜੇ ਸਾਨੂੰ ਨੀਵੀਆਂ ਜਾਤਾਂ ਦੇ ਮਰਾਸੀ ਕਹਿਣ ਵਾਲੇ ਸੀ ਵੀ ਅੱਜ ਕੰਮ ਤਾਂ ਸੂਤ ਆ ਗਿਆ ਵੀ ਰੋਟੀਆਂ ਇਹ ਪਕਾ ਕੇ ਖਿਲਾਉਣਗੇ। ਮਹਾਰਾਜ ਕਹਿੰਦੇ ਚਲੋ ਛਕ ਲੈਨੇ ਆ, ਪਰ ਚੁੱਲ੍ਹਾ ਚੌਂਕਾ ਤੁਹਾਡਾ ਜਿਹੜਾ ਹੈ ਉਹ ਪਵਿੱਤਰ ਹੋਣਾ ਚਾਹੀਦਾ ਹੈ। ਉਹ ਕਹਿੰਦੇ ਮਹਾਰਾਜ ਸਾਡੀ ਤਾਂ ਸੁਚਮ ਜਿਹੜੀ ਹੈ ਉਹ ਪੂਰੇ ਦੁਨੀਆ ਦੇ ਵਿੱਚ, ਦੁਨੀਆ ਦੇ ਲੋਕਾਂ 'ਚ ਪ੍ਰਸਿੱਧ ਹੈ। ਜੇ ਉਹਨਾਂ ਨੇ ਜੀ ਚੁੱਲ੍ਹਾ ਚੌਂਕਾ ਐਨ ਸਾਫ਼ ਕੀਤਾ, ਜਿਵੇਂ ਉਹਨਾਂ ਦੀ ਨਿੱਤ ਦੀ ਪ੍ਰਕਿਰਿਆ ਕਰਮਕਾਂਡ ਸੀ, ਚੰਗੀ ਤਰ੍ਹਾਂ ਉਹਨਾਂ ਦੇ ਨਾਲ ਸਾਸੂ ਕਰਕੇ, ਤੇ ਫਿਰ ਉਹਨਾਂ ਨੇ ਆਲੇ ਦੁਆਲੇ ਲੀਕ ਕੱਢੀ ਵੀ ਲੀਕ ਦੇ ਅੰਦਰ ਦੂਸਰਾ ਨਾ ਕੋਈ ਆਵੇ, ਇਹ ਪਵਿੱਤਰ ਭੋਜਨ ਹੈ। ਤੇ ਮਹਾਰਾਜ ਬੈਠ ਕੇ ਚੌਂਕੜਾ ਮਾਰ ਕੇ ਤੇ ਕਹਿਣ ਲੱਗੇ ਜੀ ਆ ਲਓ ਭੋਜਨ ਪਾਓ ਹੁਣ ਤੁਸੀਂ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਸਾਡੇ ਤਾਂ ਛਕਣ ਜੋਗਾ ਰਿਹਾ ਨਹੀਂ ਭੋਜਨ ਤੁਹਾਡਾ। ਕਹਿੰਦੇ ਮਹਾਰਾਜ ਕੀ ਗੱਲ ਹੋ ਗਈ? ਉੱਥੇ ਫਿਰ ਇੱਕ ਇਹ ਗੱਲ ਨੁਕਤੇ ਵਾਲੀ ਹੈ, ਮਹਾਰਾਜ ਨੇ ਉਹਨਾਂ ਜਾਤਾਂ ਦਾ ਨਾਂ ਲਿਆ ਜਿਨ੍ਹਾਂ ਜਾਤਾਂ ਦੇ ਨਾਲ ਬ੍ਰਾਹਮਣ ਵਿਤਕਰਾ ਕਰਦੇ ਸੀ, ਜਿਨ੍ਹਾਂ ਜਾਤਾਂ ਦਾ ਅਪਮਾਨ ਕਰਦੇ ਸੀ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਤੁਹਾਡੇ ਚੌਂਕੇ ਦੇ ਵਿੱਚ ਇੱਕ ਤਾਂ ਤੁਸੀਂ ਕਸਾਈ ਦੇ ਘਰ ਵਾਲੀ ਕਸੈਣ ਬਾੜ ਲਈ, ਤੇ ਇੱਕ ਤੁਸੀਂ ਚੂੜੀ ਬਾੜ ਲਈ ਹੈ, ਇੱਕ ਚੰਡਾਲਣ ਬਾੜ ਲਈ ਹੈ, ਤੇ ਇੱਕ ਇਹਦੇ ਵਿੱਚ ਤੁਸੀਂ ਡੂਮਣੀ ਬਾੜ ਲਈ ਹੈ, ਡੂਮ ਦੇ ਘਰ ਵਾਲੀ। ਇਸ ਕਰਕੇ ਤੁਹਾਡਾ ਚੌਂਕਾ ਹੋ ਗਿਆ ਅਪਵਿੱਤਰ, ਮੇਰੇ ਤੇ ਖਾਣ ਦਾ ਨਹੀਂ ਰਿਹਾ ਹੈ। ਉਹ ਕਹਿਣ ਲੱਗੇ ਮਹਾਰਾਜ ਤੁਸੀਂ ਇਹ ਕਿਹੋ ਜਿਹੀ ਗੱਲ ਕਰ ਦਿੱਤੀ? ਅੱਗੇ ਮਹਾਰਾਜ ਨੇ ਜਿਹੜਾ ਸ਼ਲੋਕ ਉਚਾਰਨ ਕੀਤਾ ਹੈ ਉਹਦੇ ਵਿੱਚ ਫਿਰ 4 ਨੀਚ ਜਾਤੀਆਂ ਦੇ ਮੁਕਾਬਲੇ ਦੇ ਵਿੱਚ ਜਿਨ੍ਹਾਂ ਤੋਂ ਨਫ਼ਰਤ ਕਰਦੇ ਸੀ, ਮਹਾਰਾਜ ਨੇ ਸਾਬਤ ਕਰਨਾ ਹੈ ਕਿ ਤੁਸੀਂ ਇਹਨਾਂ ਨਾਲ ਤਾਂ ਕਰਦੇ ਹੋ ਨਫ਼ਰਤ, ਮਨੁੱਖ ਜਾਤੀ ਨਾਲ। ਉਹਨਾਂ ਨੂੰ ਕਹਿੰਦੇ ਆ ਚੂੜੇ, ਉਹਨਾਂ ਨੂੰ ਕਹਿੰਦੇ ਆ ਚਮਿਆਰ, ਉਹਨਾਂ ਨੂੰ ਕਹਿੰਦੇ ਆ ਝੀਵਰ, ਪਰ 4 ਜਾਤਾਂ ਦੇ ਨਾਲ ਮਹਾਰਾਜ ਨੇ ਨਾਂ ਲੈ ਕੇ ਸਮੁੱਚੇ ਜਾਤੀ ਵਿਤਕਰਾ ਖਤਮ ਕਰਨ ਵਾਸਤੇ ਮਹਾਰਾਜ ਨੇ ਫਿਰ 4 ਉਹ ਨਾਂ ਲਏ ਵੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਚੂੜੇ ਨੇ, ਇਹ ਡੂਮਨ, ਇਹ ਕਸਾਈ ਹੈ, ਇਹ ਚੰਡਾਲਣ ਹੈ। ਕਹਿੰਦੇ ਮਹਾਰਾਜ 4 ਜਾਤਾਂ ਦੇ ਵਿੱਚੋਂ ਫਿਰ 4 ਸ਼ਬਦ ਚੁਣ ਲਏ ਮਹਾਰਾਜ ਨੇ ਵੀ ਜਿਹੜੀਆਂ 4 ਆਦਤਾਂ ਭੈੜੀਆਂ ਤੁਹਾਡੇ ਵਿੱਚ ਨੇ, ਇਹਨਾਂ ਦੇ ਨਾਲੋਂ ਬੁਰਾਈ ਤੁਹਾਡੇ ਹਿਰਦੇ ਦੇ ਵਿੱਚ ਹੈ। ਇਸ ਕਰਕੇ ਤੁਸੀਂ ਬਣਾਉਣ ਵਾਲਿਆਂ ਨੇ ਇਹ ਜਿਹੜਾ ਤੁਸੀਂ ਅਪਵਿੱਤਰ ਕਰ ਦਿੱਤਾ। ਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਇਹ ਸ਼ਲੋਕ ਉਚਾਰਨ ਕੀਤਾ। ਸੁਣੋ ਜੀ। ਸ਼ਲੋਕ ਮਹੱਲਾ ਪਹਿਲਾ। ਇਹ ਪਹਿਲੀ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਹਰਿਦੁਆਰ ਦੇ ਅੰਦਰ ਇਹ ਪਾਵਨ ਅੰਮ੍ਰਿਤ ਬਚਨ ਹੋਇਆ। ਇਹ ਉੱਥੇ ਮਹਾਰਾਜ ਸਾਹਿਬ ਜੀ ਨੇ
ਵੀ ਜਿਹੜੇ ਬ੍ਰਾਹਮਣਾਂ ਵੱਲੋਂ ਜਾਤੀ ਵਿਤਕਰਾ ਕਲਪਿਆ ਹੋਇਆ ਸੀ ਤੇ ਮਹਾਰਾਜ ਨੇ ਆਪਣੇ ਨਿਰਮਲ ਪੰਥ ਦੀ ਗੱਲ ਵੀ ਸਾਡਾ ਤਾਂ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ 4 ਵਰਨਾਂ ਕੋ ਸਾਂਝਾ ਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਇਹ ਨੀਚ ਜਿਹੜੀਆਂ ਜਾਤਾਂ ਨੂੰ ਉਹ ਮੰਨਦੇ ਸੀ ਉਹਨਾਂ ਦੀਆਂ ਇਸਤਰੀਆਂ ਦਾ ਨਾਮ ਲੈ ਕੇ ਮਹਾਰਾਜ ਸਾਹਿਬ ਨੇ ਉਹਨਾਂ ਦੀਆਂ ਅੰਤਰੀ ਭਾਵ ਦੇ ਵਿੱਚ ਬੁਰੀਆਂ ਆਦਤਾਂ ਉਹਨਾਂ ਦਾ ਵਰਣਨ ਕਰਨ ਦਾ ਉਪਦੇਸ਼ ਦਿੱਤਾ। ਸੁਣੋ ਜੀ। ਕੁਬਦ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਕਟ ਚੂਹੜੀ। ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਕਹਿੰਦੇ ਹੇ ਬ੍ਰਾਹਮਣੋ, ਕੁਬੁੱਧ ਖੋਟੀ ਬੁੱਧ ਦਾ ਨਾਂ ਹੈ। ਖੋਟੀ ਬੁੱਧ ਦੇ ਵਿੱਚ ਕੀ ਆਉਂਦਾ ਹੈ? ਵਿਸ਼ੇ ਵਿਕਾਰ, ਵਿਸ਼ੇ ਵਿਸ਼ੈਣੀ ਬੁੱਧ ਜਿਹੜੀ ਹੈ। ਤੇ ਇਹ ਜਿਹੜੀ ਖੋਟੀ ਬੁੱਧ ਹੈ ਇਹ ਤਾਂ ਡੂਮਣੀ ਤੁਸੀਂ ਮਰਾਸਣ ਬਿਠਾਈ ਹੋਈ ਹੈ ਚੌਂਕੇ ਦੇ ਹਿਰਦੇ ਰੂਪੀ ਚੌਂਕੇ। ਇਸ ਕਰਕੇ ਦੂਸਰਾ ਫਿਰ ਮਹਾਰਾਜ ਕਹਿੰਦੇ ਕੁਦਇਆ। ਕੁਦਇਆ ਇੱਕ ਤਾਂ ਹੁੰਦੀ ਹੈ ਨਾ ਦਇਆ, ਤਰਸ ਕਰਨਾ ਕਿਸੇ ਦੇ ਉੱਤੇ। ਕਹਿੰਦੇ ਤੁਹਾਡੇ ਹਿਰਦੇ ਵਿੱਚ ਤਰਸ ਹੈ ਹੀ ਨਹੀਂ, ਬੇਰਹਿਮੀ ਹੈ। ਬੇਰਹਿਮੀ ਦੇ ਨਾਲ ਜੀਵਾਂ ਨੂੰ ਮਾਰਨ ਵਾਲੀ ਬਿਰਤੀ ਜਿਹੜੀ ਹੈ ਉਹ ਕਸਾਈ ਦੇ ਘਰ ਵਾਲੀ ਕਸੈਣ ਹੀ ਹੋਈ। ਫਿਰ ਇਹ ਬਿਰਤੀ ਆ ਤੁਹਾਡੀ ਕਸੈਣ। ਇਹ ਕਸਾਈ ਦੀ ਜਿਵੇਂ ਪਤਨੀ ਹੁੰਦੀ ਆ ਕਸੈਣ ਕਹਿੰਦੇ ਇਹਨਾਂ ਨੂੰ। ਇਸ ਕਰਕੇ ਵੀ ਇਹ ਹੋ ਗਈਆਂ ਦੋ ਤਾਂ ਐਸੀਆਂ। ਤੇ ਤੀਸਰੀ ਜਿਹੜੀ ਪਰਾਈ ਨਿੰਦਿਆ ਕਰਦੇ ਹੋ, ਪਰ ਨਿੰਦਾ ਘਟ ਚੂੜੀ। ਇਹ ਚੂੜੀ ਮੈਲ ਇਕੱਠੀ ਕਰਨ ਵਾਲੀ ਜਿਵੇਂ ਭੰਗੀ ਹੋ ਗਏ ਸੀ, ਇਹ ਭੰਗਣ ਹੈ ਜਿਹੜੀ ਬਿਰਤੀ ਦੇ ਨਾਲ ਤੁਸੀਂ ਨਿੰਦਿਆ ਕਰਦੇ ਹੋ। ਲੋਕਾਂ ਦੀ ਮੈਲ, ਪਰ ਨਿੰਦਾ, ਪਰਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮੌਜੂਰੀ ਭਾਰ ਪਹੁੰਚਾ ਬਣਿਆ। ਲੋਕਾਂ ਦੀ ਮੈਲ ਇਕੱਠੀ ਕਰ ਰਹੇ ਹੋ। ਉੱਪਰ ਤੇ ਬੜੇ ਸੋਹਣੇ ਬਣੇ ਹੋਏ ਹੋ ਤੁਸੀਂ, ਧੋਤੀ ਟਿੱਕਾ ਵੀ ਲਾਇਆ ਹੋਇਆ ਤੁਹਾਡੇ। ਇਸ ਕਰਕੇ ਤੁਹਾਡੇ ਚੌਂਕੇ ਦੇ ਵਿੱਚ ਇਹ ਜਿਹੜੀ ਪਰਾਈ ਨਿੰਦਿਆ ਕਰਨ ਵਾਲੀ ਬਿਰਤੀ ਹੈ ਭੰਗਣ, ਇਹ ਤੁਹਾਡੇ ਹਿਰਦੇ ਦੇ ਵਿੱਚ ਨਿਵਾਸ ਕਰੀ, ਚੁੱਲ੍ਹੇ ਦੇ ਉੱਤੇ ਚੌਂਕੇ ਦੇ ਵਿੱਚ ਬੈਠੀ ਹੋਈ ਹੈ। ਮੁੱਠੀ ਕ੍ਰੋਧ ਚੰਡਾਲ। ਤੇ ਫਿਰ ਕ੍ਰੋਧ ਦੇ ਵਿੱਚ ਜਿਹੜੀ ਕ੍ਰੋਧ ਵਾਲੀ ਅੰਤਸ ਕਰਨ ਦੀ ਬਿਰਤੀ ਹੈ ਇਹ ਚੰਡਾਲਣ ਹੈ, ਚੰਡਾਲ ਦੇ ਘਰ ਵਾਲੀ। ਬੜਾ ਕ੍ਰੋਧ ਕਰਦੇ ਹੋ, ਜੋ ਕੋਈ ਮਾੜਾ ਜਿਹਾ ਵੀ ਇਸ ਤਰ੍ਹਾਂ ਦਾ ਹੋਵੇ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ, ਕਿਉਂਕਿ ਉੱਥੇ ਇਹ ਵੀ ਕਿਹਾ ਜਾਂਦਾ ਵੀ ਮਰਦਾਨੇ ਨੇ ਇੱਕ ਉਹ ਬ੍ਰਾਹਮਣ ਸੀ ਜਿਹੜਾ ਨਹਾ ਧੋ ਕੇ ਪਹਿਲਾਂ ਉਹ ਰੇਤੇ ਨਾਲ ਉਹਨੇ ਆਪਣੇ ਆਪ ਨੂੰ ਮਾਂਜਿਆ, ਫਿਰ ਗੰਗਾ 'ਚ ਇਸ਼ਨਾਨ ਕੀਤਾ, ਸਾਰਾ ਕੁਛ ਹੈ। ਮਰਦਾਨੇ ਨੇ ਕਿਤੇ ਗਿੱਚੀ ਤੇ ਜਾਣ ਕੇ ਹੱਥ ਲਾ ਦਿੱਤਾ ਉਹਦੇ। ਉਹ ਗਲ ਪੈ ਗਿਆ, ਕਹਿੰਦਾ ਤੂੰ ਕੌਣ ਹੈ? ਪਤਾ ਨਹੀਂ ਚੂੜਾ ਖਾਨੀ ਚਮਿਆਰ ਹੈ, ਕੌਣ ਤੂੰ? ਮਰਾਸੀ ਹੈ ਤੇ ਮੈਂ ਪੂਜਾ ਪਾਠ ਕਰਨੀ ਸੀ, ਤੂੰ ਮੈਨੂੰ ਅਪਵਿੱਤਰ ਕਰ ਦਿੱਤਾ। ਉਹ ਮੁੜ ਕੇ ਫੇਰ ਨਹਾਉਣ ਲੱਗ ਗਿਆ। ਇਹ ਵੀ ਇਸ ਤਰ੍ਹਾਂ ਦੀ ਸ਼ਾਮਲ ਕਰਦੇ ਹੈ ਵਿਦਵਾਨ ਪ੍ਰਚਾਰ ਕਰਨ ਵਾਲੇ। ਪਰ ਇਹਦਾ ਮੂਲ ਸਿਧਾਂਤ ਇਹੀ ਹੈ ਕਿ ਮਹਾਰਾਜ ਸਾਹਿਬ ਜੀ ਨੇ ਉਹਨਾਂ ਦੀ ਜਿਹੜੀ ਖੋੜ ਸੀ, ਕਹਿੰਦੇ ਕ੍ਰੋਧ ਵਾਲੀ ਬਿਰਤੀ ਜਿਹੜੀ ਹੈ ਤੇ ਇਹ ਐਸੀ ਚੰਡਾਲਣ ਹੈ, ਚੂੜੀ ਹੈ, ਜਿਹਨੇ ਤੁਹਾਨੂੰ ਮੁੱਠੀ ਕੀ ਲੁੱਟੇ ਹੀ ਲਿਆ ਹੈ, ਤੁਹਾਡੇ ਪੱਲੇ ਨਹੀਂ ਛੱਡਿਆ ਕੱਖ ਵੀ। ਬਾਹਰ ਜਾਤਾਂ ਦਾ ਵਿਤਕਰਾ ਕਰਦੇ ਫਿਰਦੇ ਹੋ, ਹਿਰਦੇ ਦਾ ਚੌਂਕਾ ਤੁਹਾਡਾ ਵਿਗੜਿਆ ਪਿਆ। ਇਸ ਕਰਕੇ ਤੁਹਾਡਾ ਇਹ ਚੌਂਕਾ ਇਹਨਾਂ ਚੀਜ਼ਾਂ ਕਰਕੇ, ਬਾਕੀ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਅੰਨ ਪਾਣੀ ਤਾਂ ਪਵਿੱਤਰ ਹੈ, ਪਰ ਤੁਸੀਂ ਬਣਾਉਣ ਵਾਲੇ ਅਪਵਿੱਤਰ ਹੋ। ਇਸ ਕਰਕੇ ਭਾਈ ਤਾਂ ਅਸੀਂ ਇਹ ਬਹਾਨੇ ਦੇ ਨਾਲ ਮਹਾਰਾਜ ਉਪਦੇਸ਼ ਦਿੰਦੇ ਆ, ਕਾਰੀ ਕੱਢੀ ਕਿਆ ਥੀ ਹੈ। ਤੇ ਹੇ ਪੰਡਤੋ, ਹੇ ਬ੍ਰਾਹਮਣ ਦੇਵਤਾ, ਜਿਹੜੀਆਂ ਤੁਸੀਂ ਚੌਂਕੇ ਦੇ ਦੁਆਲੇ ਹੁਣੇ ਲਕੀਰਾਂ ਕੱਢੀਆਂ ਨੇ, ਕਾਰੀ ਨਾਮ ਲਕੀਰ ਦਾ ਹੈ, ਮੁੜਮੀ ਲਕੀਰ ਨੂੰ ਇਹ ਕਹਿਣ ਲੱਗੇ ਇਹ ਜਿਹੜੀ ਹੈ, ਇਹ ਜਿਹੜੀ ਮੁੜਮੀ ਕਾਰ ਹੈ, 4 ਸਪੇਰੇ ਗੋਲਾਕਾਰ ਗੱਡੇ ਦੀ ਪਹੀਆ ਵਾਂਗੂ ਐ ਇਸ ਤਰ੍ਹਾਂ 4 ਸਪੇਰੇ ਘੁਮਾਉਂਦੇ ਆ। ਕਹਿੰਦੇ ਇਹ ਜਿਹੜੀ ਕਾਰ ਕੱਢੀ ਹੈ, ਕਾਰੀ ਕਾਢੀ, ਇਹ ਕੱਢੀ ਹੋਈ, ਇਹ ਦੱਸੋ ਵੀ ਕਿਸ ਅਰਥ ਹੈ? ਕਿਆ ਥੀ ਹੈ, ਕੀ ਹੋ ਜਾਊਗਾ ਲਕੀਰ ਕੱਢਣ ਦੇ ਨਾਲ? ਤੁਹਾਡਾ ਹਿਰਦਾ ਪਵਿੱਤਰ ਹੋ ਗਿਆ, ਅੰਨ ਪਵਿੱਤਰ ਹੋ ਗਿਆ, ਇਹਦੇ ਨਾਲ ਅਪਵਿੱਤਰ ਤੁਸੀਂ ਕਰ ਦਿੱਤਾ। ਉਹਨਾਂ ਨਾਲ ਕਿਆ ਥੀ, ਕੀ ਹੋ ਜਾਊਗਾ? ਤੇ ਜਦੋਂ ਕਿ ਅਪਵਿੱਤਰ ਕਰਨ ਵਾਲੀਆਂ
ਇਹ ਐਸੀਆਂ ਜਿਹੜੀਆਂ 4 ਬਿਰਤੀਆਂ ਤੁਹਾਡੀਆਂ ਮੰਨੀਆਂ ਕਈਆਂ ਮਹਾਰਾਜ ਨੇ। ਜਾਂ ਚਾਰੇ ਬੈਠੀਆਂ ਨਾਲ, ਤੇ ਜਾਂ ਜਦੋਂ ਇਹ 4 ਨਾਲ ਬੈਠੀਆਂ ਅੰਤਿਸ਼ਕਰਨ ਦੇ ਵਿੱਚ, ਜਾਂ 4 ਬੈਠੀਆਂ ਨਾਲ, ਜਦੋਂ 4 ਤੁਹਾਡੇ ਅੰਤਿਸ਼ਕਰਨ ਵਿੱਚ ਬੈਠੀਆਂ ਨਾ, ਤਾਂ ਵੇ ਚੌਂਕਾ ਪਵਿੱਤਰ ਕਿਵੇਂ ਰਹਿ ਗਿਆ? ਇਸ ਕਰਕੇ ਇਹ ਭਿੱਟਣ ਵਾਲੀਆਂ, ਅਪਵਿੱਤਰ ਕਰਨ ਵਾਲੀਆਂ 4 ਸ਼ਕਤੀਆਂ ਤੁਹਾਡੇ ਅੰਤਿਸ਼ਕਰਨ ਵਿੱਚ ਹਨ, ਜਿਹਦੇ ਵਿੱਚ ਦੱਸ ਦਿੱਤਾ ਵੀ ਕੁਬੁੱਧ ਹੈ, ਕਸੈਣ ਹੈ, ਚੂੜੀ ਹੈ ਤੇ ਕ੍ਰੋਧਨ ਬਿਰਤੀ ਹੈ। ਇਹ 4 ਬੈਠੀਆਂ ਜਦੋਂ ਨਾਲ ਨਾ, ਤੇ ਫਿਰ ਕਾਰੀ ਕਾਢੀ ਕਿਹਾ ਥੀ, ਕੀ ਹੋ ਜਾਏਗਾ ਲਕੀਰਾਂ ਕੱਢਣ ਦੇ ਨਾਲ। ਜਾਂ ਜਦੋਂ 4 ਤੁਹਾਡੇ ਅੰਤਿਸ਼ਕਰਨ ਦੇ, ਜਿੱਥੇ ਇਹ ਨਾਮ ਦਾ ਪਦਾਰਥ ਜਿਹੜਾ ਰੱਬ ਨੂੰ ਪ੍ਰਵਾਨ ਹੋਇਆ, ਠਾਕਰਾਂ ਨੂੰ ਭੋਗਤਾ ਉਹਦਾ ਲੱਗਣਾ, ਉਹ ਠਾਕਰਾਂ ਵਾਲੀ ਰਸੋਈ ਤਾਂ ਤੁਹਾਡਾ ਹਿਰਦਾ ਜਿਹੜਾ ਬਿਲਕੁਲ ਅਪਵਿੱਤਰ ਹੈ, ਤੇ ਆਏ ਦੇ ਨਾਲ ਤੁਸੀਂ ਪੱਥਰਾਂ ਦੀਆਂ ਮੂਰਤੀਆਂ ਦੇ ਅੱਗੇ ਭੋਗ ਲਵਾ ਕੇ ਆਪੇ ਆਪਣਾ ਦਿਲ ਸਰਸਾ ਕਰਦੇ ਹੋ, ਇਹਦੇ ਨਾਲ ਰੱਬ ਖੁਸ਼ ਨਹੀਂ ਹੋਣ ਲੱਗਾ। ਇਸ ਤਰ੍ਹਾਂ ਦੇ ਬਚਨ ਸਾਧ ਸੰਜੀਵ ਪੰਡਤਾਂ ਨੂੰ ਜਿਸ ਵੇਲੇ ਕਹੇ ਹੈ, ਇਹ ਬਚਨ ਸੁਣਨ ਤੋਂ ਬਾਅਦ ਉਹਨਾਂ ਦਾ ਮਨ ਜਿਹੜਾ ਫਿਰ ਦਰਬ ਗਿਆ, ਬਹੁਤ ਕਹਿਣ ਲੱਗੇ ਜੀ ਫਿਰ ਵਾਕਿਆ ਹੀ ਤੁਸੀਂ ਇਹ ਅੰਦਰ ਦੀ ਅਵਸਥਾ ਜਿਹੜੀ ਕਹੀ ਹੈ, ਇਹ ਕਮਜ਼ੋਰੀਆਂ ਤਾਂ ਹੈਗੀਆਂ ਸਾਡੇ। ਮਾਰੇ ਕਹਿੰਦੇ ਵੀ ਜਿਹੜਾ ਗਲਤੀ ਮੰਨ ਲਵੇ, ਅੱਧੀ ਮਾਫੀ ਤਾਂ ਉਸੇ ਵੇਲੇ ਹੋ ਜਾਂਦੀ ਹੈ ਵੀ ਜਦੋਂ ਉਹਨੇ ਗਲਤੀ ਮੰਨ ਲਈ। 50% ਤਾਂ ਫਿਰ ਉਹ ਸਮਝ ਲਓ ਵੀ ਸੁਧਰ ਗਿਆ ਨਾ, ਜੋ ਗਲਤੀ ਮੰਨ ਲਈ। ਸੁਧਰਦਾ ਉਹ ਨਹੀਂ ਜਿਹੜਾ ਗਲਤੀ ਮੰਨੇ, ਬਾਕੀ 50% ਆ ਉਹ ਫਿਰ ਅਗਲਾ ਤਰਸ ਕਰਕੇ ਮਾਫ ਵੀ ਕਰ ਦਿੰਦਾ ਵੀ ਗਾਹਾਂ ਤੋਂ ਨਾ ਕਰੀ। ਤੇ ਮਹਾਰਾਜ ਸਾਹਿਬ ਨੂੰ ਕਹਿਣ ਲੱਗੇ ਵੀ ਆਪ ਕਿਰਪਾ ਕਰਕੇ ਫਿਰ ਹੁਣ ਇਹ ਦੱਸੋ, ਅੱਜ ਤੱਕ ਸਾਨੂੰ ਕਿਸੇ ਨੇ ਨਹੀਂ ਦੱਸਿਆ, ਹੁਣ ਸਾਨੂੰ ਪ੍ਰਤੀਤ ਹੋ ਗਿਆ ਵੀ ਸਾਡੇ ਅੰਦਰ ਇਹ ਚੀਜ਼ਾਂ ਹੈਗੀਆਂ, ਇਹਦੇ ਸਾਡੇ 'ਚ ਕੁਬੁੱਧ ਵੀ ਹੈ ਤੇ ਕੁਦਇਆ ਵੀ ਹੈ, ਪਰ ਨਿੰਦਾ ਵੀ ਹੈ, ਕ੍ਰੋਧਨ, ਇਹ ਸਾਡੀ ਬਿਰਤੀ 'ਚ ਹੈਗੀਆਂ ਕਮਜ਼ੋਰੀਆਂ। ਤੇ ਹੁਣ ਸਵਾਲ ਇਸ ਗੱਲ ਦਾ ਵੀ ਇਹ ਨਿਵਰਤ ਕਿਵੇਂ ਹੋਣਗੀਆਂ? ਇਹ ਤੁਹਾਡੀ ਕਿਰਪਾ ਤੋਂ ਬਿਨਾਂ ਨਿਵਰਤ ਨਹੀਂ ਹੋਣੀਆਂ। ਆਪ ਕਿਰਪਾ ਕਰੋ ਵੀ ਉਹਨਾਂ ਦੀ ਨਿਵਰਤੀ ਦਾ ਸਾਧਨ ਦੱਸੋ। ਹੁਣ ਫਿਰ ਮਹਾਰਾਜ ਅਗਲੀ ਪੰਕਤੀ ਦੇ ਨਿਵਰਤੀ ਦਾ ਸਾਧਨ ਦੱਸਣਗੇ ਜੀ। ਸਚ ਸੰਜਮ ਕਰਨੀ ਕਾਰਾਂ। ਮਹਾਰਾਜ ਕਹਿੰਦੇ, ਹੇ ਬ੍ਰਾਹਮਣ ਦੇਵਤਿਓ, ਹੇ ਪੰਡਤੋ, ਪਹਿਲੀ ਗੱਲ ਹੈ ਵੀ ਅੱਜ ਤੋਂ ਨਿਯਮ ਧਾਰਨ ਕਰ ਲਓ ਵੀ ਝੂਠ ਕਦੀ ਨਹੀਂ ਬੋਲਣਾ, ਸੱਚ ਬੋਲਣਾ। ਤੇ ਦੂਸਰਾ ਵੀ ਸੰਜਮ ਕਰਨਾ ਹੈ। ਤੇ ਜਿਸ ਵੇਲੇ ਸੱਚ ਸੰਜਮ ਕਰਨੀ ਕਾਰਾਂ, ਭਗਤੀ ਰੂਪ ਕਰਨੀ ਦੀਆਂ ਕਾਰਾਂ ਲਕੀਰਾਂ ਕੱਢੋ। ਤੇ ਫਿਰ ਜਿਸ ਵੇਲੇ ਤੁਸੀਂ ਐਸਾ ਕਰੋਗੇ, ਨਾਵਣ ਨਾਉ ਜਪੇਹੀ, ਇਹਨੂੰ ਭਾਈ ਨਾਵਣ ਭਾਰਾ ਬੋਲਣਾ ਤੇ ਨਾਵਣ ਨਾ ਬਣ ਜਾਏ। ਸੁੱਧ ਪਾਠ ਜਿਵੇਂ ਸੁਣਿਆ ਇਸੇ ਤਰ੍ਹਾਂ ਕਰਨਾ। ਨਾਵਣ ਇਸ਼ਨਾਨ ਕਰੋ, ਕਿਹੜਾ? ਜਿਹੜਾ ਨਾਮ ਜਪਣਾ, ਨਾਮ ਪਰਮੇਸ਼ਰ ਦਾ ਜਿਹੜਾ ਨਾਮ ਜਪਣਾ ਨਾ, ਜਪੇ ਹੀ ਜਪਣਾ ਕਰਨਾ, ਇਹੀ ਇਸ਼ਨਾਨ ਕਰਨਾ। ਇਹਨਾਂ ਨਾਲ ਇਹਨਾਂ ਦੀ ਨਿਵਰਤੀ ਹਿਰਦੇ ਰੂਪੀ ਚੌਂਕਾ ਪਵਿੱਤਰ ਹੋ ਜਾਏਗਾ। ਬਸ ਆਹੀ ਸਾਧਨ ਹੈ। ਮਹਾਰਾਜ ਸਾਹਿਬ ਨੇ ਕਿਹਾ, ਇਹ ਪੰਡਤੋ, ਸੱਚ ਬੋਲਣ ਕਰਕੇ ਖੋਟੀ ਬੁੱਧ ਜਿਹੜੀ ਡੂਮਣੀ ਹੈ ਇਹ ਪਵਿੱਤਰ ਹੋ ਜਾਊਗੀ। ਤੇ ਸੰਜਮ ਇੰਦਰੀਆਂ ਦਾ ਦਮਨ ਕਰਨਾ ਜਿਹੜਾ, ਇਹਦੇ ਨਾਲ ਖੋਟੀ ਜਿਹੜੀ ਕੁਦਇਆ ਹੈ, ਉਹ ਕਸੈਣ ਜਿਹੜੀ ਹੈ ਉਹ ਸੁੱਧ ਹੋ ਜਾਊਗੀ। ਕਰਨੀ ਭਗਤੀ ਰੂਪੀ ਕਾਰ ਕਰਕੇ ਪਰਾਈ ਨਿੰਦਿਆ ਰੂਪੀ ਮੈਲ ਜਿਹੜੀ ਇਕੱਠੀ ਕਰਦੇ ਸੀ, ਉਹ ਭੰਗਣਾ ਜਿਹੜੀ ਉਹ ਹਿਰਦੇ ਦੇ ਵਿੱਚ ਤੁਹਾਡੇ ਬੈਠੀ ਅਪਵਿੱਤਰ ਕਰ ਰਹੀ ਹੈ, ਉਹ ਠੀਕ ਹੋ ਜਾਊਗੀ। ਚੂੜੀ ਜਿਹੜੀ ਤੇ ਨਾਮ ਜਪਣ ਦਾ ਇਸ਼ਨਾਨ ਕਰਨ ਤੇ ਜਿਹੜੀ ਕ੍ਰੋਧ ਰੂਪ ਚੰਡਾਲਣ ਹੈ ਤੁਹਾਡੇ ਹਿਰਦੇ ਵਿੱਚ, ਜਿਹੜੇ ਚੌਕੇ ਨੂੰ ਅਪਵਿੱਤਰ ਕਰਦੀ ਹੈ, ਇਹਦੇ ਨਾਲ ਉਹ ਵੀ ਪਵਿੱਤਰ ਹੋ ਜਾਏਗੀ। ਇਹ ਤੁਹਾਡੇ ਅੰਤਿਸ਼ਕਰਨ ਦੇ ਰਸੋਈ ਵਾਲੇ ਸਥਾਨ ਜਿੱਥੇ ਰੱਬ ਦੀ ਰਸੋਈ ਤਿਆਰ ਕਰਨੀ ਹੈ, ਇਹ ਚੌਂਕਾ ਪਵਿੱਤਰ ਹੋ ਜਾਏਗਾ ਅੰਤਿਸ਼ਕਰਨ ਦਾ। ਇਹ ਐਸੇ ਵਿਰੋਧੀ ਜਿਹੜੀਆਂ ਤੁਹਾਡੀਆਂ ਬਿਰਤੀਆਂ ਨਿਕਲ ਜਾਣਗੀਆਂ। ਨਾਨਕ ਅੱਗੇ ਊਤਮ ਸੇ, ਸਤਿਗੁਰੂ ਮਹਾਰਾਜ ਕਹਿੰਦੇ, ਸਹੀ ਉਹ ਪੁਰਖੀ ਅੱਗੇ। ਅੱਗੇ ਕੀ ਹੈ? ਪਰਲੋਕ। ਅੱਗਾ ਪਰਲੋਕ ਹੈ। ਕਹਿੰਦੇ, ਫਲਾਨਿਆ ਤੂੰ ਹੁਣ ਤਾਂ ਅੱਗਾ ਸਵਾਰ ਲੈ, ਜਿੱਥੇ ਜਾਣਾ। ਮੂਹਰੇ ਆ ਰਿਹਾ ਜਿਹੜਾ, ਅੱਗਾ ਨੇੜੇ ਆ ਗਿਆ, ਪਿੱਛਾ ਰਿਹਾ ਦੂਰ। ਇਹ ਤਾਂ ਪਿੱਛੇ ਰਹਿ ਗਿਆ ਨਾ ਜਿਹੜੀ ਉਮਰ ਹੈ। ਉਹ ਪਰਲੋਕ ਦਰਗਾਹ ਦਾ ਨਾਮ ਹੈ।
ਨਾਨਕ ਅੱਗੇ ਊਤਮ ਸੇ, ਅੱਗੇ ਫਿਰ ਉਹੀ ਪਵਿੱਤਰ ਮੰਨੇ ਜਾਣਗੇ ਜੇ ਪਾਪਾਂ ਪੰਧ ਨਾ ਦੇਹੀ, ਉਹ ਸ੍ਰੇਸ਼ਟ ਮੰਨੇ ਜਾਣਗੇ। ਜੇ ਜਿਹੜੇ ਪਾਪਾਂ ਦੀ ਪੰਧ ਦੇ ਦੋ ਤਿੰਨ ਅਰਥ ਨੇ। ਪੰਧ ਨਾਮ ਸਿੱਖਿਆ ਦਾ ਵੀ ਹੁੰਦਾ, ਜਿਹੜੀ ਇਸ ਤਰ੍ਹਾਂ ਦੇ ਪਾਪਾਂ ਦੀ ਸਿੱਖਿਆ ਨਹੀਂ ਅੱਗੇ ਦਿੰਦੇ, ਜਿਵੇਂ ਤੁਸੀਂ ਅੱਗੇ ਪਖੰਡ ਦੀ ਪਾਪਾਂ ਦੀ ਸਿੱਖਿਆ ਦਿੰਦੇ ਹੋ, ਅਥਵਾ ਜਿਹੜੇ ਪਾਪਾਂ ਦੇ ਪੰਧ ਨਾਮ ਰਸਤੇ ਦਾ ਚੱਲਣ ਵਾਲੇ ਨੂੰ ਪੰਧ ਹੀ ਕਹਿੰਦੇ ਆ। ਮਾਰਗ ਦਾ ਨਾਮ ਹੈ, ਰਸਤੇ ਦਾ ਨਾਮ ਹੈ। ਤੇ ਰਸਤੇ ਦੇ ਵਿੱਚ ਪੰਧ ਰਸਤੇ 'ਚ ਮਨ ਦੇ ਸੰਕਲਪਾਂ ਰੂਪੀ ਪੈਰ ਚੱਲਣ ਨਹੀਂ ਦਿੰਦੇ। ਜਿਹੜੇ ਪਾਪਾਂ ਪੰਧ ਨਾ ਦੇਈ, ਮਨ ਦਾ ਸੰਕਲਪ ਵਿਕਲਪ ਜਿਹੜਾ ਚੱਲਦਾ ਹੈ, ਇਹ ਮਨ ਇੱਕ ਆਪਣਾ ਵਜੂਦ ਵੱਖਰਾ ਰੱਖਦਾ ਹੈ। ਮਨ ਦੇ ਕੋਲ ਆਪਣੇ ਹੱਥ ਜਿਨ੍ਹਾਂ ਨਾਲ ਫੜਦਾ ਹੈ, ਮਨ ਕੋਲ ਆਪਣੇ ਪੈਰ ਜਿਨ੍ਹਾਂ ਨਾਲ ਤੁਰਦਾ ਹੈ, ਮਨ ਕੋਲ ਆਪਣੀਆਂ ਅੱਖਾਂ ਜਿਨ੍ਹਾਂ ਨਾਲ ਵੇਖਦਾ, ਮਨ ਕੋਲ ਆਪਣੇ ਕੰਨ ਜਿਨ੍ਹਾਂ ਨਾਲ ਸੁਣਦਾ। ਉਹ ਸਭ ਕੁਝ ਅੰਤਰੀ ਭਾਵ ਦੇ ਸਭ ਕੁਝ ਉਹਦੇ ਕੋਲ। ਉਹ ਸੰਕਲਪ ਵਿਕਲਪ ਰੂਪੀ ਪੈਰਾਂ ਦੇ ਨਾਲ ਇਹ ਪਾਪਾ ਰੂਪੀ ਪੰਧ ਨਾ ਦੇ, ਨਹੀਂ ਪੈਰ ਕਦਮ ਵੀ ਨਹੀਂ ਰੱਖਦੇ ਬੁਰੇ ਪਾਸੇ ਨੂੰ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਅਸਰ ਐਸਾ ਹੋਇਆ, ਉਹ ਬ੍ਰਾਹਮਣ ਜਿਹੜੇ ਪਖੰਡ ਕਰਨ ਵਾਲੇ ਸੀ ਸੁਧਰ ਗਏ। ਸਤਿਗੁਰੂ ਪਾਤਸ਼ਾਹ ਦੇ ਬਚਨਾਂ ਸੁਣ ਕੇ ਉਹਨਾਂ ਦੀ ਲਿਵ ਲੱਗ ਗਈ। ਹੁਣ ਜਿਹੜੀ ਬਿਰਤੀ ਫਿਰਦੀ ਸੀ ਪਹਿਲਾਂ, ਕਦੇ ਦਿੱਲੀ ਲੋਟੇ ਖਰੀਦੀ ਫਿਰਦੀ, ਕਦੇ ਲਾਹੌਰ ਫਿਰਦੀ ਸੀ, ਕਿਤੇ ਤ੍ਰਿਵੇਣੀ ਔਰ ਕਿਤੇ ਮਥੁਰਾ, ਕਿਤੇ ਆਲੇ ਦੁਆਲੇ, ਇਹ ਸਾਰੀ ਜਗ੍ਹਾ ਦਵਾਰਕਾ ਆਦਿ ਫਿਰਦੀ ਬਿਰਤੀ, ਥਾਂ ਪਤਾ ਨਹੀਂ ਕਿੱਥੇ ਕਿੱਥੇ। ਉਹ ਸਭ ਨੂੰ ਫੜ ਲਿਆ ਸੀ ਮਹਾਰਾਜ ਨੇ, ਤੇਰੀ ਬਿਰਤੀ ਫਲਾਣੀ ਤਾਂ ਤੇਰੀ ਫਲਾਣੀ। ਤੇ ਹੁਣ ਕੀ ਹੋਇਆ, ਲਿਵ ਲੱਗ ਗਈ। ਸਾਚੀ ਲਿਵੇ ਬਿਨ ਦੇਹ ਮਾਣੀ, ਲਿਵ ਐਸੀ ਲੱਗੀ ਤੇ ਹੁਣ ਮਾਲਾ ਦੀ ਵੀ ਲੋੜ ਨਾ ਰਹੀ। ਉਹ ਬਿਰਤੀ ਲਾ ਕੇ ਦੇਖ ਕੇ ਤੇ ਮਹਾਰਾਜ ਸਾਹਿਬ ਜੀ ਦੇ ਇਸ ਕਰਤੂ ਨੂੰ ਮਰਦਾਨਾ ਬੜਾ ਜਾਣੂ ਹੈ, ਰੋਜ਼ ਦਾ ਨਾਲ ਫਿਰਨ ਵਾਲਾ ਹੈ। ਤੇ ਭਾਈ ਮਰਦਾਨਾ ਬੋਲ ਉੱਠਿਆ, ਕਹਿੰਦਾ ਗਰੀਬ ਨਵਾਜ਼, ਆਪ ਜੀ ਨੇ ਤਾਂ ਬੜੀ ਕਿਰਪਾ ਹੀ ਕਰ ਦਿੱਤੀ ਹੈ। ਤੇ ਮਹਾਰਾਜ ਇਹ ਕੀ ਖੇਡ ਵਰਤਾ ਦਿੱਤੀ, ਇਹ ਤਾਂ ਬਗਲੇ ਸੀ। ਇਹ ਉੱਤੋਂ ਬ੍ਰਾਹਮਣ ਚਿੱਟੀਆਂ ਧੋਤੀਆਂ ਬੰਨੀ ਫਿਰਦੇ ਆ, ਇਹ ਤਾਂ ਬਗਲੇ ਸੀ, ਡੱਡਾਂ ਖਾਣ ਵਾਲੇ, ਜਜਮਾਨਾਂ ਦੀ ਮਾਇਆ ਲੁੱਟਣ ਵਾਲੇ। ਇਹ ਬਗਲੇ ਥੋੜੇ ਸਮੇਂ 'ਚ ਹੰਸ ਬਣਾਤੇ ਤੁਸੀਂ ਤਾਂ ਸੀ, ਇਹ ਬਗਲੇ ਹੰਸ ਬਣਾਤੇ ਮਹਾਰਾਜ। ਤੇ ਮਹਾਰਾਜ ਸਾਹਿਬ ਜੀ ਨੂੰ ਇਹ ਭਾਈ ਮਰਦਾਨੇ ਨੇ ਜਦੋਂ ਕਿਹਾ ਤਾਂ ਸਤਿਗੁਰੂ ਮਹਾਰਾਜ ਕਹਿੰਦੇ, ਮਰਦਾਨਿਆ ਇਹਦਾ ਅਸੀਂ ਉੱਤਰ ਦਿੰਨੇ ਆ ਵੀ ਤੂੰ ਤਾਂ ਬਗਲਿਆਂ ਤੋਂ ਹੰਸ ਦੀ ਗੱਲ ਕਰਦਾ ਹੈ। ਜੇ ਅਕਾਲ ਪੁਰਖ ਵਾਹਿਗੁਰੂ ਨੂੰ ਭਾਜ ਬਈ ਤਾਂ ਇਦੋਂ ਵੀ ਗਾਹਾਂ ਕਰਕੇ ਦਿਖਾ ਦਿੰਦਾ, ਇਹ ਤਾਂ ਗੱਲ ਛੋਟੀ ਹੋਈ ਹੈ। ਉਹ ਮਹਾਰਾਜ ਕੀ ਆ, ਫਿਰ ਮਰਦਾਨੇ ਪ੍ਰਤੀ ਅਗਲਾ ਮਹੱਲਾ ਉਚਾਰਨ ਕਰਦੇ ਨੇ। ਜੇ ਮਹੱਲਾ ਪਹਿਲਾ, ਇਹ ਪਹਿਲੇ ਸਰੂਪ ਦੇ ਅੰਦਰ ਇਹ ਬਾਣੀ ਮਹੱਲੇ ਦੀ ਉਚਾਰਨ ਕੀਤੀ ਹੈ। ਮਹਾਰਾਜ ਫਰਮਾਉਂਦੇ ਹਨ, ਕਿਆ ਹੰਸ ਕਿਆ ਬਗਲਾ। ਮਹਾਰਾਜ ਕਹਿੰਦੇ, ਮਰਦਾਨਿਆਂ ਕੀ ਹੈ ਹੰਸ, ਕੀ ਹੈ ਬਗੁਲਾ। ਇਹ ਗੱਗੀ ਦੇ ਔਂਕੜ ਦਾ ਵੀ ਭਾਈ ਧਿਆਨ ਰੱਖੋ, ਸੰਪਰਦਾ 'ਚ ਬੋਲੇ ਜਾਂਦੇ ਆ, ਪੋਥੀਆਂ ਵਾਲਿਆਂ ਨੂੰ ਖਾਸ ਕਰਕੇ। ਮਹਾਰਾਜ ਸਾਹਿਬ ਕਹਿੰਦੇ, ਭਾਈ ਹੰਸ ਕੀ ਤੇ ਬਗਲਾ ਕੀ ਹੈ। ਮਹਾਰਾਜ ਸਾਹਿਬ ਕਹਿੰਦੇ, ਜਿਵੇਂ ਬਗਲੇ ਬਾਹਰੋਂ ਚਿੱਟੇ ਖੰਭ ਹੁੰਦੇ ਨੇ, ਉਹਨਾਂ ਦੇ ਅੰਦਰ ਪਖੰਡ ਹੁੰਦਾ ਹੈ, ਕਿਉਂਕਿ ਡੱਡੀਆਂ ਮੱਛੀਆਂ ਖਾਂਦੇ ਆ। ਉਹ ਐ ਨੇਤਰ ਬੰਦ ਕਰ ਲੈ, ਇੱਕ ਲੱਤ ਦੇ ਭਾਰ ਖੜੇ ਜਾਂਦੇ ਆ। ਇਸੇ ਕਰਕੇ ਫਿਰ ਇਹਨੂੰ ਬਗਲ ਸਮਾਧੀ ਕਿਹਾ ਜਾਂਦਾ, ਬਗਲੀ ਦੀ ਸਮਾਧੀ। ਉਹ ਸਮਾਧੀ ਰੱਬ ਨੂੰ ਮਿਲਣ ਵਾਸਤੇ ਨਹੀਂ ਬਗਲਾ ਲਾਉਂਦਾ, ਉਹ ਸ਼ਿਕਾਰ ਵਾਸਤੇ ਲਾਉਂਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਪਖੰਡ ਵਾਸਤੇ ਸਮਾਧੀਆਂ ਜਿਹੜੀਆਂ ਲਾਉਣੀਆਂ, ਤੇ ਬਾਹਰੋਂ ਸੰਧਿਆ ਤਰਪਣ ਗਾਇਤਰੀ ਦਾ ਜਾਪ ਇਹ ਕਰਮ ਕਰਦੇ ਹੋ, ਪਰ ਵਿਸ਼ਿਆਂ ਦੇ ਪਦਾਰਥਾਂ ਦੀ ਵਾਸ਼ਨਾ ਰੂਪ ਡੱਡੀਆਂ ਫੜਨ ਵਾਸਤੇ ਇਹ ਬਗਲਿਆਂ ਦੀ ਨਿਆਈ ਦੰਭੀ ਪਖੰਡੀ ਪੁਰਸ਼ਾਂ ਦਾ ਜਿਹੜਾ ਕਰਤੱਵ ਹੈ। ਤੇ ਉਹਨਾਂ ਨੂੰ ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਹੰਸ ਤਤਵੇ ਤੇ ਮਹਾਤਮਾ ਦੇ ਰੂਪ ਤੇ ਹੰਸ ਬਣਾ ਦਿੱਤਾ। ਮਹਾਰਾਜ ਕਹਿੰਦੇ, ਜੇ ਇਹ ਹੰਸ ਬਣਾਤਾ ਤਾਂ ਕੀ ਹੋ ਗਿਆ ਮਰਦਾਨਿਆਂ, ਇਹ ਵਾਹਿਗੁਰੂ ਪਰਮੇਸ਼ਰ ਦੀ ਨਜ਼ਰ ਜਾਣ। ਜਾ ਕੋ ਨਜ਼ਰ ਕਰੇ, ਜਿਹਦੇ ਉੱਤੇ ਵਾਹਿਗੁਰੂ ਦੀ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ, ਉਹ ਪਾਪੀ ਬੰਦਾ ਵੀ ਤਤਵੇਤਾ ਬਣ ਜਾਂਦਾ ਹੈ, ਉਹ ਬਗਲੇ ਤੋਂ ਹੰਸ ਬਣ ਜਾਂਦਾ ਹੈ। ਇਹ ਮਹਾਰਾਜ ਨਹੀਂ ਕਹਿੰਦੇ ਵੀ ਮੈਂ ਬਣਾ ਦਿੱਤਾ। ਦੇਖੋ, ਇਹ ਵੀ ਇੱਕ ਢੰਗ ਤਰੀਕਾ ਉਪਦੇਸ਼ ਦੇਣ ਦਾ, ਜੋ ਕੁਛ ਕਰਿਆ ਨਿਰੰਕਾਰ ਨੇ ਕੀਤਾ ਹੈ।
ਜਿਹਦੇ ਪਰਮੇਸ਼ਰ ਕਿਰਪਾ ਨਦਰ ਕਰ ਦਿੰਦਾ, ਉਹ ਭਗਤੀ ਗਿਆਨ ਦੇ ਮਾਰਗ ਤੇ ਭਾਈ ਪੈ ਜਾਂਦਾ। ਮਰਦਾਨਿਆਂ, ਇਹ ਨਿਰੰਕਾਰ ਨੇ ਕੋਈ ਖੇਡ ਰਚ ਦਿੱਤੀ ਹੈ। ਜੋ ਤਿਸ ਭਾਵੈ ਨਾਨਕਾ, ਮਹਾਰਾਜ ਕਹਿੰਦੇ ਜਿਹੜਾ ਤਿਸ ਉਸ ਵਾਹਿਗੁਰੂ ਨੂੰ ਭਾਵੈ, ਭਾ ਜਾਵੇ, ਚੰਗਾ ਲੱਗੇ ਉਸ ਨੂੰ, ਵਾਹਿਗੁਰੂ ਪਰਮੇਸ਼ਰ ਨੂੰ ਜਿਹੜੀ ਕੰਮ ਉਹਨੂੰ ਕਰਤਵ ਚੰਗਾ ਲੱਗੇ ਵੀ ਆਹ ਮੈਂ ਕਰਨਾ, ਉਹਨੂੰ ਰੋਕ ਥੋੜੀ ਸਕਦਾ ਕਿ ਵੀ ਐਂ ਕਿਉਂ ਕਰਨਾ। ਇਸ ਕਰਕੇ ਕੋਈ ਨਹੀਂ ਉਹਨੂੰ ਕਹਿ ਸਕਦਾ ਕਿ ਇਉਂ ਕਿਉਂ ਕੀਤਾ ਤੇ ਕਿਉਂ ਕਰ ਰਿਹਾ। ਇਸੇ ਕਰਕੇ ਉਹ ਗ੍ਰੰਥਾਂ 'ਚ ਬੜੇ ਪ੍ਰਮਾਣ ਲੱਗਦੇ ਆ। ਕਹਿੰਦੇ ਪਰਮੇਸ਼ਰ ਵੀ ਤੂੰ ਬੜਾ ਬੇਅੰਤ ਹੈ, ਤੇ ਪਲ ਦੇ ਵਿੱਚ ਹੀ, ਪਲ ਵਿੱਚ ਚਿੜੀ ਤਿਹਾਈ ਮਰਦੀ। ਇੱਕ ਚਿੜੀ ਨੂੰ ਇੰਨੀ ਇੱਕ ਬੂੰਦ ਪਾਣੀ ਦੀ ਨਹੀਂ ਮਿਲਦੀ। ਪਲ ਵਿੱਚ ਕਰਦਾ ਜਲ ਤੋਂ ਥਲ ਹੜ੍ਹ ਆ ਜਾਂਦੇ ਨੇ। ਪਲ ਵਿੱਚ ਸਿੰਘ ਰਣਾ ਵਿੱਚ ਗੱਜਦੇ, ਪਲ ਵਿੱਚ ਸਿੰਘ ਬਣਾ ਵਿੱਚ ਗੱਜਦੇ, ਪਲ ਵਿੱਚ ਸੰਗਲ ਖੜਕਣ ਗਲ ਸਰਕਸਾਂ 'ਚ ਲਈ ਫਿਰਦੇ ਨੇ। ਪਲ ਵਿੱਚ ਸੂਰੇ ਰਣਾ ਵਿੱਚ ਲੜਦੇ, ਪਲ ਵਿੱਚ ਲੋਥਾਂ ਆਵਣ ਘਰ, ਪਲ ਵਿੱਚ ਸਈਆਂ ਸੀਸ ਗੁੰਦਾਏ, ਪਲ ਵਿੱਚ ਜ਼ੁਲਫਾਂ ਲਟਕਣ ਗਲ। ਵਜੀਦਾ ਕੌਣ ਕਹੇ ਸਾਈਂ ਨੂੰ ਇਉਂ ਨਾ ਇੰਜ ਕਰ। ਹੈ ਕੋਈ ਇਹਨੂੰ ਕਹਿਣ ਵਾਲਾ ਵੀ ਐਂ ਨਾ ਕਰਿਆ ਕਰ ਰੱਬਾ, ਐਂ ਕਰਿਆ ਕਰ। ਤੋ ਇਸ ਕਰਕੇ ਇਕਨਾਂ ਦੇ ਕਰ ਪੁੱਤ, ਪੁੱਤਾਂ ਕਰ ਪੋਤਰੇ, ਇਤਨਾਂ ਦੇ ਕਰ ਧੀ, ਧੀਆਂ ਕਰ ਦੋਤਰੇ। ਉਹ ਇਕਨਾਂ ਦੇ ਕਰ ਇੱਕ, ਉਹ ਵੀ ਜਾਏ ਮਰ। ਵਜੀਦਾ ਕੌਣ ਕਹੇ ਸਾਹਿਬ ਨੂੰ ਇਉਂ ਨਾ ਇੰਜ ਕਰ। ਕਹਿ ਸਕਦਾ ਕੋਈ? ਇਹ ਪਰਮੇਸ਼ਰ ਵਾਹਿਗੁਰੂ ਦੀ ਜੋ ਉਸ ਨੂੰ ਭਾਵੇ ਉਹ ਹੁੰਦਾ ਹੈ, ਉਹਦੇ ਉੱਪਰ ਕਿੰਤੂ ਨਹੀਂ ਹੈ। ਜੋ ਤਿਸ ਭਾਵੈ ਨਾਨਕਾ, ਜੇ ਉਹਨੂੰ ਭਾ ਗਿਆ ਹੈ ਮਰਦਾਨਿਆਂ, ਗਾਗਹੁ ਹੰਸ ਕਰੇ। ਉਹ ਭਾਈ ਇਹ ਤਾਂ ਬਗਲਿਆਂ ਤੋਂ ਹੰਸ ਦੀ ਗੱਲ ਹੋਈ ਹੈ। ਉਹ ਤਾਂ ਵਾਹਿਗੁਰੂ ਤਾਂ ਕਾਗਾਂ ਨੂੰ ਹੰਸ ਬਣਾ ਸਕਦਾ ਹੈ। ਅੰਮ੍ਰਿਤਸਰ ਸਾਹਿਬ ਦੀ ਸਾਖੀ ਜਿਹੜੀ ਹੈ, ਅੰਮ੍ਰਿਤਸਰ ਦੇ ਤਾਂ ਪ੍ਰਗਟ ਹੋਣ ਦੀ ਸਾਖੀ ਹੋਈ ਹੈ। ਬੀਬੀ ਰਜਨੀ ਦਾ ਕੋੜਾ ਪਤੀ ਸੀ ਜਿਹੜਾ, ਜਿਹਨੂੰ ਚੱਕੀ ਫਿਰਦੀ ਸੀ ਵਿਚਾਰੀ, ਰਾਜੇ ਦੀ ਧੀ, ਦੁਨੀ ਚੰਦ ਦੀ ਪੁੱਤਰੀ। ਤਾਂ ਉੱਥੇ ਮਹਾਰਾਜ ਨੇ ਕਲਾਈਵਰ ਦੀ ਉਹ ਕਾਂ ਨੇ ਇਸ਼ਨਾਨ ਕਰਕੇ ਹੰਸ ਦਾ ਰੂਪ ਵਿਖਾ ਦਿੱਤਾ। ਤਾਂ ਉਸ ਵੇਲੇ ਫਿਰ ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿਤ ਨਾਤੇ ਕਊਆ ਹੰਸ ਹੋਏ। ਮਰਦਾਨਿਆਂ, ਜੇ ਵਾਹਿਗੁਰੂ ਨੂੰ ਪਾ ਜਾਵੇ, ਕਾਗਾ ਨੂੰ ਹੰਸ ਬਣਾ ਦਿੰਦਾ, ਤੇ ਬਗਲਿਆਂ ਨੂੰ ਤਾਂ ਭਾਈ ਬਣਾਉਣਾ ਉਹਦਾ ਤਾਂ ਖੰਭ ਪਹਿਲਾਂ ਹੀ ਚਿੱਟੇ। ਇਹਨੂੰ ਹੁਣ ਸਮਝਣ ਦੀ ਲੋੜ ਹੈ। ਬਗਲਾ ਜਿਹੜਾ ਹੈ ਉਹ ਅੰਦਰ ਤੋਂ ਮੈਲਾ ਹੁੰਦਾ ਹੈ, ਬਾਹਰ ਤੋਂ ਤਾਂ ਚਿੱਟਾ ਹੈ ਬਿਲਕੁਲ। ਦੁੱਧ ਨਾਲੋਂ ਵੀ ਚਿੱਟਾ ਲੱਗਦਾ ਹੈ, ਦੁੱਧ ਵਰਗਾ ਚਿੱਟਾ ਕਹਿ ਲਓ ਚਲੋ। ਪਰ ਜਿਹੜਾ ਕਾਂ ਹੈ ਉਹ ਤਾਂ ਬਾਹਰੋਂ ਵੀ ਕਾਲਾ ਹੈ, ਅੰਦਰ ਤੋਂ ਵੀ ਕਾਲਾ ਹੈ, ਗੰਦਗੀ ਖਾਂਦਾ ਹੈ, ਬਿਸਟਾ ਖਾਂਦਾ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਇਉਂ ਕੀ ਹੋ ਗਿਆ। ਕਹਿੰਦੇ ਜੇ ਬਗਲਿਆਂ ਦੀ ਨਿਆਈ ਜਿਹੜੇ ਪਖੰਡੀਆਂ ਨੂੰ ਹੰਸ ਰੂਪ ਤਤਵੇ ਤੇ ਬਣਾ ਦਿੱਤਾ, ਪਰ ਜੇਕਰ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਉਹਨਾਂ ਨੂੰ ਭਾਈ ਭਾ ਜਾਵੇ ਵਾਹਿਗੁਰੂ ਨੂੰ, ਤਾਂ ਕਾਵਾਂ ਦੀ ਨਿਆਈ ਜਿਹੜੇ ਅੰਦਰ ਤੋਂ ਵਿਸ਼ਿਆਂ ਵਾਲੇ ਤੇ ਬਾਹਰ ਤੋਂ ਵੀ ਪਾਪਾਂ ਵਾਲੇ ਨਿੰਦਿਆ ਰੂਪੀ ਬਿਸਟਾ ਖਾਂਦੇ ਐ, ਤੇ ਬਾਹਰ ਤੋਂ ਪਾਪਾਂ ਅਵਿਦਿਆ ਦੀ ਕਾਲਸ ਕਰਕੇ ਕਾਲੇ ਨੇ, ਉਹ ਵੀ ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਤਤ ਵੇ ਤੇ ਹੰਸ ਬਣਾ ਦਿੰਦਾ ਪਰਮੇਸ਼ਰ। ਜਿਸ ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਪਰਮੇਸ਼ਰ ਦੀ ਜੋ ਤਿਸ ਭਾਵੈ ਨਾਨਕਾ, ਜੇ ਵਾਹਿਗੁਰੂ ਨੂੰ ਭਾਵੇ ਤਾਂ ਬੰਦਾ ਨਹੀਂ ਕੋਈ ਕਰ ਸਕਦਾ ਮਰਦਾਨਿਆਂ। ਨਹੀਂ ਤਾਂ ਦੇਖੋ, ਕਾਗੋਂ ਹੋਏ ਨਾ ਉਜਲਾ, ਲੋਹਿਓ ਨਾਵ ਨਾ ਪਾਰ, ਪਿਰਮ ਪਦਾਰਥ ਮਨ ਲੈ ਧਨ ਸਵਾਰਨ ਹਾਰ, ਹੁਕਮ ਪਛਾਣੇ ਉਜਲਾ, ਸਿਰ ਕਾਸ਼ਟ ਲੋਹਾ ਪਾਰ। ਇਹ ਪ੍ਰਮਾਣ ਦਿੱਤੇ ਹਨ ਜੀ। ਪੌੜੀ ਅੱਗੇ ਮਹਾਰਾਜ ਸਾਹਿਬ ਜੀ ਪੌੜੀ ਉਚਾਰਨ ਕਰਦੇ ਨੇ ਜੀ। ਕੀਤਾ ਲੋੜੀਆ ਕੰਮ। ਤੇ ਮਹਾਰਾਜ ਸਾਹਿਬ ਨੇ ਇਹ ਹੁਣ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹੈ, ਕਿਉਂਕਿ ਚੌਥੇ ਮਹੱਲੇ ਦੀ ਚੌਥੇ ਸਰੂਪ ਦੀ ਵਾਰ ਹੈ ਜਿਹੜੀ ਸ੍ਰੀ ਰਾਗ ਦੀ, ਜਿਹੜੀ ਅੱਜ ਸਮਾਪਤ ਹੋਣੀ। ਮਹਾਰਾਜ ਕਹਿੰਦੇ ਆਪਣੇ ਗੁਰਸਿੱਖਾਂ ਨੂੰ, ਪੂਰੀ ਮਨੁੱਖ ਜਾਤੀ ਨੂੰ ਉਪਦੇਸ਼ ਦਿੰਦੇ ਹੈ। ਕਹਿੰਦੇ ਭਾਵੇਂ ਤੁਸੀਂ ਹੋ ਗ੍ਰਸਤ ਦੇ ਵਿੱਚ, ਭਾਵੇਂ ਤੁਸੀਂ ਹੋ ਗ੍ਰਸਤ ਤੋਂ ਬਾਹਰ ਬਿਹੰਗਮ ਲੈਣ ਦੇ ਵਿੱਚ, ਵੀ ਜਿਹੜਾ ਵੀ ਕੋਈ ਕੰਮ ਤੁਸੀਂ ਕਰਨਾ ਚਾਹੁੰਦੇ ਹੋ, ਕੀਤਾ ਨਾਮ ਹੈ ਕਰਨ ਦਾ, ਲੋੜੀਏ ਨਾਮ ਦਾ ਚਾਹਣ ਦਾ।
ਕੰਮ ਨਾਮ ਹੈ ਕਰਤਵ ਦਾ। ਜਿਹੜਾ ਵੀ ਕੋਈ ਕੰਮ ਕਰਨਾ ਚਾਹੁੰਦੇ ਹੋ, ਵੀ ਕੰਮ ਨੂੰ ਆਰੰਭ ਕਰਨ ਤੋਂ ਪਹਿਲਾਂ ਇੱਕ ਮਰਿਆਦਾ ਹੈ ਮਨੁੱਖ ਜਾਤੀ ਵਾਸਤੇ, ਪਸ਼ੂ ਵਾਸਤੇ ਨਹੀਂ ਹੈਗੀ ਮਰਿਆਦਾ। ਜਦੋਂ ਮਰਜੀ ਜਿਵੇਂ ਮਰਜੀ ਜੋ ਮਰਜੀ ਕਰਮ ਕਰੇ, ਸ਼ਿਕਾਰ ਆ ਗਿਆ ਨੱਠ ਕੇ ਉਹਨੂੰ ਪੈ ਗਿਆ, ਤੇ ਕੁੱਤੇ ਵੇਲੇ ਜਦੋਂ ਵੀ ਕੋਈ ਚੀਜ਼ ਮਿਲ ਗਈ ਮੂੰਹ ਮਾਰਨ ਲੱਗ ਗਏ, ਜਾਨਵਰ ਜਦੋਂ ਮਰਜੀ ਬੋਲਣ ਲੱਗ ਜਾਗੇ, ਉਹਨਾਂ ਵਾਸਤੇ ਨਹੀਂ ਵਿਧਾਨ, ਮਨੁੱਖ ਜਾਤੀ ਵਾਸਤੇ। ਕੀ ਜਦ ਵੀ ਤੈਂ ਕੋਈ ਕੰਮ ਕਰਨਾ ਹੈ, ਕੀਤਾ ਲੋੜੀਏ ਕੰਮ, ਕੰਮ ਕਰਨ ਤੋਂ ਪਹਿਲਾਂ ਇੱਕ ਕਰਤਵ ਕਰੇਗਾ, ਨਹੀਂ ਤਾਂ ਫਿਰ ਮਨੁੱਖ ਨਹੀਂ, ਫਿਰ ਤਾਂ ਤੂੰ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ। ਕੀ ਕਰਨਾ ਹੈ? ਹਰ ਕੰਮ ਦੇ ਆਰੰਭ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਇੱਕ ਮਰਿਆਦਾ ਬੰਨ੍ਹ ਦਿੱਤੀ ਹੈ, ਤੇ ਆਹ ਕਰਮ ਕਰਨਾ ਹੈ। ਸੋ ਹਰ ਪਹਿ ਆਖੀਐ, ਸੋ ਉਹ ਉਸ ਕੰਮ ਦੇ ਲਈ ਜਿਹੜਾ ਕੰਮ ਆਰੰਭ ਕਰਨਾ ਹੈ, ਹਰੀ ਪਰਮੇਸ਼ਰ ਦੇ ਪਾਸ ਆਖੀਐ। ਕਹਿਣਾ ਕਰੀਏ, ਭਾਵ ਕੀ ਹੈ? ਪਰਮੇਸ਼ਰ ਦੇ ਅੱਗੇ ਅਰਦਾਸ ਕਰੀਏ ਕਿ ਆਹ ਕਰਮ ਮੈਂ ਮਹਾਰਾਜ ਕੰਮ ਆਰੰਭ ਕਰਨ ਲੱਗੇ ਹਾਂ। ਉਹ ਕਾਰਜ ਦੇ ਵਿੱਚ ਫਿਰ ਪਰਮੇਸ਼ਰ ਦੀ ਕਿਰਪਾ ਦੀ ਅੰਸ਼ ਮਿਲ ਜਾਏਗੀ। ਕੰਮ ਕੋਈ ਵੀ ਕਰਨਾ ਹੈ। ਬਹੁਤ ਸਾਰੇ ਗੁਰਸਿੱਖਾਂ ਦਾ ਇਹ ਨਿਯਮ ਹੈ ਕਿ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਜਾਪ ਕਰਨ ਤੋਂ ਪਹਿਲਾਂ ਅਰਦਾਸ ਕਰਦੇ ਆ, ਮਹਾਰਾਜ ਪੰਜਾਂ ਬਾਣੀਆਂ ਦਾ ਨਿਤਨੇਮ ਬਖਸ਼ੋ, ਮੈਂ 5 ਬਾਣੀਆਂ ਦਾ ਨਿਤਨੇਮ ਕਰਨ ਲੱਗੇ। ਅਰਦਾਸ ਕਰਦੇ ਨੇ ਪਹਿਲਾਂ, ਜਦੋਂ ਸੰਪੂਰਨ ਹੋ ਗਿਆ ਫਿਰ ਅਰਦਾਸ ਕਰਦੇ ਨੇ, ਇਹ ਮਹਾਰਾਜ ਤੁਸੀਂ ਕਿਰਪਾ ਕਰਕੇ ਇਹ ਤੁਸੀਂ ਸੰਪੂਰਨ ਕਰਾ ਲਿਆ ਹੈ। ਸਹਿਜ ਪਾਠ ਆਰੰਭ ਕਰਨਾ ਹੈ, ਅਖੰਡ ਪਾਠ ਆਰੰਭ ਕਰਨਾ ਹੈ, ਇਹ ਤਾਂ ਪਾਠਾਂ ਦੀ ਗੱਲ ਹੈ। ਲੰਗਰ ਤਿਆਰ ਕਰਨਾ, ਕਿਸੇ ਪਾਸੇ ਨੂੰ ਜਾਣਾ ਹੈ। ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਬਾਬਾ ਪ੍ਰੀਤਮ ਸਿੰਘ ਜੀ ਅੰਬੇ ਮਾਜਰੇ ਵਾਲੇ, ਉਹਨਾਂ ਦੇ ਬਚਨ ਮੈਂ ਆਪਣੇ ਕੰਨਾਂ ਨਾਲ ਸੁਣਿਆ ਹੈ। ਕਹਿੰਦੇ ਜਦੋਂ ਕਿਤੇ ਗੱਡੀ ਆ ਜਾਂਦੀ ਹੈ, ਕਹਿੰਦੇ ਲੋਕ ਚਾਰ ਨਾਲ ਨੱਠ ਕੇ ਗੱਡੀ 'ਚ ਬੈਠਦੇ ਆ ਵੀ ਮੈਂ ਗੱਡੀ 'ਚ ਬੈਠ ਕੇ ਕਾਰ 'ਚ ਬੈਠਣ ਲੱਗਿਆ। ਕਹਿੰਦੇ ਮੈਂ ਨਹੀਂ ਏਕਣ ਬੈਠਦਾ। ਕਹਿੰਦੇ ਮੈਂ ਪਹਿਲਾਂ ਹੱਥ ਬੰਨ੍ਹ ਕੇ ਕਹਿਣਾ, ਪਰਮੇਸ਼ਰ ਇਹ ਤੂੰ ਸਵਾਰੀ ਮੈਨੂੰ ਭੇਜੀ ਹੈ ਸਫ਼ਰ ਤੈਅ ਕਰਨ ਵਾਸਤੇ, ਵੀ ਰਸਤੇ 'ਚ ਬਾਅਦ ਘਾਟ ਦੇ ਸਹਾਈ ਹੋਏ ਮਹਾਰਾਜ, ਮੈਂ ਤੁਹਾਡੀ ਕਿਰਪਾ ਨਾਲ 'ਚ ਬਹਿਣ ਲੱਗਿਆ। ਲੈ ਨਾਲੇ ਰੱਬ ਨੂੰ ਚੇਤੇ ਕਰ ਲਿਆ। ਇਹਨੂੰ ਕਹਿੰਦੇ ਕੀਤਾ ਲੋੜੀਏ ਕੰਮ, ਸੋ ਹਰ ਪੈ ਆਖੀਐ। ਨਵਾਂ ਮਕਾਨ ਹੈ, ਨਵੀਂ ਦੁਕਾਨ ਹੈ, ਇਹ ਆਸਤਕ ਲੋਕਾਂ ਵਾਸਤੇ ਨਿਯਮ ਹੈ। ਉਹ ਪਰਮੇਸ਼ਰ ਨੂੰ ਕਹਿਣਾ ਚਾਹੀਦਾ, ਭਾਵ ਅਰਦਾਸ ਕਰੀਏ। ਕਾਰਜ ਦੇ ਸਵਾਰ, ਮਹਾਰਾਜ ਨੇ ਤਾਂ ਨਾ ਜਿਵੇਂ ਅਧਿਆਪਕ ਆਪਣੇ ਵਿਦਿਆਰਥੀ ਨੂੰ ਪੜ੍ਹਾਉਂਦਾ ਹੈ, ਜਿਹੜੇ ਇੰਗਲਿਸ਼ ਪੜ੍ਹਾਉਂਦੇ ਹਨ ਉਹ ABC ਪਹਿਲਾਂ ਆਪ ਬੋਲਦੇ ਆ, ਜਿਹੜੇ ਆਪਣੇ ਪੰਜਾਬੀ ਪੜ੍ਹਾਉਂਦੇ ਆ ਊੜਾ ਐੜਾ ਪਹਿਲਾਂ ਬੁਲਾਉਂਦੇ ਆ, ਮਹਾਰਨੀ ਬੁਲਾਉਂਦੇ ਆ, ਪਹਿਲਾਂ ਟੀਚਰ ਨੂੰ ਬੋਲਣਾ ਪੈਂਦਾ। ਮਹਾਰਾਜ ਹੁਣ ਆਪ ਬੋਲ ਕੇ ਕੀ ਕਹਿੰਦੇ? ਕਹਿੰਦੇ ਅਰਦਾਸ ਕਿਵੇਂ ਕਰਨੀ ਹੈ? ਕਹਿੰਦੇ ਇਉਂ ਕਰਨੀ ਹੈ ਕਿ ਹੇ ਰੱਬਾ, ਹੇ ਪਰਮੇਸ਼ਰ, ਕਾਰਜ ਦੇ ਸਵਾਰ, ਹੇ ਮਹਾਰਾਜ ਇਹ ਸਾਡਾ ਕਾਰਜ ਸੰਪੂਰਨ ਹੋ ਜਾਵੇ। ਵਿਦਿਆ ਪੜ੍ਹਨੀ ਹੈ ਤਾਂ ਅਰਦਾਸ ਪਹਿਲਾਂ, ਕਿਤੇ ਨੂੰ ਜਾਣਾ ਤਾਂ ਅਰਦਾਸ ਪਹਿਲਾਂ। ਇਸ ਕਰਕੇ ਮਹਾਰਾਜ ਇਹ ਕਾਰਜ ਦੇ ਵਿੱਚ ਵਿਘਨ ਨਾ ਪੈ ਜਾਵੇ। ਆਪ ਕਿਰਪਾ ਕਰਕੇ ਮਹਾਰਾਜ ਕਾਰਜ ਨੂੰ ਸਵਾਰ ਦਿਓ। ਤੇ ਕਿਸ ਤਰ੍ਹਾਂ ਸਵਾਰਨਾ ਹੈ? ਸਤਿਗੁਰ ਸੱਚ ਸਾਖੀ ਹੈ, ਸਤ ਨਾਸ ਤੋਂ ਰਹਿਤ ਗੁਰ ਚੇਤਨ ਦਾ ਸਰੂਪ ਨਿਰੰਕਾਰ। ਜਾਂ ਸਤਿਗੁਰੂ ਜੀ, ਅਸੀਂ ਆਪਣੇ ਗੁਰੂ ਨਾਨਕ ਦੇ ਅੱਗੇ ਚਰਨਾਂ 'ਚ, ਦਸੋਂ ਪਾਤਸ਼ਾਹੀਆਂ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਸਤਿਗੁਰ ਸੱਚ ਸਾਖੀ ਹੈ। ਹੇ ਮਹਾਰਾਜ, ਸਾਖ ਨਾਮ ਗਵਾਹੀ ਦਾ ਹੁੰਦਾ ਹੈ, ਤੇ ਆਪ ਕਿਰਪਾ ਕਰੋ ਮਹਾਰਾਜ, ਲੋਕ ਪਰਲੋਕ ਦੇ ਸਾਰੇ ਹੀ ਕਾਰਜ ਸਵਾਰ ਦਿਓ ਸਾਡੇ। ਕਿਵੇਂ ਸਵਾਰੋ? ਆਪ ਮਹਾਰਾਜ ਸਿੱਖਿਆ ਦਿਓ ਸਾਨੂੰ, ਸੱਚੀ ਸਿੱਖਿਆ ਦਿਓ, ਜਾਂ ਫਿਰ ਮਹਾਰਾਜ ਗਵਾਹ ਬਣ ਜਾਓ। ਹਰ ਦਰਗੇ ਕਾਬਾ ਸੀਠ, ਐ ਮਹਾਰਾਜ ਕਿਰਪਾ ਕਰ ਦਿਓ। ਸੰਤਾ ਸੰਗ ਨਿਧਾਨ, ਤੇ ਫਿਰ ਭਾਈ ਸੰਤ ਕੌਣ ਹੈ? ਸ੍ਰੇਸ਼ਟ ਮਹਾਤਮਾ ਜਨ, ਉਹਨਾਂ ਦੀ ਸੰਗਤ ਕਰੋ। ਉਹਨਾਂ ਦੀ ਸੰਗਤ ਦੇ ਵਿੱਚ ਕੀ ਹੋਏਗਾ? ਨਿਧੀਆਂ ਦਾ ਖਜ਼ਾਨਾ ਤੁਹਾਨੂੰ ਮਿਲੇਗਾ। ਨਿਧੀਆਂ ਦਾ ਖਜ਼ਾਨਾ ਕੀ ਹੈ? ਨਾਮ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਤੇ ਐਸਾ ਜਿਹੜਾ ਨਾਮ ਹੈ ਉਹਦੇ ਰਸ ਨੂੰ ਅੰਮ੍ਰਿਤ ਚਾਖੀਐ, ਉਹ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਜੋ ਨਾਮ ਦੀ ਹੈ ਉਹਨੂੰ ਚਾਖੀਐ, ਚਖਣਾ ਹੁੰਦਾ ਹੈ।
ਜੀਵ ਦੇ ਉੱਤੇ ਜਿਹੜਾ ਵੀ ਪਦਾਰਥ ਪਾਈਏ ਜੀਵ ਨੂੰ ਸਵਾਦ ਆਉਣ ਲੱਗ ਜਾਂਦਾ ਹੈ ਤੇ ਫਿਰ ਉਹਨੂੰ ਇਸ ਤਰ੍ਹਾਂ ਜੀਵ ਹਿਲਾਉਂਦੀ ਹੈ ਤੇ ਰਸ ਪੈਦਾ ਹੁੰਦਾ ਵਿੱਚੋਂ ਪਾਣੀ, ਉਹਦੇ ਨਾਲ ਫਿਰ ਦੰਦ ਉਹਨੂੰ ਪੀਸ ਕੇ ਬਰੀਕ ਕਰਦੇ ਆ। ਇਹਨੂੰ ਚਖਣਾ ਕਹਿੰਦੇ ਨੇ, ਜਿਹੜਾ ਨਾ ਵੀ ਉਹਦਾ ਸਵਾਦ ਦੇਖਣਾ, ਜਿਹੜਾ ਜੀਵ ਨੂੰ ਰਸ ਆਉਣਾ, ਇਹਨੂੰ ਚਖਣਾ ਕਹਿੰਦੇ ਨੇ। ਕਹਿੰਦੇ ਨਾਮ ਦਾ ਜਿਹੜਾ ਹੈ ਪਰਮੇਸ਼ਰ ਦਾ ਰਸਨਾ ਤੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਇਹ ਜਿਹੜਾ ਨਾਮ ਜਪਣਾ ਇਹਨੂੰ ਚਖਣਾ ਕਹਿੰਦੇ, ਨਾਮ ਦਾ ਰਸ ਚਖਣਾ। ਤੇ ਇਸ ਤਰ੍ਹਾਂ ਜਿਹੜਾ ਸਾਥ ਸੀ ਇਹਨੂੰ ਚਖਣਾ ਚਾਹੀਦਾ ਹੈ। ਇਹ ਦੇਖੋ ਨਾ ਨਾਮ ਦੀਆਂ ਲੋਰਾਂ ਕਿਤੇ ਹਰੇਕ ਨੂੰ ਆ ਸਕਦੀਆਂ ਨੇ, ਭਲਾ ਪ੍ਰਤੱਖ ਹੀ ਦੇਖ ਸਕਦੇ ਹੋ ਤੁਸੀਂ। ਇਸ ਕਰਕੇ ਸਾਧ ਸੰਗਤ ਇਹ ਨਾਮ ਦੇ ਰਸ ਜਿਹਨੂੰ ਆਉ ਜਾਂਦੇ ਉਹ ਫਿਰ ਮਸਤਾਨੇ ਹੋ ਜਾਂਦੇ ਆ, ਤੇ ਭਾਈ ਜਿਨ੍ਹਾਂ ਨੂੰ ਨੀਂਦ ਦਾ ਰਸ ਆਉਣ ਲੱਗ ਜੇ ਮਸਤਾਨੇ ਉਹ ਵੀ ਹੋ ਜਾਂਦੇ ਆ। ਨਾਮ ਦੇ ਰਸ ਵਿੱਚ ਮਸਤਾਨੇ ਹੋਣਾ ਚਾਹੀਦਾ ਹੈ। ਭੈ ਭੰਜਨ ਵਿਹਵਾਨ, ਤੇ ਭੈ ਤੋਂ ਨਿਰਭੈ ਕਰਨ ਵਾਲਾ, ਤੇ ਭੈ ਨੂੰ ਤਾਂ ਭੰਜਨ ਕੀਏ ਨਾਸ ਹੀ ਕਰਨ ਵਾਲੀ ਸ਼ਕਤੀ ਹੈ। ਉਹ ਕੌਣ ਹੈ? ਮਿਹਰਬਾਨ, ਮਿਹਰਬਾਨੀ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ। ਤੇ ਉਹਨੂੰ ਕਹੀਏ ਤੂੰ ਭੈ ਨੂੰ ਖਤਮ ਕਰਨ ਵਾਲਾ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਯਹ ਪੈ ਪਰਲੋਕ ਪੈ ਜਨਮ ਵੇਦਨਾ ਜਾਤ, ਅੰਧ ਰਖਿਆ ਅਰ ਗੁਪਤ ਪੈ ਅਕਸ ਮਾਤਰ ਪੈ ਸਾਥ। ਇਹ ਸਾਰੇ ਭੈ ਨੂੰ ਤੂੰ ਨਿਵਰਤ ਕਰਨ ਵਾਲਾ ਹੈ। ਬੇਨਤੀ ਕਰੀਏ ਤੇ ਜੰਮਣ ਮਰਨ ਦੇ ਡਰ ਨੂੰ ਨਾਸ ਕਰਨ ਵਾਲਾ ਹੈ। ਤੂੰ ਜੰਮਣ ਤੇ ਮਰਨ ਦਾ ਵੱਡਾ ਭੈ ਹੈ, ਤੂੰ ਇਹਨੂੰ ਵੀ ਭੰਨਣ ਨਾਸ ਕਰਨ ਵਾਲਾ ਹੈ। ਤੇ ਮਿਹਰਬਾਨ ਹੈ ਜੀ ਪਰਮੇਸ਼ਰ ਜੀ। ਦਾਸ ਕੀ ਰਾਖੀਐ, ਆਪਣਾ ਸੇਵਕ ਜਾਣ ਕੇ ਮੇਰੀ ਲੋਕ ਪ੍ਰਲੋਕ ਦੇ ਅੰਦਰ ਰਾਖੀਆ ਰੱਖਿਆ ਕਰਿਓ ਜੀ। ਇਹ ਚੌਥੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਸਾਨੂੰ ਇਹ ਸਿੱਖਿਆ ਦਿੱਤੀ ਹੈ ਵੀ ਐਂ ਬੇਨਤੀ ਕਰਨੀ ਹੈ ਹਰੇਕ ਕਾਰਜ ਦੇ ਵਿੱਚ। ਨਾਨਕ ਹਰ ਗੁਣ ਗਾਏ, ਗੁਰੂ ਸਾਹਿਬ ਜੀ ਫਰਮਾਉਂਦੇ ਆ ਹਰੀ ਪਰਮੇਸ਼ਰ ਵਾਹਿਗੁਰੂ ਜੋ ਅਕਾਲ ਪੁਰਖ ਹੈ ਉਹਦੇ ਸਦਾ ਹੀ ਗੁਣ ਸ੍ਰੇਸ਼ਟ ਖੂਬੀ ਨੂੰ ਕਹਿੰਦੇ ਆ, ਉਹਨਾਂ ਨੂੰ ਗਾਉਣਾ ਕਰੀਏ। ਨਾਨਕ ਹਰ ਗੁਣ ਗਾਏ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ, ਨੌਵੇਂ ਪਾਤਸ਼ਾਹ ਦਾ ਵਚਨ ਹੈ। ਇਉਂ ਗੁਣ ਗਾਵਤ ਤੇਰੀ ਉਤਰ ਸਮੈਲ ਕਿਹਾ ਹੈ। ਗੁਣ ਗੋਬਿੰਦ ਗਾਇਓ ਨਹੀਂ ਜਨਮਾਕਾਰਥ ਕੀਨ। ਮਹਾਰਾਜ ਕਹਿੰਦੇ ਜਨਮ ਤਾਂ ਫਿਰ ਐਵੇਂ ਜਾਊਗਾ ਤੇਰੇ, ਜਿਹਨੇ ਗੋਬਿੰਦ ਦੇ ਗੁਣ ਨਹੀਂ ਗਾਏਗਾ। ਗੁਣ ਗੋਬਿੰਦ ਗਾਇਓ ਨਹੀਂ ਜਨਮਾਕਾਰਥ ਕੀਨ, ਫਿਰ ਉਹਨਾਂ ਨੇ ਜਨਮਾਕਾਰਥ ਨਹੀਂ ਕੀਤਾ ਜਿਹਨੇ ਗੁਣ ਗਾਏ। ਇਹਦਾ ਵਿਸਰਾਮ ਲਾ ਕੇ ਅਰਥ ਵਿੱਚੋਂ ਨਿਕਲ ਜਾਂਦਾ ਹੈ। ਪਾਠ ਦੇ ਵੇਲੇ ਉਸ ਤਰ੍ਹਾਂ ਹੀ ਬੁਲਾਉਣਾ ਵਿਸਰਾਮ, ਗੁਣ ਗੋਬਿੰਦ ਗਾਇਓ ਨਹੀਂ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਤੂੰ ਉਸ ਵਾਹਿਗੁਰੂ ਦੇ ਗੁਣਾਂ ਨੂੰ, ਨਾਨਕ ਹਰ ਗੁਣ ਗਾਏ, ਉਹ ਵਾਹਿਗੁਰੂ ਦੇ ਗੁਣ ਗਾ ਖੂਬੀਆਂ। ਅਲਖ ਪ੍ਰਭ ਲਾਖੀਐ, ਉਹਦੇ ਗੁਣਾਂ ਨੂੰ ਗਣ ਕੇ ਅਲਖ ਲਖਣ ਤੋਂ ਰਹਿਤ ਹੈ ਜਿਹੜਾ ਪਰਮੇਸ਼ਰ, ਉਹਨੂੰ ਸ਼ਕਤੀ ਬਿਰਤੀ ਕਰਕੇ ਲਖਿਆ ਨਹੀਂ ਜਾ ਸਕਦਾ। ਫਿਰ ਨਾਮ ਜਪ ਕੇ ਲਖਣਾ ਬਿਰਤੀ ਪੈਦਾ ਹੋ ਜਾਊਗੀ, ਉਹ ਪ੍ਰਭੂ ਨੂੰ ਲਾਖੀਏ ਜਾਣ ਲਈਦਾ ਫਿਰ, ਤੇ ਵਾਹਿਗੁਰੂ ਦਾ ਦਰਸ਼ਨ ਹੋ ਜਾਊਗਾ। ਫਿਰ ਉਹਦੇ ਦਰਸ਼ਨਾਂ ਵਾਸਤੇ ਕਮਾਈ ਤਾਂ ਕਰਨੀ ਪਊਗੀ ਨਾ। ਪਹਿਲਾਂ ਪਿਆਸ ਬੁਝਾਉਣੀ ਆ ਤਾਂ ਹਿੰਮਤ ਤਾਂ ਕਰਨੀ ਪਊਗੀ ਪਾਣੀ ਵਾਸਤੇ, ਪਾਣੀ ਕੋਲ ਚੱਲ ਕੇ ਜਾਣਾ ਪਊ, ਪਾਣੀ ਨੇ ਥੋੜੀ ਚੱਲ ਕੇ ਆਉਣਾ ਸਾਡੇ ਕੋਲ। ਇਸ ਕਰਕੇ ਸਿਆਣੇ ਕਹਿੰਦੇ ਖੂਹ ਕੋਲ ਆਪ ਜਾਣਾ ਪੈਂਦਾ, ਖੂਹ ਥੋੜੀ ਚੱਲ ਕੇ ਆਉਂਦਾ ਕਿਸੇ ਕੋਲ। ਜਿਹਨੇ ਪਿਆਸ ਬੁਝਾਉਣੀ ਆ ਜਾਵੇ ਖੂਹ ਕੋਲ। ਇਸੇ ਤਰ੍ਹਾਂ ਸਤਸੰਗ ਦੇ ਵਿੱਚ ਜਾ ਕੇ ਆਪਣੀ ਪਿਆਸ ਬੁਝਾ ਸਕਦਾ ਹੈ। ਉਹ ਜਿਹੜਾ ਲਖਿਆ ਨਹੀਂ ਜਾਂਦਾ, ਸ਼ਕਤੀ ਬਿਰਤੀ ਕਰਕੇ, ਮਨ ਬਾਣੀ ਸਰੀਰ ਕਰਕੇ, ਜਿੱਥੇ ਉਹ ਅਗੋਚਰ ਪਹੁੰਚ ਤੋਂ ਉੱਥੇ ਪਹੁੰਚ ਹੀ ਨਹੀਂ ਹੈ, ਉਹਨੂੰ ਲਖ ਲਈਦਾ, ਜਾਣ ਦੇਈਦਾ ਹੈ। ਸ਼ਲੋਕ ਮਹੱਲਾ ਤੀਜਾ। ਅੱਗੇ ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ ਜੀ। ਜੀਉ ਪਿੰਡ ਸਭ ਤਿਸ ਕਾ, ਮਹਾਰਾਜ ਕਹਿੰਦੇ ਇਹ ਜੀਵਾਂ ਨੂੰ, ਜੀਉ ਸੂਖਮ ਸਰੀਰ, ਪਿੰਡ ਅਸਥੂਲ ਸਰੀਰ, ਇਹ ਜਿਹੜਾ ਤਿਸਕਾ ਉਸ ਵਾਹਿਗੁਰੂ ਦੇ ਦਿੱਤਾ ਹੋਇਆ ਹੈ। ਸਭ ਸ਼ਬਦ ਲੱਗਿਆ ਸਾਰਾ ਕੁਛ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਇਹ ਸਭ ਉਸੇ ਦਿਨ ਅਕਾਲ ਪੁਰਖ ਵਾਹਿਗੁਰੂ ਦਾ ਹੀ ਕਾਕ ਹੀ ਦਿੱਤਾ ਹੋਇਆ ਹੈ। ਸਭ ਸੇ ਦੇ ਆਧਾਰ, ਸਭ ਸੇ ਸਾਰਿਆਂ ਦੇ ਤਾਈਂ ਚੇਤਨ ਸੱਤਾ ਦੇ ਕੇ ਆਧਾਰ ਆਸਰਾ ਦੇ ਰਿਹਾ ਹੈ। ਨਾਨਕ ਗੁਰਮੁਖ ਸੇਵੀਐ, ਸਤਿਗੁਰੂ ਜੀ ਕਥਨ ਕਰਦੇ ਗੁਰਮੁਖਾਂ ਦੀ ਸੰਗਤ ਕਰਕੇ ਉਸ ਪਰਮੇਸ਼ਰ ਨੂੰ ਸੇਵੀਐ, ਸਿਮਰਨਾ ਕਰੀਏ, ਯਾਦ ਕਰੀਏ, ਉਸ ਨੂੰ ਸੇਵਨਾ ਕਰੀਏ, ਸਿਮਰਨ ਦੁਆਰਾ ਉਹਨੂੰ ਚੇਤੇ ਕਰੀਏ ਪਰਮੇਸ਼ਰ ਨੂੰ। ਸਦਾ ਸਦਾ ਦਾਤਾਰ, ਸਦਾ ਸਦਾ ਹਮੇਸ਼ਾ ਹਮੇਸ਼ਾ ਹੀ
ਦਾਤਾਰ ਦਾਤਾਂ ਦੇਣ ਵਾਲਾ ਹੈ, ਸਭ ਨੂੰ ਦਾਤਾਂ ਭਾਈ ਉਹੀ ਦੇ ਰਿਹਾ ਹੈ। ਉਹ ਤੋਂ ਬਿਨਾ ਕੋਈ ਸੈਲ ਪੱਥਰ ਮੈਂ ਜਨ ਤੋ ਪਾਏ, ਤਾਂ ਕਾਰਜ ਕਾਕੇ ਕਰਤ ਰਿਹਾ, ਸਾਰਿਆਂ ਨੂੰ ਉਹੀ ਦੇ ਰਿਹਾ। ਰੋਜੀ ਦੇਹੰਦ ਹੈ, ਸਭ ਨੂੰ ਰੋਜੀ ਦਿੰਦਾ ਹੈ। ਹਉ ਬਲਿਹਾਰੀ ਤਿਨ ਕੋ, ਹਉ ਅਸੀਂ ਤਿੰਨ ਕੋ ਉਹਨਾਂ ਪਿਆਰਿਆਂ ਨਾਮ ਜਪਣ ਵਾਲਿਆਂ ਨੂੰ ਬਲਿਹਾਰੀ ਜਾਣੇ, ਉਹਨਾਂ ਤੋਂ ਤਾਂ ਕੁਰਬਾਨ ਹੀ ਜਾਣੇ ਆ ਭਾਈ। ਜਿਹੜੇ ਪਰਮੇਸ਼ਰ ਦੇ ਬੰਦਗੀ ਵਾਲੇ ਰਸਤੇ ਪੈ ਗਏ, ਕਹਿੰਦੇ ਬਲਿਹਾਰ ਜਾਈਏ, ਕੁਰਬਾਨ ਜਾਈਏ ਉਹਨਾਂ ਨੂੰ। ਜਿਨ ਧਿਆਇਆ ਹਰਿ ਨਿਰੰਕਾਰ, ਜਿਨ੍ਹਾਂ ਨੇ ਉਸ ਨਿਰਆਕਾਰ ਨੂੰ ਨਿਰੰਕਾਰ ਕਹਿੰਦੇ ਆ, ਜਿਹਦਾ ਆਕਾਰ ਨਹੀਂ ਕੋਈ, ਰੂਪ ਨਾ ਰੇਖ ਨਾ ਰੰਗ, ਕੁਛ ਤ੍ਰਿਗੁਣ ਤੇ ਪ੍ਰਭਿੰਨ। ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਹਰ ਪਰਮੇਸ਼ਰ ਨੂੰ ਮਨ ਦੇ ਵਿੱਚ ਜਿਨ੍ਹਾਂ ਨੇ ਧਿਆਕਾਰ ਬਿਰਤੀ ਦੁਆਰਾ ਧਿਆਉਣਾ ਕੀਤਾ ਹੈ, ਤੇ ਉਹਨਾਂ ਪੁਰਸ਼ਾਂ ਨੂੰ ਜਿਨ੍ਹਾਂ ਨੇ ਐਸਾ ਧਿਆਕਾਰ ਬਿਰਤੀ ਦੁਆਰਾ ਧਿਆਇਆ, ਕਹਿੰਦੇ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਦੇ ਮੁਖ ਲੋਕ ਪਰਲੋਕ ਦੇ ਸਦੇ ਉਜਲੇ ਜਸ ਰੂਪ ਉਜਾਲੇ ਵਾਲੇ ਹੋ ਗਏ, ਵਡਿਆਈ ਹੋ ਰਹੀ ਆ ਉਹਨਾਂ ਦੇ। ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਤੇ ਕਿਉਂਕਿ ਸੰਸਾਰ ਤਾਂ ਨਮਸਕਾਰਾਂ ਕਰਦਾ ਉਹਨਾਂ ਨੂੰ ਭਾਈ। ਪਾਪਾਂ ਰੂਪੀ ਮੈਲ ਤੋਂ, ਇਹ ਕਾਲਖ ਤੋਂ ਰਹਿਤ ਹੋ ਗਏ ਹੋ, ਉਹਨਾਂ ਦੇ ਮੁਖ ਇਸ ਤਰ੍ਹਾਂ ਉਜਲੇ ਹੋ ਗਏ, ਉਹਨਾਂ ਨੂੰ ਸਾਰਾ ਸੰਸਾਰ, ਉਹਨਾਂ ਨੌ ਨੰਨੇ ਦਾ ਹੋੜਾ ਹੈ ਨੌ, ਤੇ ਉਹਨਾਂ ਨੂੰ ਸਭ ਸਾਰਾ ਜਗਤ ਸੰਸਾਰ ਜਿਹੜਾ ਹੈ ਉਹ ਨਮਸਕਾਰਾਂ ਕਰਦਾ ਹੈ, ਮੱਥੇ ਟੇਕਦਾ ਹੈ, ਬੰਦਨਾ ਕਰਦਾ ਹੈ। ਮਹੱਲਾ ਤੀਜਾ। ਅੱਗੇ ਮਹੱਲਾ ਉਚਾਰਨ ਕਰਦੇ ਨੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ। ਸਤਿਗੁਰ ਮਿਲਿਆ ਉਲਟੀ ਭਈ, ਜਿਨ੍ਹਾਂ ਦਾ ਸਤਿਗੁਰੂ ਦੇ ਨਾਲ ਮਿਲਾਪ ਹੋ ਗਿਆ, ਸਤਿਗੁਰਾਂ ਨਾਲ ਮਿਲਿਆ, ਮਿਲਣ ਕਰਕੇ ਜਿਹੜੀ ਸੰਸਾਰਾਕਾਰ ਬਿਰਤੀ ਸੀ ਉਹ ਉਲਟੀ ਪਈ, ਉਲਟ ਗਈ, ਪਲਟ ਗਈ। ਉਲਟਣਾ ਹੁੰਦਾ ਪਲਟਣਾ, ਪਲਟ ਗਈ, ਸੰਸਾਰ ਵਾਲੇ ਪਾਸੇ ਤੋਂ ਮੋੜ ਖਾ ਕੇ ਇਧਰ ਨੂੰ ਆ ਗਈ, ਰੱਬ ਵਾਲੇ ਪਾਸੇ ਨੂੰ। ਇਉਂ ਫਿਰ ਉਲਟੀ ਜਿਹੜੀ ਆ, ਕਹਿੰਦੇ ਨੇ ਫਲਾਣੇ ਨੂੰ ਉਲਟੀਆਂ ਲੱਗੀਆਂ ਹੋਈਆਂ ਨੇ, ਉਹ ਫਿਰ ਪਾਸਾ ਬਦਲੇ, ਅੰਦਰ ਤੋਂ ਬਾਹਰ ਆ ਗਿਆ ਜਿਹੜਾ ਖਾਧਾ ਪੀਚਾ ਹੈ। ਇਸੇ ਤਰ੍ਹਾਂ ਉਹ ਪਲਟਣਾ, ਪਲਟ ਗਈ, ਬਿਰਤੀ ਪਲਟ ਗਈ। ਇਸ ਤਰ੍ਹਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਉਹ ਬ੍ਰਹਮਾਕਾਰ ਹੋ ਗਈ ਹੈ ਬਿਰਤੀ। ਜਿਸ ਵੇਲੇ ਬ੍ਰਹਮਾਕਾਰ ਹੋ ਗਏ, ਨਵ ਨਿਧ ਖਰਚਿਓ ਖਾਓ, ਉਹ ਫਿਰ 9 ਨਿਧੀਆਂ ਪ੍ਰਾਪਤ ਹੋ ਗਈਆਂ। ਪ੍ਰਤੱਖ 9 ਨਿਧੀਆਂ ਜਿਹੜੀਆਂ ਨੇ ਉਹਨਾਂ ਨੂੰ ਪ੍ਰਾਪਤ ਹੋ ਗਈਆਂ, ਤੇ ਨਾਮ ਰੂਪ 9 ਨਿਧੀਆਂ ਉਹਨਾਂ ਨੂੰ ਖਾਓ, ਖਾਂਦੇ ਆ, ਅਤੇ ਹੋਰਨਾਂ ਨੂੰ ਵਰਤਾਉਣ ਕਰਕੇ ਖਰਚਿਓ, ਉਹ ਖਰਚਦੇ ਆ। ਇਹ ਖਰਚਣਾ ਜਿਹੜਾ ਹੋਰਾਂ ਤੋਂ ਨਾਮ ਜਪਾਉਣਾ ਹੈ, ਆਪ ਜਪਣਾ, ਇਹ ਉਹਨਾਂ ਦਾ ਆਪ ਵਰਤਣਾ ਹੈ। ਤੋ ਇਸ ਕਰਕੇ ਉਹ ਆਪ ਖਾਓ, ਖਾ ਰਹੇ ਆ, ਨਾਮ ਜਪਦੇ, ਤੇ ਹੋਰਨਾਂ ਨੂੰ ਜਪਾ ਰਹੇ ਆ। ਇਹ ਜਿਹੜੀਆਂ ਸਾਧ ਸੰਜੀ 9 ਨਦੀਆਂ, ਇਹਦੀ ਪਿੱਛੇ ਚਲੋ ਵਿਸਤਾਰ ਨਾਲ ਗੱਲ ਹੋ ਗਈ ਹੈ, ਆਪਾਂ ਕੇਵਲ ਨਾਂ ਇਹਨਾਂ ਦੇ ਲੈਨੇ ਆ। ਇਹਨਾਂ ਦੇ ਗ੍ਰੰਥਾਂ 'ਚ 2 ਤਰ੍ਹਾਂ ਦੇ ਨਾਮ ਮਿਲਦੇ ਆ, ਪਦਮਾ, ਮਹਾਪਦਮ, ਮਾਕਰ, ਕਸ਼, ਮਕੰਦ, ਕੁੰਦ, ਨੀਲ, ਸੰਖ, ਖਰਵ। ਇਹ ਕੋਸ਼ ਵਾਲੇ ਨੇ ਇਹ ਲਿਖਿਆ, ਤੇ ਮਹਾਂਪੁਰਖਾਂ ਨੇ ਅਸਨ ਬਸਨ ਭੂ ਕਨਕ ਪੁਨ, ਦਾਸੀ ਚੌਂਪ ਗੁਲਾਮ, ਰਸਵਾਹੇ ਹੰਡਵਾਹੇ ਜਾਣੀਏ ਯੈ ਨਵ ਨਿਧ ਕੇ ਨਾਮ। ਉਹਨਾਂ ਨੇ ਇਹ ਗਣਿਆ। ਤੇ ਉਹ ਜਿਹੜੀਆਂ ਨਿਧੀਆਂ ਨੇ ਇਹਦੇ ਵਿੱਚ ਅਸਨ, ਆਪਾਂ ਮਹਾਂਪੁਰਖਾਂ ਵਾਲੇ ਜਿਹੜੇ ਅਸਨ ਨਾਮ ਹੈ, ਅਸਨ ਬਸਨ ਭੂ ਕਨਕੂਨ। ਇਹ ਕੀ ਹੈ? ਅਸਨ ਹਰ ਤਰ੍ਹਾਂ ਕਰਕੇ ਭੋਜਨ, ਅਸਨ ਭੋਜਨ ਦਾ ਨਾਮ ਹੈ, ਹਰ ਪ੍ਰਕਾਰ ਦੇ ਪਦਾਰਥ ਖਾਣ ਨੂੰ ਮਿਲ ਜਾਣੇ। ਬਸਨ ਨਾਨਾ ਤਰ੍ਹਾਂ ਦੇ ਵਸਤਰ ਹੰਡਾਉਣੇ। ਭੂ ਜ਼ਮੀਨ ਪ੍ਰਾਪਤ ਹੋਣੀ ਖੁੱਲੀ, ਕਨਕ ਸੋਨਾ ਮਿਲ ਜਾਣਾ ਪ੍ਰਾਪਤ ਹੋਣਾ, ਦਾਸੀ ਗੋਲੀਆਂ ਮਿਲ ਜਾਣੀਆਂ ਸੇਵਾ ਕਰਨ ਵਾਸਤੇ ਬਿਨਾਂ ਤਨਖਾਹ ਤੋਂ। ਚੌਂਪ ਮਨ ਪਾਉਂਦੇ ਸ਼ੌਂਕ ਪੂਰੇ ਹੋਣੇ। ਗੁਲਾਮ ਬਿਨਾਂ ਨੌਕਰੀ ਤੋਂ ਹੀ ਕੰਮ ਕਰਨ ਵਾਲੇ ਕਾਮੇ ਮਿਲ ਗਏ। ਰਸਵਾਏ ਰਸ ਵਾਲੀਆਂ ਸਵਾਰੀਆਂ ਪ੍ਰਾਪਤ ਹੋ ਗਈਆਂ। ਹਿੰਡਾਏ ਪਾਲਕੀਆਂ ਪ੍ਰਾਪਤ ਹੋ ਗਈਆਂ। ਤੇ ਇਹ ਜਿਹੜੀਆਂ 9 ਨਿਧੀਆਂ ਫਿਰ ਉਹਨਾਂ ਨੂੰ ਇਸ ਪ੍ਰਕਾਰ ਪ੍ਰਾਪਤ ਹੋ ਜਾਂਦੀ ਹੈ। ਤੇ ਜਿੱਥੇ 9 ਨਿਧੀਆਂ ਪ੍ਰਾਪਤ ਹੁੰਦੀਆਂ ਨੂੰ ਆਪ ਖਾਂਦੇ ਨੇ, ਹੋਰਾਂ ਨੂੰ ਖਰਚਦੇ। ਭਾਵ ਕੀ ਹੈ? ਨਾਮ ਜਪਦੇ ਹੈ। ਨਾਮ ਦੇ ਦਾਸੀਆਂ ਨੇ, ਰਿੱਧ ਸਿੱਧ ਨਾਵੇਂ ਕੀ ਦਾਸੀ, ਉਹਨਾਂ ਦੀਆਂ ਦਾਸੀਆਂ ਬਣ ਗਈਆਂ। ਵਰਤਣ ਨਾ ਵਰਤਣੇ ਉਹਨਾਂ ਦੀ ਮਰਜ਼ੀ ਹੁੰਦੀ ਹੈ। ਤੋ ਇਸ ਕਰਕੇ ਉਹ ਕਹਿੰਦੇ ਰਿੱਧ ਸਿਧਾਵਰਾ ਸਾਧ, ਇਹ ਹੋਰ ਤਰ੍ਹਾਂ ਦਾ ਸਵਾਦ ਹੈ, ਰੱਬ ਤੋਂ ਤੋੜ ਦਿੰਦਾ ਹੈ। ਤੇ ਇਸ ਤੋਂ ਇਲਾਵਾ ਹੋਰ ਵੀ ਸ਼ਕਤੀਆਂ ਵਰਣਨ ਕਰਦੇ ਹਨ। ਜੇ 18 ਹੈ ਸਿੱਧੀ ਪਿੱਛੇ ਲੱਗਿਆ ਫਿਰਨ, 9 ਨਿਧੀਆਂ 18 ਸਿੱਧੀਆਂ।
18 ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ ਕਿ ਸਾਨੂੰ ਇਹ ਮਹਾਤਮਾ ਕਿਤੇ ਨਾ ਕਿਤੇ ਵਰਤ ਕੇ ਸਫਲੀਆਂ ਕਰ ਦੇਵੇ। ਤੋ ਇਸ ਪ੍ਰਕਾਰ ਪਿੱਛੇ ਲੱਗੀਆਂ ਫਿਰਦੀਆਂ ਹਨ। ਮਹਾਰਾਜ ਸਾਹਿਬ ਨੇ ਕਿਹਾ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਭਰਿਆ। ਉਹ ਤਲੀਆਂ ਤੇ ਰੱਖਿਆ ਹੋਇਆ, ਕਹਿੰਦੇ ਵੀ ਜਾਂ ਮਹਾਤਮਾ ਦੀ ਤਾਂ ਤਲੀਆਂ ਤੇ ਰੱਖਿਆ, ਕਹਿੰਦੇ ਰੱਬ ਨੇ ਉਹ ਵੀ ਦੇਣ ਲੱਗਿਆ ਦੇ ਰਹੇ ਲੱਗੇ ਐ ਕਾਹਲੀ ਨਾਲ ਰੱਬ ਦਿੰਦਾ ਉਹਨਾਂ ਨੂੰ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਹਿਰਦੇ 'ਚ ਵਸਾਇਆ। ਉਹਨਾਂ ਨੂੰ ਇਹ ਸਾਰੀਆਂ ਜਿਹੜੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ ਨੇ, ਇਹ 18 ਸਿੱਧੀਆਂ ਚੋਂ 8 ਮੁਖ ਨੇ ਬਸ, ਜਿਹੜੀਆਂ ਮੁਖੀ ਨੂੰ ਤਾਂ ਹੈਗੀਆਂ 8, ਬਾਕੀ 10 ਗੌਣ 10 ਤੇ 8 18 ਹੁੰਦੀਆਂ। ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਮਾ ਈਸਤਾ ਵਸੀਕਰਨ, ਇਹ ਇਹਨਾਂ ਦੇ ਨਾਮ। ਉਹਨਾਂ ਦੀ ਅਰਥ ਪਿੱਛੇ ਹੋ ਚੁੱਕਿਆ ਜਪਜੀ ਸਾਹਿਬ ਦੇ ਵਿੱਚ, ਕਿਤੇ ਫੇਰ ਹੋ ਜਾਣਗੇ। ਹੁਣ ਆਪਾਂ ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆ, ਉਹ ਫਿਰ ਉਹਨਾਂ ਦੇ ਹਿਰਦੇ ਦੇ ਵਿੱਚ ਐਸਾ ਵੀ ਇੱਕ ਜਗ੍ਹਾ ਕਥਨ ਹੈ ਵੀ ਉਹ ਇਹਨਾਂ ਦੇ ਹਿਰਦੇ 'ਚ ਨਾਮ ਬਸ ਕੇ ਪਿੱਛੇ ਲੱਗੀਆਂ ਫਿਰਦੀਆਂ। 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਿਰਦੇ ਸਦਾ ਵਸਾਏ। ਅੱਗੇ ਦੱਸਦੇ ਹਨ ਨਿਜ ਘਰ ਵਸੈ ਨਿਜ ਥਾਏ, ਨਿਜ ਆਪਣੇ ਹਿਰਦੇ ਰੂਪੀ ਘਰ, ਨਾ ਨਿਜ ਸਰੂਪ ਰੂਪੀ ਥਾਂ, ਥਾਂ ਵਿੱਚ ਜਿਹੜੇ ਵਸਿਆ ਬਸ ਜਾਂਦੇ ਆ। ਪਰਮੇਸ਼ਰ ਦੇ ਤੁਰੀਆ ਪਦ ਰੂਪੀ ਘਰ ਦੇ ਵਿੱਚ ਜਿਹੜੇ ਵਸ ਜਾਂਦੇ ਆ ਉਹਨਾਂ ਨੂੰ ਇਹ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ। ਅਨਹਦ ਧੁਨੀ ਸਦ ਵਜਦੇ, ਇਹ ਜਿਹੜਾ ਵਜਦੇ ਦਾ ਉਚਾਰਨ ਅਧਿਕ ਸਹਿਤ ਹੈ ਭਾਈ। ਗੁਰਮੁਖਾਂ ਨੂੰ ਇਹ ਬੇਨਤੀ ਹੈ ਜਿਹੜੇ ਤੁਸੀਂ ਪਾਠ ਦੀ ਮਿਹਨਤ ਕਰ ਰਹੇ ਹੋ, ਇਹਨੂੰ ਪੋਲਾ ਨਹੀਂ ਬੋਲਣਾ, ਵਜਦੇ ਨਹੀਂ ਕਹਿਣਾ, ਵੱਜਦੇ ਅਧਿਕ ਸਹਿਤ ਪਾਠ ਹੈ। ਉਹਨਾਂ ਦੇ ਹਿਰਦੇ 'ਚ ਅਨਹਦ ਹੱਦ ਤੋਂ ਰਹਿਤ ਇੱਕ ਰਸ ਅੰਮ੍ਰਿਤ ਨਾਮ ਰੂਪੀ ਬਾਜੇ ਧੁਨ ਵੱਜਦੇ ਹੈ। ਭਾਵ ਕੀ ਹੈ, ਅਜਪਾ ਜਾਪ ਪ੍ਰਗਟ ਹੋ ਜਾਂਦਾ ਹੈ। ਉਹਨਾਂ ਦੀ ਬਿਰਤੀ ਬਣ ਗਈ ਜੇਤਾ ਸੁਨਣਾ ਤੇਤਾ ਨਾਮ। ਉਹ ਸਾਰੀ ਦੁਨੀਆ ਪਰਮੇਸ਼ਰ ਨਾਮ ਜਪਦੀ ਪ੍ਰਤੀਤ ਹੁੰਦੀ ਹੈ। ਸਭੋ ਜਪਿਆ ਜਾਪ ਜੇ ਮੁਖੋਂ ਬੋਲੇ ਟਿਆ। ਉਹਨਾਂ ਨੂੰ ਤਾਂ ਜਾਨਵਰ ਚਿੜੀਆਂ ਵੀ ਜੋ ਬੋਲਤ ਹੈ ਮਿਰਗ ਮੇਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ, ਹੋਰ ਐ ਸੁਣ ਲੱਗ ਜਾਂਦਾ। ਤੇ ਉਹਨਾਂ ਦੀ ਇਸ ਤਰ੍ਹਾਂ ਦੀ ਜਿਹਨਾਂ ਦੀ ਅਨਹਦ ਜਿਹੜੀ ਬਾਜੇ ਇਹਨਾਂ ਦੇ ਜੋਗੀਆਂ ਦੇ ਹੋਰਨ ਤਤਾਂਤੀ ਵਿੱਚ ਚਰਮ ਕਾ ਘਨ ਕੰਸੀ ਕੋ ਜਾਨ ਨਾਦ ਸ਼ਬਦ ਘਟ ਕੋ ਕਹਿ ਸਵਾਦ ਸੁਖਰ ਪਹਿਚਾਨ। ਇਹ 5 ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਅੰਦਰ 10 ਦੁਆਰ ਵਿੱਚ ਸੁਣਨੀਆਂ। ਨਾੜਾਂ ਖੂਨ ਸਰਕਲ ਕਰਦਾ ਹੈ, ਉਹਦੇ ਵਿੱਚ 5 ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਜਿਹੜੀ ਉਹ ਅਨਹਦ ਸ਼ਬਦ ਇੱਕ ਰਸ 10 ਦੁਆਰ ਦੇ ਜੋਗੀ ਸੁਣ ਲੈਂਦੇ ਆ, ਪ੍ਰਾਣ ਚੜਾਉਂਦੇ ਆ ਜਿਹੜੇ। ਪਰ ਇੱਧਰ ਇੱਕ ਰਸ ਨਾਮ ਦਾ ਬਾਜਾ ਵੱਜਣਾ, ਇਹ ਉਹਨਾਂ ਨੂੰ ਫਿਰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਉਨ ਮਨ ਹਰ ਲਿਵ ਲਾਏ, ਉਹ ਹਰੀ ਪਰਮੇਸ਼ਰ ਦੇ ਨਾਮ 'ਚ ਲਿਵ ਬਿਰਤੀ ਨੂੰ ਲਾ ਕੇ ਉਨਮਨੀ ਅਵਸਥਾ ਇੱਕ ਜਿਹੜਾ ਉਨਮਨ ਹੈ ਨਾ, ਇਹਨੂੰ ਉਨਮਨੀ ਕਹਿੰਦੇ ਨੇ। ਉਨਮਨ ਨੂੰ ਨੰਨੇ ਦੀ ਸਿਹਾਰੀ ਬਦਲ ਕੇ ਬਿਹਾਰੀ ਬਣ ਜਾਂਦੀ ਹੈ। ਉਨਮਨੀ ਅਵਸਥਾ ਉਹ ਗਿਆਨ ਤੁਰੀਆ ਅਵਸਥਾ ਵਿੱਚ ਰਹਿੰਦੇ ਹੈ। ਉਨ ਜਮਾ ਮਨ, ਉਹਨਾਂ ਦਾ ਮਨ ਸੰਸਾਰ ਵੱਲੋਂ ਉਲਟ ਕੇ ਹਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਬਿਰਤੀ ਦੇ ਵਿੱਚ ਉਹ ਲਾ ਲੈਂਦੇ ਹੈ। ਲਿਵ ਬਿਰਤੀ ਲੱਗ ਗਈ ਹੈ। ਤੇ ਇਸ ਕਰਕੇ ਜੋਗੀਆਂ ਦੇ ਮਤ ਅਨੁਸਾਰ ਇਹ ਜਿਹੜੀਆਂ 5 ਅਵਸਥਾ ਉਹਨਾਂ 'ਚ ਅਨੁਮਨੀ ਜਿਹੜੀ ਇੱਕ ਮਨ ਦੀ ਅਵਸਥਾ ਹੈ, ਉਹਦੇ ਵਿੱਚ ਸਾਸੀ ਖੇਚਰੀ ਭੂਚਰੀ ਅਗੋਚਰੀ ਉਨਮਨੀ ਆਦ ਇਹਨਾਂ ਦੇ ਨਾਮ ਹਨ। ਇਹਦੀ ਵੀ ਪਿੱਛੇ ਵਿਆਖਿਆ ਹੋ ਚੁੱਕੀ ਹੈ। ਨਾਨਕ ਹਰ ਭਗਤ ਤਿਨਾ ਕੈ ਮਨ ਵਸੈ, ਸਤਿਗੁਰੂ ਜੀ ਫਰਮਾਨ ਕਰਦੇ ਤਿਨਾ ਕਿ ਉਹਨਾਂ ਦੇ ਮਨ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਹਰ ਸਮੇਂ ਤੇ ਹਰ ਵੇਲੇ ਤੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਭਗਤ ਕਹੀਏ ਭਗਤੀ ਹਿਰਦੇ 'ਚ ਬਸਦੀ ਹੈ। ਹਰ ਵੇਲੇ ਨਾਮ ਹਿਰਦੇ 'ਚ ਉੱਠਦਾ ਰਹਿੰਦਾ ਹੈ ਜਿਵੇਂ ਫੁਹਾਰੇ ਦਾ ਜਲ ਚੱਲਦਾ ਹੈ। ਜਨ ਮਸਤਕ ਲਿਖਿਆ ਤੁਰ ਪਾਏ, ਜਿਨ੍ਹਾਂ ਦੇ ਮੱਥੇ ਤੇ ਧੁਰਾਂ ਤੋਂ ਹੀ ਪਰਮੇਸ਼ਰ ਨੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ, ਇਹ ਲੇਖ ਲਿਖ ਦਿੱਤਾ ਹੈ। ਪਾਦਤ ਨੇ ਸ੍ਰੇਸ਼ਟ ਲਿਖ, ਉਹਨਾਂ ਨੂੰ ਇਹ ਸਤਿਗੁਰੂ ਮਿਲਦਾ ਹੈ ਜਿਨ੍ਹਾਂ ਮਸਤਕ ਧੁਰ ਹਰ ਲਿਖਿਆ। ਤਿਨਾਂ ਸਤਿਗੁਰੂ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਭਲਿਆ। ਉਹਨਾਂ ਦੇ ਹਿਰਦੇ 'ਚ ਗਿਆਨ ਦਾ ਦੀਵਾ ਬਲਦਾ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਕਿ ਉਹ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਐਸਾ ਪ੍ਰਾਪਤ ਹੁੰਦਾ ਹੈ। ਇਹ ਹੰਕਾਰ ਤੋਂ ਰਹਿਤ ਹੋਣ ਦੀ ਗੱਲ, ਅਵਸਥਾ ਪ੍ਰਾਪਤ ਹੋਏ ਤੇ ਕੋਈ ਹੰਕਾਰ ਨਾ ਕਰੇ, ਉਹ ਕਹੇ ਵਾਹਿਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੋਇਆ ਹੈ। ਪੌੜੀ ਹੁਣ ਸਾਧ ਸੰਗਤ ਇਹ ਪੌੜੀ ਹੈ ਜਿੱਥੇ ਮਹਾਰਾਜ ਸਾਹਿਬ ਨੇ ਸਮਾਪਤੀ ਕਰਨੀ ਹੈ। ਪਉ ਢਾਡੀ ਹਰ ਪ੍ਰਭ ਖਸਮ ਕਾ, ਚੌਥੇ ਪਾਤਸ਼ਾਹ
ਧੰਨ ਗੁਰੂ ਰਾਮਦਾਸ ਮਹਾਰਾਜ। ਹੁਣ ਸ੍ਰੀ ਰਾਗ ਦੀ ਬਾਰ ਗੁਰੂ ਸਾਹਿਬ ਦੀ ਅੰਮ੍ਰਿਤਮਈ ਬਾਣੀ, ਜਿਹੜੇ ਗੁਰੂ ਸਾਹਿਬਾਨਾਂ ਦੀ, ਉਹ ਸਾਧ ਸੰਗਤ ਜੀ ਭਾਵੇਂ ਪਹਿਲੇ ਜਾਮੇ ਵਿੱਚ, ਦੂਜੇ, ਤੀਸਰੇ, ਚੌਥੇ ਵਿੱਚ ਇਹ ਬਾਣੀ ਉਚਾਰਨ ਕੀਤੀ ਹੈ, ਪੰਜਵੇਂ ਵਿੱਚ ਉਚਾਰਨ ਕੀਤੀ ਹੈ, ਤੇ ਇਉਂ ਸਾਰੇ ਗੁਰੂ ਸਾਹਿਬਾਨਾਂ ਦੇ ਪੰਜਵੇਂ ਸਰੂਪ ਤੱਕ ਸ੍ਰੀ ਰਾਗ ਦੀ ਬਾਣੀ ਅੱਜ ਫਿਰ ਇੱਥੇ ਸਮਾਪਤ ਹੋਣੀ। ਅੱਗੇ ਭਗਤਾਂ ਦੀ ਬਾਣੀ ਸ਼ੁਰੂ ਹੋਊਗੀ ਕੱਲ ਨੂੰ। ਤੇ ਮਹਾਰਾਜ ਸਾਹਿਬ ਜੀ ਹੁਣ ਇਸ ਬਾਰ ਦੀ, ਜਿਹੜੀ ਸ੍ਰੀ ਰਾਗ ਦੀ ਬਾਰ ਹੈ ਚੌਥੇ ਪਾਤਸ਼ਾਹ ਦੀ, ਉਹਦੀ ਹੁਣ ਪੌੜੀ ਉਚਾਰਨ ਕਰਦੇ ਨੇ ਸ਼ਹਿਨਸ਼ਾਹ। ਉਹਦੇ 'ਚ ਫਰਮਾਨ ਕਰਦੇ ਹਨ, ਹਉ ਢਾਡੀ ਦੁਆਰੇ ਬੋਲੋ ਜੀ। ਹਉ ਢਾਡੀ ਹਰ ਪ੍ਰਭ ਖਸਮ ਕਾ। ਮਹਾਰਾਜ ਨੇ ਆਪਣੇ ਆਪ ਨੂੰ ਢਾਡੀ ਰੂਪ ਦੇ ਅੰਦਰ, ਜਿਹੜਾ ਢੱਡ ਵਜਾ ਕੇ ਗਾਇਨ ਕਰਦਾ ਹੈ, ਜਸ ਗਾਇਨ ਕਰਦਾ ਹੈ, ਉਹਨੂੰ ਢਾਡੀ ਕਹਿੰਦੇ ਆ। ਜਿਹੜੇ ਸੂਰਮੀਆਂ ਦੀਆਂ 12 ਗਾਉਂਦੇ ਹੁੰਦੇ ਸੀ, ਢੱਡਾਂ ਵਜਾ ਕੇ, ਸਰੰਗੀ ਵਜਾ ਕੇ। ਮਾਰੇ ਕਹਿੰਦੇ ਮੈਂ ਵੀ ਢਾਡੀ ਹਾਂ ਉਸ ਪਰਮੇਸ਼ਰ ਦਾ, ਮੈਂ ਆਪਣੇ ਹਿਰਦੇ ਦੀ ਢੱਡ ਵਜਾ ਲਈ ਹੈ, ਤੇ ਮੈਂ ਆਪਣੀ ਸੁਰਤੀ ਦੀ ਸਰੰਗੀ ਦੇ ਨਾਲ, ਫਿਰ ਮੈਂ ਵੀ ਇੱਕ ਢਾਡੀ ਹਾਂ, ਪਰ ਮੈਂ ਅੰਦਰਲੇ ਸਾਜ਼ਾਂ ਦੇ ਨਾਲ ਉਹਦਾ ਜਸ ਕੀਤਾ। ਹਉ ਢਾਡੀ ਹਰ ਪ੍ਰਭ ਖਸਮ ਕਾ। ਰਾਜਿਆਂ ਮਹਾਰਾਜਾਂ ਦੇ ਢਾਡੀ ਰੱਖੇ ਹੁੰਦੇ ਸੀ, ਪਰ ਮੈਂ ਉਸ ਸ਼ਹਿਨਸ਼ਾਹ ਦਾ ਢਾਡੀ ਹਾਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ। ਚੌਥੇ ਪਾਤਸ਼ਾਹ ਕਹਿੰਦੇ ਨੇ, ਹਉ ਮੈਂ ਅਕਾਲ ਪੁਰਖ ਦਾ ਢਾਡੀ ਜਸ ਕਰਨ ਵਾਲਾ ਹਾਂ। ਉਹ ਪਰਮੇਸ਼ਰ ਵਾਹਿਗੁਰੂ ਦੇ ਕਿਰਪਾ ਕੀਤੀ ਮੇਰੇ ਤੇ। ਹਰ ਕੈ ਦਰ ਆਇਆ। ਹਰ ਪਰਮੇਸ਼ਰ ਦੇ ਸਤ ਸੰਗਤ ਰੂਪੀ ਦੁਆਰੇ ਤੇ ਆਇਆ ਮੈਂ। ਗੁਰੂ ਨਾਨਕ ਸਾਹਿਬ ਨੇ ਜਿਹੜੀ ਸਤ ਸੰਗਤ ਬਣਾ ਦਿੱਤੀ, ਗੁਰਦੇਵ ਗੁਰੂ ਅਮਰਦਾਸ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ, ਤੇ ਮੈਂ ਸਤ ਸੰਗਤ ਦੇ ਵਿੱਚ ਇਹ ਜਸ ਕਰਨ ਵਾਸਤੇ ਆਇਆ, ਤੇ ਮੈਂ ਉਹਦਾ ਨਿਰੰਕਾਰ ਦਾ ਢਾਡੀ ਹਾਂ। ਹਰ ਅੰਦਰ ਸੁਣੀ ਪੁਕਾਰ। ਮੇਰੀ ਹਰ ਪਰਮੇਸ਼ਰ ਨੇ ਸਤ ਸੰਗਤ ਦੁਆਰਾ ਮੇਰੀ ਜਿਹੜੀ ਫਰਿਆਦ ਸੀ, ਪੁਕਾਰਨਾ ਫਰਿਆਦ ਦਾ ਹੁੰਦਾ ਸਾਧ ਸੰਗਤ ਜੀ, ਉਹ ਸੱਚਖੰਡ ਦੇ ਅੰਦਰ ਸੁਣ ਲਈ। ਮੇਰੀ ਜਿਹੜੀ ਪੁਕਾਰ ਸੀ ਸੱਚਖੰਡ ਦੇ ਵਿੱਚ ਪੁਕਾਰ ਪ੍ਰਵਾਨ ਹੋ ਗਈ। ਜਦੋਂ ਪ੍ਰਾਪਤੀ ਹੁੰਦੀ ਹੈ ਪ੍ਰਤੱਖ, ਉਹ ਅਵਸਥਾ ਕਥਨ ਕਰਦੇ ਹਨ, ਢਾਡੀ ਮੁਖ ਲਾਇਆ। ਇਹ ਮੈਨੂੰ ਢਾਡੀ ਜਸ ਕਰਨ ਵਾਲੇ ਨੂੰ ਆਪਣੇ ਮੁਖ ਲਾਇਆ। ਕੀ ਹੈ? ਸਨਮੁਖ ਲਾ ਲਿਆ, ਸਨਮੁਖ ਕਰ ਲਿਆ, ਪ੍ਰਤੱਖ ਹੋ ਗਿਆ। ਇਸ ਪ੍ਰਕਾਰ ਮੇਰੇ ਤੇ ਕਿਰਪਾ ਕੀਤੀ। ਫਿਰ ਮੈਨੂੰ ਪੁੱਛਿਆ ਵਾਹਿਗੁਰੂ ਨੇ, ਹਰ ਪੁੱਛਿਆ ਢਾਡੀ ਸਦਕੈ। ਮੈਨੂੰ ਢਾਡੀ ਜਸ ਕਰਨ ਵਾਲੇ ਨੂੰ ਆਪਣੇ ਕੋਲ ਸੱਦ ਲਿਆ। ਮੈਨੂੰ ਫਿਰ ਪੁੱਛਿਆ, ਪੁੱਛ ਕੇ ਤੇ ਪੁੱਛਿਆ ਵੀ ਹੇ ਕੀਰਤਨ ਗਾਉਣ ਵਾਲੇ ਤੇ ਹੇ ਮੇਰਾ ਜਸ ਕਰਨ ਵਾਲਿਆ, ਤੂੰ ਬੜੇ ਪ੍ਰੇਮ ਦੇ ਜਸ ਕੀਤਾ ਹੈ, ਪਰ ਮੈਨੂੰ ਇਹ ਦੱਸ ਤੂੰ ਵੀ ਕਿਸ ਕਾਰਨ ਕਰਕੇ ਜਸ ਕੀਤਾ। ਕਿਤ ਅਰਥ ਤੂੰ ਆਇਆ। ਕਿਤ ਕਿਸ ਅਰਥ ਮਤਲਬ ਦੇ ਲਈ ਆਉਣਾ ਕੀਤਾ ਹੈ। ਮੇਰੇ ਦੁਆਰੇ ਤੇ ਆਇਆ, ਮੈਨੂੰ ਮੰਗਦਾ ਰਿਹਾ, ਸੱਚਖੰਡ ਦੇ ਦੁਆਰੇ ਤੇ ਪਹੁੰਚ ਗਿਆ। ਕਿਤ ਅਰਥ ਤੂੰ ਆਇਆ, ਕੀ ਹੈ, ਕੀ ਮੰਗਣਾ? ਢਾਡੀ ਜਸ ਕਰਦੇ ਪਹਿਲਾਂ ਰਾਜਾ ਮਹਾਰਾਜਾਂ ਦਾ। ਫਿਰ ਉਹ ਕਹਿੰਦੇ ਜੀ ਹੁਣ ਕਿਰਪਾ ਕਰੋ, ਮਤਲਬ ਵੀ ਕੁਝ ਦਿਓ। ਹੁਣ ਜਸ ਕਰਨ ਵਾਲੇ ਆਵੇਂ ਰਿਵਾਜ ਹੈ, ਪਹਿਲਾਂ ਜਸ ਕਰਨਾ, ਉਹ ਜਸ ਕਰਕੇ ਫਿਰ ਉਹ ਮੰਗਣਾ, ਫਿਰ ਉਹ ਉਹਨਾਂ ਨੂੰ ਬਖਸ਼ਿਸ਼ਾਂ ਕਰਦੇ। ਕਿਤ ਅਰਥ ਤੂੰ ਆਇਆ? ਗੁਰੂ ਰਾਮਦਾਸ ਕਹਿੰਦੇ ਮੈਨੂੰ ਪੁੱਛਿਆ ਵੀ ਤੂੰ ਕਾਹਦੇ ਲਈ ਮੇਰਾ ਜਸ ਕੀਤਾ, ਕੀ ਚਾਹੁੰਦਾ ਮੇਰੇ ਕੋਲੋਂ? ਨਿਤ ਦੇਵੋ ਦਾਨ ਦਇਆਲ ਪ੍ਰਭ। ਕਹਿੰਦੇ ਮੈਂ ਫਿਰ ਨਿਰੰਕਾਰ ਨੂੰ ਕਿਹਾ, ਇਹ ਦਾਤਾ ਜੀ ਤੁਸੀਂ ਹੋ ਦਿਆਲੂ, ਦਇਆਲ, ਦਇਆ ਦਾ ਆਲਾ ਘਰ ਹੋ ਤੁਸੀਂ ਪ੍ਰਭੂ ਜੀ, ਮੈਨੂੰ ਇਹ ਦਾਨ ਦੇਵੋ ਦੇਣਾ ਕਰੋ ਜੀ। ਮੈਂ ਸੰਸਾਰ ਦੇ ਦਾਨਾਂ ਵਰਗਾ ਦਾਨ ਨਹੀਂ ਲੈਣਾ ਚਾਹੁੰਦਾ, ਮੈਨੂੰ ਮਹਾਰਾਜ ਕਿਰਪਾ ਕਰੋ। ਨਿਤ ਦੇਵੋ ਦਾਨ, ਮੈਨੂੰ ਮਹਾਰਾਜ ਨਿਤ ਨਿਤਾ ਪ੍ਰਤੀ, ਹਮੇਸ਼ਾ ਵਾਸਤੇ, ਇਹ ਨਹੀਂ ਇੱਕ ਦਿਨ ਨਹੀਂ, ਮੈਨੂੰ ਤਾਂ ਰੋਜ਼ ਹੀ ਦਾਨ ਦਿਓ। ਇਹ ਮਹਾਰਾਜ ਨੇ ਪੁੱਛਿਆ ਕਿਹੜਾ ਦਾਨ ਨਿਤ ਮੰਗਦੇ ਹੋ? ਤਾਂ ਦੱਸਦੇ ਹਨ, ਹਰ ਨਾਮ ਧਿਆਇਆ। ਮੈਨੂੰ ਨਾਮ ਦੇ ਧਿਆਉਣ ਦਾ ਦਾਨ ਦੇ ਦਿਓ, ਵੀ ਮੇਰਾ ਧਿਆਨ ਸੰਸਾਰ ਵਾਲੇ ਪਾਸੇ ਨਾ ਜਾਵੇ, ਮੇਰਾ ਧਿਆਨ ਤੁਹਾਡੇ ਨਾਲ ਜੁੜਿਆ ਰਹੇ, ਮੈਂ ਤੁਹਾਡੇ ਨਾਮ ਨੂੰ ਨਿਤਾ ਪ੍ਰਤੀ ਧਿਆਉਂਦਾ ਰਹਾਂ। ਇਸ ਕਰਕੇ ਆ ਮੈਂ ਮੰਗਦਾ, ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਚਾਅ ਚੜਿਆ ਹੋਇਆ ਮਹਾਰਾਜ, ਮੈਨੂੰ ਕਿਰਪਾ ਕਰੋ। ਕੈਸਾ ਪਿਆਰ ਦਾ ਉਪਦੇਸ਼ ਮਹਾਰਾਜ ਨੇ ਦੱਸਿਆ। ਇਹ ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰ ਆਤੇ ਨੇ ਸਵਾਰਿਆ, ਪੂਰੀ ਹੋਈ ਕਰਾਮਾਤ।
ਆਪ ਸਿਰਜਨਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਐਸਾ ਤੂੰ ਹੈ ਸੱਚੇ ਪਾਤਸ਼ਾਹ ਜੀ। ਇੰਨੀ ਨਿਮਰਤਾ ਸਾਨੂੰ ਸਿਖਾਉਣ ਵਾਸਤੇ ਇਹੋ ਜਿਹੇ ਸ਼ਬਦ ਉਚਾਰ ਕਰਕੇ ਦਿੱਤੇ ਤੇ ਗੁਰੂ ਸਾਹਿਬਾਨਾਂ ਨੇ ਸਾਨੂੰ ਨਿਮਰਤਾ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ। ਤੇ ਅਸੀਂ ਫਿਰ ਸੱਜੇ ਖੱਬੇ ਤੋਂ ਹੈਂਕੜ ਲੈਣ ਦੀ ਵੀ ਕਸਰ ਨਹੀਂ ਛੱਡੀ ਹੋਈ। ਅਸੀਂ ਇਹ ਆਕੜ ਸਾਡੇ ਵੀ ਪਤਾ ਨਹੀਂ ਕਿੱਥੋਂ ਆਈ ਹੈ। ਗੁਰੂ ਨੇ ਤਾਂ ਨਿਮਰਤਾ ਦਿੱਤੀ ਹੈ। ਸਿੱਖ ਸਿੱਖ ਦੇ ਅੱਗੇ ਝੁਕੇ, ਸਿੱਖ ਸਿੱਖ ਦਾ ਵਡਿਆਈ ਕਰੇ, ਸਿੱਖ ਸਿੱਖ ਦੀ ਸੇਵਾ ਕਰੇ। ਮਾਰੇ ਕਹਿੰਦੇ ਮੇਰੀਆਂ ਖੁਸ਼ੀਆਂ ਹੋਣਗੀਆਂ। ਪਰ ਇਥੋਂ ਉਲਟ ਕੰਮ ਹੋਇਆ। ਸਿੱਖ ਸਿੱਖ ਦਾ ਬੁਰਾ ਕਰਦਾ, ਉਹਦੀਆਂ ਜੜ੍ਹਾਂ ਵੱਢਦਾ, ਉਹਦੀ ਨਿੰਦਿਆ ਕਰਦਾ, ਉਹਦਾ ਅਪਮਾਨ ਕਰਨ ਵਾਸਤੇ ਡੰਡੇ ਸੋਟੇ ਸ਼ਸਤਰਾਂ ਤੱਕ ਸਿੱਖਾਂ ਦੇ ਆਪਸ ਵਿੱਚ ਕਿਉਂ ਚੱਲਦੇ ਨੇ? ਅਗਿਆਨ ਕਰਕੇ। ਆ ਨਿਮਰਤਾ ਗਈ, ਗਿਆਨ ਗਿਆ, ਸਿੱਖੀ ਦਾ ਪਹਿਰਾਵਾ ਰਹਿ ਗਿਆ ਸਾਡੇ ਕੋਲ। ਮਹਾਰਾਜ ਨੇ ਚੰਦਨ ਦੇ ਬੂਟੇ ਲਾਏ ਨਾ, ਬਾਂਸ ਨਹੀਂ ਪੈਦਾ ਕੀਤੇ। ਗੁਰੂ ਨਾਨਕ ਦੀ ਫੁਲਵਾੜੀ ਦੇ ਅੰਦਰ ਚੰਦਨ ਦੇ ਬੂਟੇ ਖੜੇ ਐ ਤੇ ਖੁਸ਼ਬੂਦਾਰ ਫੁੱਲ ਖੜੇ ਐ। ਭਗਤੀ ਦੀ ਖੁਸ਼ਬੂਦਾਨ ਇਹ ਤਾਂ ਬਾਂਸ ਛਿਲਤਾਂ ਦਿੰਦਾ ਹੈ ਤੇ ਫਿਰ ਵਿਚਾਲੇ ਹੁੰਦਾ ਵੀ ਪੋਲਾ ਹੀ ਹੈ। ਜਿਹੜੇ ਸਿੱਖੀ ਦੇ ਪੋਲੇ ਨੇ ਬਾਂਸਾਂ ਵਾਂਗੂ ਖਿੰਦੇ ਆ। ਤੇ ਮਹਾਰਾਜ ਦੇ ਕੋਲੋਂ ਸਿੱਖੀ ਦਾ ਦਾਨ ਮੰਗੋ। ਮਹਾਰਾਜ ਸਾਨੂੰ ਆਹ ਸਿੱਖੀ ਦਿਓ ਜਿਹੜੀ ਤੁਸੀਂ ਕਮਾਈ ਗੁਰੂ ਅਮਰਦਾਸ ਦੇ ਕੋਲ। ਆਹ ਦਾਨ ਮੰਗਿਆ ਹੈ। ਮਹਾਰਾਜ ਕਿਰਪਾ ਕਰੋ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖੀਆ। ਉਤਰੇ ਮਨ ਕੀ ਭੁੱਖੇ ਭੁੱਖ ਉਤਰ ਜਾਏ। ਮਹਾਰਾਜ ਹਰ ਦਾਤਾ ਹਰ ਨਾਮ ਜਪਾਇਆ। ਇਹ ਬੇਨਤੀ ਕਹਿੰਦੇ ਮੇਰੀ ਸੁਣ ਲਈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਹਰੀ ਪਰਮੇਸ਼ਰ ਦਾਤੇ ਨੇ। ਦਾਤਾਂ ਦੇਣ ਵਾਲੇ ਨੂੰ ਦਾਤਾ ਕਹਿੰਦੇ ਆ ਨਾ। ਦਾਤਾ ਹੈ ਉਹ ਪਰਮੇਸ਼ਰ ਨੇ। ਉਹ ਸਾਰੀਆਂ ਦਾਤਾਂ ਉਹਦੇ ਹੱਥ ਵਿੱਚ ਨੇ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਦਾਤ ਹੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇ ਉਹਦੇ ਹੱਥ ਵਿੱਚ ਹੈ। ਕਹਿੰਦੇ ਉਸ ਵੇਲੇ ਪਰਮੇਸ਼ਰ ਨੇ ਮੇਰੇ ਕੋਲੋਂ ਆਪਣਾ ਨਾਮ ਜਪਾਇਆ, ਜਪਾਉਣਾ ਕੀਤਾ। ਕਹਿੰਦੇ ਮੈਂ ਜਿੰਨਾ ਨਾਮ ਜਪਦਾ, ਕਹਿੰਦੇ ਮੈਂ ਨਹੀਂ ਜਪਦਾ, ਨਿਰੰਕਾਰ ਨੇ ਮੇਰੀ ਅਰਦਾਸ ਸੁਣ ਲਈ ਸੀ। ਉਹ ਮੇਰੇ ਕੋਲੋਂ ਜਪਾ ਰਿਹਾ ਹੈ। ਨਾਨਕ ਪੈ ਨਾਇਆ ਸੁਧ। ਇਹ ਮਹਾਰਾਜ ਸਾਹਿਬ ਜੀ ਫਿਰ ਅੱਗੇ ਬਾਰ ਦੀ ਸਮਾਪਤੀ ਕਹਿੰਦੇ ਨੇ ਮੈਨੂੰ ਦਾਸ ਨੂੰ। ਮਹਾਰਾਜ ਸਾਹਿਬ ਜੀ ਕਹਿੰਦੇ ਜਸ ਰੂਪ ਇਹ ਮੈਨੂੰ ਸਿਰੋਂ ਭਉ ਬਖਸ਼ਿਆ, ਪਹਿਨਾ ਦਿੱਤਾ ਮੈਨੂੰ। ਜਾਂ ਫਿਰ ਆਪਣੇ ਵਿੱਚ ਅਭੇਦ ਕਰਨ ਰੂਪ ਸਿਰੋਂ ਭਉ ਪਹਿਨਾਇਆ, ਪਹਿਨਾ ਦਿੱਤਾ। ਤੇ ਇਹ ਵੀ ਨਾਲ ਇਸ਼ਾਰਾ ਕੀਤਾ ਵੀ ਮੈਨੂੰ ਗੁਰਤਾ ਗੱਦੀ ਦਾ ਸਿਰੋਂ ਭਉ ਇਹ ਫਿਰ ਬਖਸ਼ ਦਿੱਤਾ। ਮੇਰੀ ਨਿਮਰਤਾ, ਮੇਰੀਆਂ ਅਰਦਾਸਾਂ ਜੋਦੜੀਆਂ ਤੇ ਇਹ ਕਬੂਲ ਹੋ ਗਈਆਂ। ਤੇ ਇਹਦੇ ਨਾਲ ਫਿਰ ਮੈਨੂੰ ਮਹਾਰਾਜ ਸਾਹਿਬ ਨੇ ਇਹ ਕਿਰਪਾ ਕਰਤੀ, ਇਹ ਸਿਰੋਂ ਭਉ ਬਖਸ਼ ਦਿੱਤਾ। ਇਹ ਸਿਰੋਂ ਭਉ ਮਹਾਰਾਜ ਸਾਹਿਬ ਜੀ ਨੇ ਪਰਮੇਸ਼ਰ ਨੇ ਖੁਸ਼ ਹੋ ਕੇ ਗੁਰਤਾ ਗੱਦੀ ਦਾ ਗੁਰੂ ਅਮਰਦਾਸ ਰੂਪ ਹੋ ਕਰਕੇ ਬਖਸ਼ ਦਿੱਤਾ। ਇਹਦੇ ਨਾਲ ਹੀ ਸਾਸਨੀ ਜੀ ਪਦ ਲਿਖ ਦਿੱਤਾ ਸੁੱਧ। ਇਹ ਸਾਰੀ ਵਾਰ ਦੀ ਸਮਾਪਤੀ ਤੋਂ ਬਾਅਦ 21 ਪੌੜੀਆਂ ਵਾਲੀ ਵਾਰ ਸੀ, ਇਹ ਸਮਾਪਤ ਹੋ ਗਈ ਤੇ ਨਾਲ ਲਿਖਤਾ ਸੁੱਧ। ਹੁਣ ਆਓ ਇਹਦੀ ਥੋੜੀ ਜਿਹੀ ਵਿਚਾਰ ਕਰਨੀ ਬਣਦੀ। ਮਹਾਰਾਜ ਨੇ ਕਿਹਾ ਸੁੱਧ, ਇਹ ਬਾਣੀ ਸੁੱਧ ਹੈ, ਸੁੱਧ ਕੀਤੀ ਹੋਈ ਹੈ। ਇਸ ਕਰਕੇ ਕੋਈ ਇਹਦੇ ਉੱਤੇ ਹਿੰਮਤ ਨਾ ਕਰੇ, ਕਲਮ ਨਾ ਉਠਾਵੇ, ਆਪਣੀ ਅਕਲ ਦੇ ਨਾਲ ਕਹੇ ਵੀ ਮੈਂ ਮਹੱਲੇ ਹੋਰ ਥਾਂ ਤੇ ਕਰਦਾ, ਪੌੜੀਆਂ ਇੱਥੇ ਬਣਦੀਆਂ ਨੇ ਇੱਥੇ ਕਰਦੇ ਆ, ਸ਼ਲੋਕ ਹੋਰ ਥਾਂ ਤੇ ਕਰਦੇ ਆ। ਇਹ ਬਾਣੀ ਦੀ ਅਦਲਾ ਬਦਲੀ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ। ਇਉਂ ਇਸ ਬਾਣੀ ਨੂੰ ਪੜ੍ਹ ਕੇ ਸੁੱਧ ਗਿਆਤ ਪ੍ਰਾਪਤ ਕਰੋ। ਸੁੱਧ ਦਾ ਅਰਥ ਹੈ ਗਿਆਤ। ਸੁੱਧ ਗਿਆਤ ਜਿਹੜੀ ਕਿਹੜੀ ਹੈ? ਬ੍ਰਹਮ ਗਿਆਨ ਦੀ। ਇਹ ਕਾਹਦੇ ਵਾਸਤੇ ਪੜ੍ਹਨੀ ਹੈ? ਕਹਿੰਦੇ ਸੁੱਧ ਗਿਆਤ ਪ੍ਰਾਪਤ ਕਰੋ ਬ੍ਰਹਮ ਗਿਆਨ ਦੀ। ਪੜ੍ਹ ਕੇ ਹੀ ਨਾ ਛੱਡ ਦਿਓ। ਸੁੱਧ ਗਿਆਤ ਕਰੋਗੇ ਤਾਂ ਤੁਹਾਡੇ ਮਨ ਨੂੰ ਗੁਰਬਾਣੀ ਕੀ ਕਰੇਗੀ? ਸੁੱਧ, ਤੁਹਾਡੇ ਮਨਾਂ ਨੂੰ ਸੁੱਧ ਕਰ ਦੇਗੀ। ਸੁੱਧ ਦਾ ਇਹ ਵੀ ਅਰਥ ਬਣਦਾ ਹੈ ਜਦੋਂ ਮਨ ਸੁੱਧ ਹੋ ਗਿਆ ਉਦੋਂ ਫਿਰ ਸੁੱਧ ਸਰੂਪ ਦੀ ਪ੍ਰਾਪਤੀ ਹੋ ਜਾਏਗੀ। ਇਹ ਸ੍ਰੀ ਰਾਗ ਸੁੱਧ ਵਿੱਚ ਉਚਾਰਨ ਕੀਤਾ ਹੋਇਆ ਹੈ ਸਾਰੀ ਬਾਣੀ। ਸਾਧ ਸੰਗਤ ਜੀ ਇੱਕ ਇਤਿਹਾਸਕ ਘਟਨਾ ਹੈ, ਇਹਦੇ ਨਾਲ ਜਿਹੜੀ ਆ ਉਹ ਇੱਥੇ ਕਹਿਣੀ ਸੁਣਨੀ ਬਣਦੀ। ਸਮਾਂ ਆਇਆ, ਮਾਸਟਰ ਤਾਰਾ ਸਿੰਘ ਜੀ ਉਸ ਵੇਲੇ ਪੰਥ ਦੇ ਆਗੂਆਂ ਦੇ ਵਿੱਚੋਂ ਸੀ। ਸ਼੍ਰੋਮਣੀ ਕਮੇਟੀ ਦੇ ਸਾਧ ਸੰਗਤ ਜੀ ਅਧਿਕਾਰ ਉਹਨਾਂ ਦੇ ਹੱਥ ਵਿੱਚ ਸੀ। ਉਹਨਾਂ ਦੀ ਪਹਿਰੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਕੁਝ ਵਿਦਵਾਨਾਂ ਨੇ ਇਹੋ ਜਿਹੀ ਪੁੱਠੀ ਪੜ੍ਹਤੀ ਪੜ੍ਹਾ ਦਿੱਤੀ
ਆਖੇ ਜੀ ਮੰਗਲ ਜਿਹੜੇ ਨੇ ਉੱਪਰ ਹੋਣੇ ਚਾਹੀਦੇ ਆ, ਮੰਗਲ ਕਈ ਵਾਰੀ ਵਿੱਚ ਆ ਜਾਂਦੇ ਆ। ਉਹਨਾਂ ਨੇ ਗੁਰਮਤਾ ਇਹ ਹੋ ਗਿਆ, ਇਹਨਾਂ ਨੇ ਮੰਗਲ ਬਦਲ ਦਿੱਤੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਵਿਗਾੜ ਦਿੱਤਾ ਮੰਗਲ ਬਦਲ ਕੇ। ਇਹਦਾ ਫਿਰ ਸਾਸ ਜੀ ਉਸ ਵੇਲੇ ਪੰਥ ਦੇ ਵਿੱਚ ਬਹੁਤ ਵੱਡਾ ਰੌਲਾ ਪੈ ਗਿਆ। ਇਹ ਰੌਲਾ ਚੱਲਿਆ 13 ਸਾਲ। 13 ਸਾਲ ਇਹ ਜਿਹੜਾ ਰੌਲਾ ਚੱਲਿਆ ਵੀ ਮੰਗਲ ਕਿਉਂ ਬਦਲੇ। ਸਾਰੀਆਂ ਸੰਪਰਦਾਵਾਂ ਇਕੱਠੀਆਂ ਹੋਈਆਂ, ਸਾਰੀਆਂ ਸੰਪਰਦਾ ਦੇ ਮਹਾਂਪੁਰਸ਼ ਇਕੱਠੇ ਹੋਏ, ਵਿਦਵਾਨ ਇਕੱਠੇ ਹੋਏ। ਉਹਨਾਂ ਵਿਦਵਾਨਾਂ ਨੇ ਸਾਧ ਸੰਗਤ ਜੀ ਇੱਕ ਫਿਰ ਸੰਸਥਾ ਬਣਾਈ। ਇਹ ਇਤਿਹਾਸਕ ਤੱਥ ਹੈ, ਬਹੁਤ ਜ਼ਰੂਰੀ ਹੈ। ਇੱਕ ਸੰਸਥਾ ਬਣਾਈ, ਆਗੂ ਚੁਣੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਨਾਲ ਉਹਨਾਂ ਦੀ ਭੁੱਲ ਨੂੰ ਚੇਤੇ ਕਰਾਉਣ। ਵੱਡੇ ਪੱਧਰ ਤੇ ਪ੍ਰਚਾਰ ਹੋਇਆ। ਉਹ ਸੰਸਥਾ ਦਾ ਨਾਮ ਕੀ ਰੱਖਿਆ? ਗੁਰੂ ਖਾਲਸਾ ਸੰਤ ਸਮਾਜ। ਇਹ ਸਾਡੇ ਵੱਡਿਆਂ ਦਾ ਨਾਮ ਰੱਖਿਆ ਵਾ, ਗੁਰੂ ਖਾਲਸਾ ਸੰਤ ਸਮਾਜ। ਇਹਦੇ ਵਿੱਚ ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਕਲੇਰਾਂ ਵਾਲੇ ਮਹਾਂਪੁਰਸ਼, ਭਿੰਡਰਾਂ ਵਾਲੇ ਮਹਾਂਪੁਰਸ਼, ਉਹ ਤਾਂ ਹੈ ਹੀ ਆਗੂਆਂ ਦੇ ਵਿੱਚੋਂ ਸੀ। ਇਹ ਫਿਰ ਇਹਨਾਂ ਨੇ 94 ਵਿਦਵਾਨ ਜਿਹੜੇ ਸਾਧ ਸੀ ਇਕੱਠੇ ਕੀਤੇ ਤੇ ਕਮੇਟੀ ਦੇ ਵਿਦਵਾਨਾਂ ਦੇ ਨਾਲ, ਸਕੱਤਰ ਨਾਲ ਬਹਿਸਾਂ ਹੋਈਆਂ। ਮੁੱਖ ਗ੍ਰੰਥੀ ਉਹਨਾਂ ਦਾ ਬੈਠਿਆ ਨਾਲ। ਉਹਨਾਂ ਨੂੰ ਅਖੀਰ 'ਚ ਮੰਨਣਾ ਪੈ ਗਿਆ ਕਿ ਉਹਨਾਂ ਦੇ ਪ੍ਰੋਫੈਸਰ। ਉਦੋਂ ਬਾਅਦ ਹੌਲੀ ਹੌਲੀ ਸੰਤ ਫਤਿਹ ਸਿੰਘ ਦੇ ਕੋਲ ਇਹ ਪਹਿਰਾ ਸਾਧ ਸਿੰਘ ਜੀ ਆਇਆ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਆਹ ਕਾਰਜ ਜਿਹੜਾ ਸਰੂਪ ਵਿਗਾੜ ਦਿੱਤੇ, ਸਾਡਾ ਸਭ ਕੁਝ ਗੁਰੂ ਗ੍ਰੰਥ ਸਾਹਿਬ ਹੈ, ਅਸੀਂ ਉਂਗਲ ਨਹੀਂ ਉਠਾਉਣ ਦੇਣੀ। ਸਾਰੀਆਂ ਸੰਪਰਦਾਵਾਂ ਤੇ ਉਹਨਾਂ ਨੇ ਸਾਧ ਸਿੰਘ ਸ਼ਬਦਾਂ ਦੀ ਲੜਾਈ ਸੀ। 13 ਸਾਲ ਇਹ ਲੜਾਈ ਲੜਨ ਤੋਂ ਬਾਅਦ ਬਾਬਾ ਫਤਿਹ ਸਿੰਘ ਸਾਹਿਬ ਜਿਸ ਵੇਲੇ ਉਹ ਸਾਧ ਸਿੰਘ ਜੀ ਆ ਗਏ ਹੈ ਤੇ ਉਹਨਾਂ ਦੇ ਆਉਣ ਦੇ ਪਹਿਰੇ ਦੇ ਵਿੱਚ ਫਿਰ ਇਹ ਉਹਨਾਂ ਨੇ ਮੰਨਿਆ ਵੀ ਠੀਕ ਹੈ ਜੀ, ਇਹਦੀ ਸੁਧਾਈ ਕਰਨ ਵਾਸਤੇ ਵੀ ਤੁਸੀਂ ਵਿਦਵਾਨ ਦਿਓ ਜਿਹੜੇ ਬਾਣੀ ਦੀ ਸਿਹਾਰੀਆਂ ਵਿਹਾਰੀਆਂ, ਔਂਕੜ ਦਲੈਂਕੜ ਪਦ, ਕਰਤਾਰਪੁਰ ਸਾਹਿਬ ਵਾਲਾ ਸਰੂਪ ਤੇ ਦਮਦਮੇ ਸਾਹਿਬ ਵਾਲਾ ਸਰੂਪ, ਇਹ ਦੋਨਾਂ ਦੇ ਸਰੂਪਾਂ ਦੇ ਪਾਠ ਮਿਲਾ ਕੇ ਫਿਰ ਇੱਕ ਨਵਾਂ ਸਰੂਪ ਸ਼੍ਰੋਮਣੀ ਕਮੇਟੀ ਛਾਪੇਗੀ। 50,000 ਰੁਪਇਆ ਉਸ ਵੇਲੇ ਸਾਧ ਸਿੰਘ ਜੀ ਬਹੁਤ ਵੱਡੀ ਗੱਲ ਸੀ, ਪ੍ਰੈਸ ਵਾਸਤੇ ਦਿੱਤਾ ਗਿਆ, ਮਨਜ਼ੂਰ ਕੀਤਾ ਗਿਆ। ਇਹ ਫਿਰ ਜਿਹੜੇ 8 ਉੱਥੇ ਵਿਦਿਆਰਥੀ ਮਹਾਂਪੁਰਸ਼ਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਭੇਜੇ। ਉਹਦੇ ਵਿੱਚ ਸਾਧ ਸਿੰਘ ਜੀ ਮੁੱਖ ਰੂਪ ਦੇ ਵਿੱਚ ਬਹੁਤ ਵੱਡੇ ਪਾਠ ਦੇ ਬੋਧ ਵਾਲੇ ਜਿਹਨੇ ਪਾਠ ਦਰਸ਼ਨ ਪੋਥੀ ਬਣਾਈ ਸੀ, ਉਹ ਸਾਧ ਸਿੰਘ ਜੀ ਉਹਨਾਂ ਨੂੰ ਕਰਤਾਰ ਸਿੰਘ, ਭਾਈ ਕਰਤਾਰ ਸਿੰਘ ਪ੍ਰੇਮੀ ਕਹਿੰਦੇ ਸੀ, ਪ੍ਰੇਮੀ ਜੀ ਕਰਕੇ। ਉਹਨਾਂ ਨੂੰ ਕਿਹਾ ਵੀ ਤੁਹਾਡੀ ਜ਼ਿੰਮੇਵਾਰੀ ਦੇ ਨਾਲ ਹੋਰ ਵਿਦਿਆਰਥੀ ਲੈ ਜਾਓ। ਫਿਰ ਉਹਨਾਂ ਨੇ ਸਾਧ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਭੂਰਿਆਂ ਵਾਲੇ ਜਿਹੜੇ ਉਸ ਵੇਲੇ ਮਹਾਂਪੁਰਖਾਂ ਦੀ ਸੇਵਾ ਸੀ, ਕਹਿੰਦੇ ਭਾਈ ਕਰਤਾਰ ਸਿੰਘ ਤੂੰ ਵੀ ਜਾ। ਤੇ ਉਦੋਂ ਬਾਅਦ ਸਾਧ ਸਿੰਘ ਜੀ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਮਹਾਂਪੁਰਸ਼, ਵਿਦਿਆ ਦਾਤੇ ਮਹਾਂਪੁਰਸ਼ ਜਿਨ੍ਹਾਂ ਨੇ ਕੁਝ ਅੱਖਰ ਪੜ੍ਹਨ ਜੋਗੇ ਸਾਧ ਸਿੰਘ ਕੀਤਾ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ, ਸੰਤ ਗਿਆਨੀ ਇੰਦਰਜੀਤ ਸਿੰਘ ਜੀ, ਇਹ ਵਿਦਿਆ ਦਾਤੇ ਮਹਾਂਪੁਰਸ਼ਾਂ ਦਾ ਰੋਮ ਰੋਮ ਕਰਕੇ ਮੈਂ ਕਦੇ ਦੇਣ ਹੀ ਨਹੀਂ ਦੇ ਸਕਦਾ। ਜਿਨ੍ਹਾਂ ਤੋਂ ਵਿਆਖਿਆ ਪ੍ਰਾਪਤ ਹੋਈ, ਜਿਨ੍ਹਾਂ ਦੇ ਕੋਲੋਂ ਸੁੱਧ ਪਾਠ ਜਿਹੜਾ ਜਿੰਨਾ ਕੁ ਹੈ, ਸਾਰਾ ਤਾਂ ਨਹੀਂ ਮੈਂ ਕਹਿ ਸਕਦਾ, ਸੁੱਧ ਇਹਨਾਂ ਦੀ ਦੇਣ ਹੈ। ਇਹਨਾਂ ਦੀ ਡਿਊਟੀ ਨਾਲ ਲੱਗੀ। ਇਹਨਾਂ ਦੇ ਨਾਲ ਸਾਧ ਸਿੰਘ ਜੀ ਹੋਰ ਵੀ ਬਹੁਤ ਸਾਰੇ ਸਨ, 5 ਹੋਰ ਗੁਣ ਸੀ, ਤਕਰੀਬਨ ਲਗਭਗ 8। ਇਹਨਾਂ ਨੇ ਫਿਰ ਲਗਾਤਾਰ 1 ਸਾਲ 4 ਮਹੀਨੇ ਪਾਠਾਂ ਦੀ ਘੋਖ ਕਰਕੇ ਇਹ ਵਿਵਾਦ ਖਤਮ ਕਰਨ ਵਾਸਤੇ ਜਿਹੜੀ ਅਦਲਾ ਬਦਲੀ ਹੋਈ ਸੀ, ਨਵੇਂ ਬਲਾਕ ਬਣੇ। ਜਿਹੜੇ ਪਹਿਲੇ ਸੀ ਉਹ ਕਹਿੰਦੇ ਅਸੀਂ ਇਹਨਾਂ ਨੂੰ ਮੇਟ ਦਿਆਂਗੇ, ਤਾਂਬਰ ਪੱਤਰ ਬਣੇ। ਇਹ ਫਿਰ ਬਾਣੀ ਦਾ ਸਾਧ ਸਿੰਘ ਜੀ ਵੀ ਤਾਂ ਕਿ ਆਪਣੀ ਮਰਜ਼ੀ ਦੇ ਨਾਲ ਕੋਈ ਅਦਲਾ ਬਦਲੀ ਨਾ ਕਰੇ, ਅੱਗੇ ਵਾਸਤੇ ਹਿੰਮਤ ਨਾ ਕਰੇ। ਇਹ ਸ਼੍ਰੋਮਣੀ ਕਮੇਟੀ ਨੇ ਉਸ ਵੇਲੇ ਜਿਹੜਾ ਸਾਧ ਸਿੰਘ ਜੀ ਫਿਰ ਸਰੂਪ ਛਾਪੇ ਸਨ, ਉਹਦੇ 500 ਸਰੂਪ ਮਹਾਂਪੁਰਖਾਂ ਨੇ ਦੱਸਿਆ ਵੀ ਛਾਪਿਆ ਸੀ। ਉਹਦੇ 250 ਪਹਿਲਾਂ ਛਪੇ, 250 ਬਾਅਦ 500 ਸਰੂਪ ਛਪਿਆ। ਪੰਥ ਦਾ ਫੈਸਲਾ ਹੋਇਆ ਤੇ ਅਰਦਾਸ ਹੋਈ ਸੀ ਵੀ ਇਹ ਪਾਠ ਜਿਹੜੇ ਹੁਣ ਸੋਧੇ ਗਏ ਇੱਕ ਵਾਰੀ ਪੰਥ 'ਚ ਸਦਾ ਇਹੀ ਰਹਿਣਗੇ। ਪਰ ਦੁੱਖ ਦੀ ਬਾਤ ਹੈ ਤੇ ਹੁਣ ਜਿਹੜੇ ਸਰੂਪ ਛਪਦੇ ਉਹਨਾਂ 'ਚ ਉਹ ਪਾਠ ਨਹੀਂ ਹਨ। ਸੰਪਰਦਾ ਦੇ ਕੋਲੋਂ ਸਰੂਪ ਮੌਜੂਦ ਨੇ। ਜੇ ਕਿਸੇ ਨੂੰ ਇਹ ਲੱਗੇ ਵੀ ਰੰਧਾਵੇ ਵਾਲੇ ਨੇ ਆਪਣੇ ਕੋਲੋਂ ਕਹਿ ਦਿੱਤੀ ਗੱਲ, ਉਹ ਸਰੂਪ ਮੌਜੂਦ ਨੇ, ਪਾਠ ਮਿਲਾ ਕੇ ਦੇਖ ਲਓ। ਮੈਂ ਬੇਨਤੀ ਕਰੂੰਗਾ ਸਾਰੇ ਸਮੁੱਚੇ ਪੰਥ ਖਾਲਸੇ, ਪੰਥ ਦਾ ਮਸਲਾ ਹੈ, ਵੀਰੋ ਕਿਤੇ ਤਾਂ ਇਕੱਠੇ ਹੋ ਜਾਓ। ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਤਾਂ ਇਕੱਠੇ ਹੋ ਜਾਓ ਸਾਰੇ। ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰ ਸਕਦੇ ਹਾਂ ਵੀ ਤੁਸੀਂ ਇਸ ਵੇਲੇ ਤੁਹਾਡੇ ਕੋਲ ਇਹ ਪਰਮਾਤਮਾ ਨੇ ਜਾਂ ਲੋਕਾਂ ਨੇ ਸ਼ਕਤੀ ਦਿੱਤੀ ਹੈ,
ਤੁਸੀਂ ਇਹਦਾ ਗਲਤ ਪ੍ਰਯੋਗ ਛੱਡ ਕੇ ਜਿਹੜੇ ਸਰੂਪ ਇੱਕ ਵਾਰੀ ਛਾਪ ਚੁੱਕੇ ਨੇ ਤੇ ਉਹਨਾਂ ਸਰੂਪਾਂ ਦੇ ਅਨੁਸਾਰ ਸਰੂਪ ਛਾਪੇ ਜਾਣ ਤਾਂ ਕਿ ਪਾਸ ਦੀ ਦਿੱਕਤ ਨਾ ਆਵੇ। ਇਹ ਬੇਨਤੀਆਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਵੀ ਨੇ ਕਿ ਜਿਹੜੇ ਵੱਡਿਆਂ ਦੇ ਵੇਲੇ ਫੈਸਲਾ ਹੋ ਕੇ ਅਰਦਾਸਾਂ ਹੋ ਗਈਆਂ, ਅਰਦਾਸ ਤੇ ਸਾਨੂੰ ਖੜਨਾ ਚਾਹੀਦਾ ਤੇ ਸ਼੍ਰੋਮਣੀ ਕਮੇਟੀ ਨੇ ਜੋ ਫੈਸਲਾ ਕੀਤਾ ਉਸ ਵੇਲੇ ਉਹ ਫੈਸਲੇ ਨੂੰ ਅਮਲ 'ਚ ਲਿਆਉਣਾ ਚਾਹੀਦਾ। ਇਹ ਜਿਹੜੇ ਹੁਣ ਸਿਹਾਰੀਆਂ ਬਿਹਾਰੀਆਂ ਜਾਂ ਔਂਕੜ ਦਲੈਂਕੜ ਕਹਿੰਦੇ ਜੀ ਬਦਲ ਦਿਓ ਵਿਆਕਰਨ ਅਨੁਸਾਰ ਆਏ, ਪਿੱਛੇ ਜੀ ਚੱਲੀ ਸੀ ਬੜੀ ਮੁਹਿੰਮ, ਫਿਰ ਉਹਦਾ ਸੰਤ ਸਮਾਜ ਨੇ ਵਿਰੋਧ ਕੀਤਾ, ਫਿਰ ਹਟ ਗਏ ਤੇ ਉਹ ਸਾਸੀ ਗੁਪਤੀ ਕਹਿੰਦੇ ਨੇ ਅਜੇ ਵੀ ਕਰੀ ਜਾਂਦੇ ਆ। ਮਹਾਰਾਜ ਸੁਮਤ ਬਖਸ਼ੇ ਉਹਨਾਂ ਨੂੰ ਵੀ ਸੁੱਧ ਸ਼ਬਦ ਦੇ ਉੱਤੇ ਇਹ ਵਿਚਾਰਾਂ ਸੀ ਕਿ ਇਹ ਸੁੱਧ ਹੈ, ਇਹਦੇ 'ਚ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ। ਮਹਾਰਾਜ ਸਾਹਿਬ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਨੂੰ ਤੇ ਇੱਕੋ ਹੀ ਤੁਕ ਬਦਲੀ ਸੀ। ਰਾਮ ਰਾਏ ਦਾ ਹਾਲ ਦੇਖ ਲਓ ਕੀ ਹੋਇਆ, ਇਹੀ ਹਾਲ ਫਿਰ ਸਾਡਾ ਹੋਊਗਾ ਅੱਗੇ ਚੱਲ ਕੇ ਜੇ ਗੁਰਬਾਣੀ ਦੇ ਸਰੂਪ ਅਸੀਂ ਇਸ ਤਰ੍ਹਾਂ ਅਦਲ ਬਦਲ ਕਰਦੇ ਰਹੇ। ਅੱਖਰ ਅੱਖਰ ਤੇ ਵਿਸ਼ਵਾਸ ਕਰਨਾ ਹੈ। ਗੁਰੂ ਕਿਰਪਾ ਕਰੇ ਇਹ ਸੁੱਧ ਸ਼ਬਦ ਦੇ ਉੱਤੇ ਕੁਝ ਵਿਚਾਰਾਂ ਇਤਿਹਾਸਕ ਤੱਥ ਜਿਹੜੇ ਬੀਤੇ ਸਮੇਂ ਵੱਡਿਆਂ ਦੇ ਵੇਲੇ ਹੋਈਆਂ, ਇਹ ਵੀ ਗੱਲ ਛੱਡਣ ਵਾਲੀ ਨਹੀਂ ਸੀ। ਗੁਰੂ ਕਿਰਪਾ ਕਰੇ ਭਾਵੇਂ ਕਥਾ ਦੇ ਵਿੱਚ ਜਿੱਥੇ ਨਿਰੋਲ ਅਰਥਾਂ ਦੀ ਗੱਲ ਚੱਲਦੀ ਹੈ, ਕੁਝ ਜਿਗਿਆਸੂਆਂ ਦਾ ਸਰੋਤਿਆਂ ਦਾ ਵੀ ਖਿਆਲ ਹੁੰਦਾ ਵੀ ਇਹ ਗੱਲਾਂ ਵਿੱਚ ਨਾ ਕੀਤੀਆਂ ਜਾਣ, ਫਿਰ ਇਤਿਹਾਸ ਕਿੱਥੇ, ਇਹ ਤਾਂ ਖਤਮ ਹੀ ਹੋ ਜੂਗੀ ਗੱਲ। ਫਿਰ ਸੁੱਧ ਸ਼ਬਦ ਦੇ ਨਾਲ ਇਹ ਗੱਲ ਮਿਲਦੀ ਸੀ, ਇਸ ਕਰਕੇ ਵੱਡਿਆਂ ਨੇ ਕਹੀ ਹੈ ਤੇ ਫਿਰ ਵੱਡਿਆਂ ਦਾ ਨਰਾਦਰ ਹੋਊਗਾ ਜੇ ਅਸੀਂ ਇਹਨੂੰ ਲੁਕੋ ਕੇ ਰੱਖੀਏ। ਇਹ ਗੱਲਾਂ ਲੁਕਾਉਣ ਵਾਲੀਆਂ ਨਹੀਂ ਸੀ। ਇਹ ਪੰਥ ਖਾਲਸਾ ਦੇ ਕਿਸੇ ਨੂੰ ਈਰਖਾ ਵਿੱਚ ਆ ਕੇ ਨਹੀਂ, ਦਵੈਸ਼ ਵਿੱਚ ਆ ਕੇ ਨਹੀਂ, ਜੋ ਨਿਰੋਲ ਪੰਥ ਦੇ ਫੈਸਲੇ ਉਹਨਾਂ ਤੇ ਖੜਨਾ ਚਾਹੀਦਾ। ਗੁਰੂ ਕਿਰਪਾ ਕਰੇ ਇੱਥੇ ਹੀ ਸਾਧ ਸੰਗਤ ਸਮਾਪਤੀ ਹੈ ਅੱਜ ਦੀ। ਮਹਾਰਾਜ ਸਾਹਿਬ ਜੀ ਨੇ ਇੱਥੇ ਇਸ ਜਿਹੜੀ ਸ੍ਰੀ ਰਾਗ ਦੀ ਸਾਧ ਸੰਗਤ ਬਾਣੀ ਹੈ ਉਹਦੇ ਗੁਰੂ ਸਾਹਿਬਾਨਾਂ ਦੀ ਉਚਾਰਨ ਕੀਤੀ ਹੋਈ, ਉਹ ਭਾਵੇਂ ਪਹਿਲੇ ਜਾਮੇ 'ਚ ਉਚਾਰਨ ਕੀਤੀ, ਦੂਜੇ ਤੀਜੇ ਚੌਥੇ ਪੰਜਵੇਂ ਵਿੱਚ, ਤੇ ਉਹ ਬਾਣੀ ਇੱਥੇ ਸਮਾਪਤ ਹੋ ਗਈ ਹੈ ਸੁੱਧ ਸ਼ਬਦ ਦੇ ਨਾਲ। ਹੁਣ ਕੱਲ ਨੂੰ ਸ੍ਰੀ ਰਾਗ ਦੀ ਭਗਤ ਬਾਣੀ, ਉਹਦਾ ਬੜਾ ਵਿਸਥਾਰ ਹੈ। ਪਹਿਲਾਂ ਤਾਂ ਮਨ ਬਣਿਆ ਸੀ ਵੀ ਚਲੋ ਮਹਾਰਾਜ ਕਿਰਪਾ ਕਰੇ ਵੀ ਇਹ 3 ਅੰਗ ਨੇ ਇੱਕੋ ਦਿਨ ਹੋ ਜਾਣ। ਫਿਰ ਸਾਧ ਸੰਗਤ ਜੀ ਵਿਚਾਰ ਕੀਤੀ ਵੀ ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਕਾਹਲੀ ਕਿਸ ਗੱਲ ਦੀ ਕਰਨੀ ਹੈ ਵੀ ਆਪਣੇ ਹਿਸਾਬ ਨਾਲ ਇਹ ਕਥਾ ਹੋਵੇ ਵੀ ਕਾਹਲੀ ਕਰਕੇ ਰਸ ਨਾ ਵਿਗਾੜਿਆ ਜਾਏ। ਇਹ ਅੰਦਰ ਤੋਂ ਪ੍ਰੇਰਨਾ ਹੋ ਗਈ, ਜਿਸ ਕਰਕੇ ਸਹਿਜ ਭਾਵ ਦੇ ਨਾਲ ਹੋਈ ਹੈ। ਗੁਰੂ ਕਿਰਪਾ ਕਰੇ ਭਗਤ ਬਾਣੀ ਨੂੰ 2 ਦਿਨ ਵੀ ਲੱਗ ਸਕਦੇ, 1 ਦਿਨ 'ਚ ਵੀ। ਹੁਣ ਮਹਾਰਾਜ ਜਾਣੇ ਉਹਨੂੰ ਜੇ ਸਹਿਜ ਭਾਵ ਨਾਲ ਕਰੀਏ, ਕਿਉਂਕਿ ਸ਼ਬਦਾਂ ਦੀਆਂ ਉਥਾਨਕਾਂ ਵੀ ਹੁੰਦੀਆਂ ਨੇ, ਉਹ ਹੁਣ ਵਿਚਾਰ ਕੱਲ ਆਏਗੀ। ਆਓ ਹੁਣ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅੱਗੇ ਨਾਲੋਂ 10-15 ਮਿੰਟ ਪਹਿਲਾਂ ਸਮਾਪਤੀ ਹੋ ਰਹੀ ਹੈ, ਕਿਉਂਕਿ ਫਿਰ ਇੱਥੇ ਹੀ ਵਿਸਰਾਮ ਦੇਣਾ ਠੀਕ ਸੀ ਕਥਾ ਦਾ। ਤੇ ਆਓ ਹੁਣ ਗਰੀਬ ਨਵਾਜ਼ ਸਤਿਗੁਰੂ ਕਿਰਪਾ ਕਰਨ ਸਮਾਪਤੀ ਕਰੀਏ ਜੀ। ਅਰਦਾਸ ਕਰੀਏ, ਭੁੱਲਾਂ ਚੁੱਕਾਂ ਦੀ ਮਾਫੀ ਮੰਗੀਏ ਮਹਾਰਾਜ ਦੇ ਕੋਲੋਂ ਜੀ। ਨਿਤ ਦਿਓ ਦਾਨ ਦਇਆਲ ਪ੍ਰਭ, ਹਰ ਨਾਮ ਧਿਆਇਆ, ਹਰ ਦਾਤਾ ਹਰ ਨਾਮ ਜਪਾਇਆ, ਨਾਨਕ ਪੈ ਨਾਇਆ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।